ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਹੈ ਜੀ ਪ੍ਰਾਈਮ ਫੋਕਸ। ਵੈਸੇ ਤੇ ਅਸੀਂ ਬਹੁਤਾ ਕਰਕੇ ਖਬਰਾਂ ਤੇ ਰਹੀਦਾ, ਪਰ ਫਿਰ ਵੀ ਜੇ ਕੋਈ ਇੱਧਰ ਉੱਧਰ ਦੀ ਗੱਲਬਾਤ ਹੋਵੇ ਆਪ ਜੀ ਨਾਲ ਸਾਂਝੀ ਕਰਨ ਵਾਲੀ, ਉਹ ਪਹਿਲਾਂ ਛੇੜ ਲੈਂਦੇ ਆ। ਉਹਨੂੰ ਤੁਸੀਂ ਪਸੰਦ ਵੀ ਕਰਦੇ ਹੋ, ਉਹਦੇ ਲਈ ਧੰਨਵਾਦੀ ਹਾਂ। ਤੇ ਵਾਹਵਾ ਦਿਨ ਦੀ ਇੱਧਰ ਉੱਧਰ ਦੀ ਜਦੋਜਹਿਦ ਤੋਂ ਬਾਅਦ ਫਾਈਨਲੀ ਬੰਦਾ ਅੱਜ ਫਿਰ ਸਟੂਡੀਓ 'ਚ ਕਾਬੂ ਕੀਤਾ ਗਿਆ। ਕੀ ਹਾਲ ਨੇ ਵਾਟ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। 10 ਜੋ ਤੁਹਾਡੇ ਟੀਚੇ ਦਿੱਤੇ ਗਏ ਸੀ ਨਿਰਧਾਰਤ ਸਮੇਂ 'ਚ ਪੂਰੇ ਕਰਕੇ 10 ਹਾਜ਼ਰ ਹੈ। ਆਉਂਦੀ ਮੈਂ ਕਿੱਡਾ ਮਤਲਬ ਵੀ ਮੇਰੀਆਂ ਉੱਥੇ ਮਿੱਲਾਂ ਚੱਲਦੀਆਂ ਨੇ ਵੀ ਇੱਕ ਨਾ ਪੈਦਾ ਕਰ ਗਿਆ ਵੀ ਉੱਥੇ ਕੀ ਹਾਲਾਤ ਨੇ। ਚਲੋ, ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਠੀਕ ਆ, ਦੁਨੀਆ 'ਚ ਫਿਰ ਤੁਰ ਕੇ ਵੇਖਣਾ ਚਾਹੀਦਾ ਵੀ ਜੀ ਵਸਦੀ ਕਿੱਥੇ ਆ, ਹੋ ਕੀ ਰਿਹਾ, ਚੱਲ ਕੀ ਰਿਹਾ। ਪਰ ਮੈਂ ਨਾ ਇੱਕ ਚੀਜ਼ ਕਈ ਵਾਰ ਮਹਿਸੂਸ ਕਰਦਾ ਹੁੰਦਾ ਵੀ ਆਪਾਂ ਨਾ ਜਦੋਂ ਵੀ ਕਿਤੇ ਗੱਲ ਕਰੀਏ, ਕਿਸੇ ਨੂੰ ਕੋਈ ਫੋਨ ਕਰ ਲਓ, ਟਾਈਮ ਹੈ ਨਹੀਂ ਫਲਾਣਾ, ਉਹ ਯਾਰ ਤੇਰਾ ਬੜਾ ਟਾਈਮ ਲੰਘ ਯਾਰ, ਪਤਾ ਨਹੀਂ ਲੱਗਾ। ਮਤਲਬ ਆਪਾਂ ਘੜੀ 'ਤੇ ਹੋ ਗਏ ਨਾ, ਅੱਜ ਕੱਲ੍ਹ ਬਹੁਤੀ ਜ਼ਿੰਦਗੀ ਘੜੀ 'ਤੇ ਹੋ ਗਈ। ਉਹਦੇ ਨਾਲ ਆਪਾਂ ਨੂੰ ਜਿਹੜਾ ਉਹ ਸ਼ਾਰਟ ਟਰਮ ਟਾਈਮ ਆ ਉਹਦਾ ਤਾਂ ਫਿਕਰ ਹੁੰਦਾ ਵੀ ਆਹ ਕਰ ਲਈ ਇਹਦਾ ਟਾਈਮ ਆ ਗਿਆ, ਆਹ ਕਰ ਲਈ ਇਹਦਾ ਟਾਈਮ ਆ ਗਿਆ, ਆਹ ਕਰ ਲਈ ਇਹਦਾ ਟਾਈਮ ਆ ਗਿਆ। ਪਰ ਉਹ ਸਾਰੇ ਕੁਛ ਦੇ ਵਿੱਚ ਜਿਹੜੀ ਉਹ ਅਸਲ ਵੱਡੀ ਘੜੀ ਬਾਬੇ ਨੇ ਦਿੱਤੀ ਹੁੰਦੀ ਵੀ ਲੈ ਵੀ ਇੰਨੇ ਕੁ ਸਾਲ ਤੋਂ ਜੀਣਾ, ਉਹ ਘੜੀ ਜਿਵੇਂ ਤੇ ਟਾਈਮ ਨਿਕਲਦਾ ਹੁੰਦਾ ਨਾ, ਉਹ ਬੰਦਾ ਕਿੰਨਾ ਪੂਰਾ ਕਰ ਗਿਆ, ਕਿੰਨਾ ਕੁ ਬਚ ਗਿਆ ਜਾਂ ਕਿੰਨਾ ਕੁ ਰਹਿ ਗਿਆ, ਲੱਗਦਾ ਉਹਦੇ ਵਾਲੇ ਪਾਸੇ ਕਦੀ ਧਿਆਨ ਨਹੀਂ ਮਾਰਦਾ। ਅਤੇ ਜਦੋਂ ਕਿਤੇ ਕਹਾਣੀ ਜਾਂ ਤਾਂ ਲਾਗੇ ਲੱਗ ਜਾਂਦੀ ਹੈ ਜਾਂ ਫਿਰ ਬੜੀ ਦੇਰ ਹੋ ਜਾਂਦੀ ਹੈ, ਅਤੇ ਫਿਰ ਜਾ ਕੇ ਘੜੀ ਵੱਲ ਵੇਂਦਾ ਵੀ ਯਾਰ ਹੈਂ ਇੰਨਾ ਟਾਈਮ ਲੰਘ ਹੀ ਗਿਆ ਯਾਰ, ਮੈਂ ਕੁਛ ਕੀਤਾ ਹੀ ਨਹੀਂ। ਫਿਰ ਹੁੰਦਾ ਨਾ ਕਿ ਵੀ ਬੰਦਾ ਤਾਂ ਮਿੱਟੀ ਸੀ, ਮਿੱਟੀ ਹੋ ਗਿਆ ਵਾਲੀ ਗੱਲ। ਸੰਧਾਲੀਆ ਸਾਹਿਬ, ਅਸਲ 'ਚ ਬਾਕੀ ਜਿਹੜੀਆਂ ਸਾਰੀਆਂ ਘੜੀਆਂ ਹੁਣ ਆ ਜਿਹੜਾ 24 ਘੰਟੇ ਦਾ ਸਰਕਲ ਆ, ਉਹ ਫੋਨ 'ਚ ਵੀ ਦੀਦਾ ਰਹਿੰਦਾ, ਟਾਈਮ ਪੀਸ 'ਤੇ ਵੀ ਦੀਦਾ ਰਹਿੰਦਾ, ਗੁੱਟ ਘੜੀ 'ਤੇ ਵੀ ਦੀਦਾ ਰਹਿੰਦਾ ਕਿ ਭਾਈ ਇੰਨੇ ਘੰਟੇ ਬੀਤ ਗਏ ਅਤੇ ਇੰਨੇ ਰਹਿ ਗਏ, ਸੌਣ 'ਚ, ਕੰਮ ਕਰਨ 'ਚ, ਆਹ ਕਰਨ 'ਚ, ਉਹ ਕਰਨ 'ਚ। ਪਰ ਜਿਹੜੀ ਬਾਬੇ ਵਾਲੀ ਘੜੀ ਆ ਨਾ, ਉਹ ਦੀਦੀ ਨਹੀਂ ਵੀ ਅੱਧ 'ਚ ਆ ਗਏ ਆ, 40% ਹੋ ਗਿਆ, 60% ਹੋ ਗਿਆ। ਕਿਉਂਕਿ ਜੇ ਬਾਬੇ ਵਾਲੀ ਘੜੀ ਵੀ ਦੀਦੀ ਹੋਵੇ ਫਿਰ ਸ਼ਾਇਦ ਥੋੜ੍ਹਾ ਜਿਹਾ ਬੰਦਾ ਹਿਸਾਬ ਕਿਤਾਬ ਲਾ ਲਵੇ। ਮੈਂ ਇੱਕ ਗੱਲ ਇਹ ਵੀ ਸੋਚਦਾ ਹੁੰਦਾ, ਜਿਹੜਾ ਆਪਣੇ ਨਾਲ ਦੇ ਬੰਦੇ ਆ ਨਾ, ਕਿਉਂਕਿ ਜਿੱਦਾਂ ਦਾ ਆਪਾਂ ਕੰਮ ਕਰਦੇ ਰਹੇ ਉੱਦਾਂ ਦੀਆਂ ਉਦਾਹਰਨਾਂ, ਜਦੋਂ ਕਿਤੇ ਬਰਸੀਮ ਵੱਢੀ ਵੱਢੀ ਜਾਣਾ ਛੇਤੀ ਛੇਤੀ ਕਰਕੇ, ਤਾਂ ਪਿੱਛੇ ਨੂੰ ਦੇਖਣਾ ਅੱਛਾ ਕਿੰਨੀਆਂ ਸੱਥਰੀਆਂ ਹੋ ਗਈਆਂ। ਕਿਉਂਕਿ ਮੋਟਾ ਮੋਟਾ ਨਾ ਜੇ 6 ਸੱਥਰੀਆਂ ਹੋ ਗਈਆਂ ਪੰਡ ਹੋ ਜਾਣੀਆਂ, ਜਾਂ 8 ਸੱਥਰੀਆਂ ਹੋ ਗਈਆਂ ਪੰਡ ਹੋ ਜਾਣੀਆਂ। ਅਤੇ ਜਦੋਂ ਫਰਵਰੀ ਦਾ ਅੰਤ ਜਾਂ ਮਾਰਚ ਦੇ ਸ਼ੁਰੂ 'ਚ ਆ ਜਾਂਦਾ ਤਾਂ ਫਿਰ ਤਾਂ ਉਹ ਕਿਸੇ ਸੱਥਰੀ ਨਹੀਂ ਹੋਣ 'ਚ ਆਉਂਦੀ ਹੁੰਦੀ, ਕਿਉਂਕਿ ਉਹ ਫੂਸ ਜਿਹਾ ਹੀ ਰਹਿ ਜਾਣਾ ਬਰਸੀਮ ਦੇ ਵਿੱਚ ਵੀ। ਉਦੋਂ ਫਿਰ ਹੁੰਦਾ 10-15 ਸੱਥਰੀਆਂ ਹੋਣਗੀਆਂ, ਫਿਰ ਮਹੀਂ ਪੰਡ ਹੋਣੀ ਆ। ਉਹ ਸਾਰਾ ਕੁਝ ਸਾਨੂੰ ਦੀਦਾ ਹੁੰਦਾ ਪਿੱਛੇ। ਅਸੀਂ ਗੱਡੀ 'ਚ ਜਾਂਦੇ ਹਾਂ, ਤੇਲ ਉਹਦੇ ਵਿੱਚ ਵੀ ਦੇਖਦੇ ਰਹਿੰਦੇ ਹਾਂ ਟੈਂਕੀ ਕਿੰਨੀ ਕੁ ਰਹਿ ਗਈ। ਪਰ ਬਾਬਾ ਜੇ ਕਿਤੇ ਮੀਟਰ ਲਾ ਦੇਵੇ ਨਾ ਮਾੜਾ ਜਿਹਾ, ਕਿ ਭਾਈ ਪਤਾ ਲੱਗਦਾ ਰਹੇ ਕਿੰਨਾ ਕੁ ਟਾਈਮ ਰਹਿ ਗਿਆ, ਅਤੇ ਇਹ ਜ਼ਰੂਰ ਮੀਟਰ 'ਚ ਦੱਸੇ ਕਿ ਕੀਤਾ ਕੀ ਜੇ, ਮਾਈਲੇਜ ਕਿੰਨੀ ਕੁ ਤੇਰੀ ਚੰਗੇ ਕੰਮ ਦੀ ਜਾਂ ਮਾੜੇ ਕੰਮ ਦੀ, ਦੂਜਿਆਂ ਦਾ ਕੀ ਸਵਾਰਿਆ ਤਾਂ ਵਿਗਾੜਿਆ ਕਿੰਨੇ ਕੁ ਦਾ ਕੀ ਹੈ, ਬੰਦਾ ਬਹੁਤ ਸੂਤਰ ਹੋ ਜੇ। ਅਤੇ ਮੈਨੂੰ ਜਾਪਦਾ ਇਹਦੇ ਨਾਲ ਕਹਾਣੀ ਸਾਰੀ ਸੈੱਟ ਹੋ ਜਾਣੀ। ਤੁਸੀਂ ਦੇਖੋ, ਮੰਨ ਲਓ ਇੱਕ ਬੰਦਾ, ਉਹਨੂੰ ਜਾਪਦਾ ਵੀ ਯਾਰ ਅਜੇ ਪੈਂਡਾ ਇੰਨਾ ਰਹਿ ਗਿਆ। ਆਪਾਂ ਵੈਸੇ ਹੀ ਇੱਕ ਅੰਦਾਜ਼ਾ ਲਾ ਲੈਂਦੇ ਹਾਂ ਵੀ ਉਹ ਬੰਦਾ ਜੀ 20 ਕਿਤੇ ਆ ਗਿਆ, ਉਹਨੂੰ ਜ਼ਿਆਦਾ ਵੀ ਅਜੇ ਯਾਰ 40 ਹੋਰ ਪਏ ਆ ਵੀ ਬਹੁਤ ਵਧੀਆ, ਆਪਾਂ 60 ਇੱਕ ਐਵਰੇਜ ਗਣ ਦਿੰਦੇ ਹਾਂ। ਹੁਣ ਜੇ ਬੰਦਾ 30 ਕਿਤੇ ਆ ਗਿਆ, ਯਾਰ ਅੱਧ 'ਚ ਤੇ ਆ ਗਏ ਆ, ਹੁਣ ਥੋੜ੍ਹੇ ਕੁ ਸਾਲ ਹੀ ਆ। ਮੰਨ ਲਓ 40 ਵੀ ਟੱਪ ਗਿਆ ਨਾ ਯਾਰ, ਬਹੁਤਾ ਤੇ ਪੈਂਡਾ ਲੰਘ ਗਿਆ, ਹੁਣ ਗਾਂ ਸਾਲ ਤੇ 20 ਰਹਿ ਗਏ ਆ, ਅਤੇ ਅਜੇ ਵੀ ਮੈਂ ਇੱਧਰੋਂ ਕਰ ਲਾ ਉੱਧਰੋਂ ਕਰ ਲਾ, ਕਿਹੜੇ ਚੱਕਰ 'ਚ ਆ। ਫਿਰ ਜਦੋਂ 50 ਦੇ ਲਾਗੇ ਬੰਨੇ ਲੱਗੇ, ਉਹਨੂੰ ਜਾਪੇ ਵੀ 10 ਸਾਲ ਰਹਿ ਗਿਆ, ਵੀ ਮੈਂ ਬਥੇਰਾ ਕਰ ਲਿਆ, ਚੁੱਕੋ ਚਾਬੀਆਂ ਨਿਆਣੇ, ਹੁਣ ਤੁਸੀਂ ਕਰੋ ਵੀ ਮੈਂ ਆਪਣਾ ਸੁੱਖ ਲੈਣਾ ਕੁਛ ਨਾ ਕੁਛ, ਹੈ ਨਾ। ਪਰ ਕਾਰਨ ਇਹ ਆ ਵੀ ਬੰਦਾ ਜਦੋਂ ਜਿਵੇਂ ਜਿਵੇਂ ਵੱਧਦੀ ਜਾਂਦੀ ਅੱਜ ਦੀ ਡੇਟ ਦੇ, ਆਪਣੇ ਬਜ਼ੁਰਗਾਂ ਦਾ ਪਤਾ ਨਹੀਂ ਇੱਕ ਸੁਭਾਅ ਹੀ ਬਣ ਗਿਆ। ਉਹ ਭਾਵੇਂ ਬਾਪੂ 60 ਦਾ ਹੋਵੇ, 65 ਦਾ, 70 ਦੇ ਲਾਗੇ ਬੰਨੇ ਹੋਵੇ ਨਾ, ਵੀ ਹਾਂ ਵੀ ਬਾਪੂ ਜੀ ਕਿੱਦਾਂ ਵੇ, ਬਟ ਉਹਨੇ ਇੱਕ ਤਾਂ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਅਕਲ ਹੀ ਨਹੀਂ ਆਉਣੀ ਨਾ। ਇੱਕ ਆਹ ਵੇਖ ਲਾ ਧੌਲਾ ਝੱਟ, ਆਪਣੇ ਨਿਆਣੇ ਨੂੰ ਆਖੀ ਨਾ ਕੋਈ ਵੀ ਜਿਹੜਾ ਬਜ਼ੁਰਗ ਇਹ ਧੌਲਾ ਝੱਟ ਆ, ਇਹਨੂੰ ਅਕਲ ਨਹੀਂ ਆਈ, ਇੱਦਾਂ ਕਿ ਆਹ ਸਮਝਾਉਂਦੇ ਰਹੀਦਾ, ਉਹ ਕਰਦੇ ਨਿਆਣੇ ਵਾਲਾ ਹੋ ਗਿਆ, ਹੈ ਨਾ, ਗਾਂ ਨਿਆਣੇ ਵਾਲਾ ਹੋ ਗਿਆ, ਨਿਆਣੇ ਗਾਂ ਵਿਆਹੁਣ ਵਾਲੇ ਹੋ ਗਏ, ਇਹਨੂੰ ਨਹੀਂ ਅਗਲਾ। ਉਹ ਵੀ ਯਾਰ ਬਾਪੂ ਜੇ ਉਹਨੇ ਕੱਟ ਲਈ ਗਾਂ, ਉਹਦੇ ਗਾਂ ਨਿਆਣੇ ਹੋ ਗਏ, ਵੀ ਤੇਰਾ ਹੁਣ ਅਗਲਾ ਪਾਸਾ ਨੇੜੇ ਆ ਗਿਆ, ਤੂੰ ਕਾਹ ਤੋਂ ਖਿੱਚੀ ਜਾਂਦਾ ਯਾਰ ਬਾਈ। ਨਹੀਂ, ਥੋੜ੍ਹਾ ਜਿਹਾ ਸ਼ਾਂਤੀ ਚਾਹੀਦੀ ਹੈ, ਥੋੜ੍ਹਾ ਜਿਹਾ ਬੰਦਾ ਠਰਮੇ 'ਚ ਚਾਹੀਦਾ, ਥੋੜ੍ਹਾ ਜਿਹਾ ਕਿਤੇ ਕਿਤੇ ਚੁੱਪ ਦਾ ਦਾਨ ਬਖਸ਼ੋ ਜੀ ਲਿਖਿਆ ਹੁੰਦਾ ਨਾ, ਉਹ ਵੀ ਚਾਹੀਦਾ। ਵੀ ਬੰਦਾ ਇਹ ਨਾ ਸੋਚੇ ਕਿ ਭਾਈ ਟਟੀਰੀਆਂ ਕੋ ਸਮਾਨ ਮੈਂ ਹੀ ਥੰਮਿਆ। ਹਾਂ, ਸਿਆਣੀ ਸਲਾਹ ਜਿੱਥੇ ਦੇ ਦਿਓ, ਮੰਨਦੇ ਨਹੀਂ ਮੰਨਦੇ ਉਹਨਾਂ ਦੇ ਉੱਤੇ ਆ, ਤੁਸੀਂ ਆਪਦੀ ਡਿਊਟੀ ਜਿਹੜੀ ਉਹ ਪੂਰੀ ਕਰਦੇ ਹੋ। ਤਾਂ ਬਾਕੀ ਇਹ ਗੱਲਾਂ ਤਾਂ ਸੰਧਾਲੀਆ ਸਾਹਿਬ ਚੱਲੀ ਜਾਣੀਆਂ, ਸਾਨੂੰ ਥੋੜ੍ਹਾ ਜਿਹਾ ਧਿਆਨ ਉੱਧਰਲੇ ਪਾਸੇ ਦੇਣਾ ਚਾਹੀਦਾ। ਪਰ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਤੋਂ ਸ਼ੁਰੂ ਕਰਦੇ ਹਾਂ। ਮੈਂਬਰ ਪਾਰਲੀਮੈਂਟ ਨੇ, ਆਪਾਂ ਬੜੀ ਵਾਰੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਿਹਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਤਾਂ ਲੋੜ ਸੀ, ਲੋੜ ਹੈ ਅਤੇ ਲੋੜ ਰਹੂਗੀ। ਸ਼ਰਤ ਇਹੀ ਕਿ ਉਹ ਖੇਤਰੀ ਪਾਰਟੀ ਪੰਜਾਬ ਲਈ ਸੋਚਦੀ ਹੋਵੇ, ਪੰਜਾਬ ਲਈ ਕੰਮ ਕਰਦੀ ਹੋਵੇ, ਸੱਤਾ ਆਧਾਰਿਤ ਨਾ ਹੋਵੇ। ਹੁਣ ਤੁਸੀਂ ਦੇਖੋ, ਭਾਰਤ ਕਿੱਡਾ ਵੱਡਾ ਸੀ ਜਦੋਂ ਪਾਕਿਸਤਾਨ ਵੀ ਵਿੱਚ ਹੁੰਦਾ ਸੀ, ਬੰਗਲਾਦੇਸ਼ ਵੀ ਵਿੱਚ ਹੁੰਦਾ ਸੀ, ਉਦੋਂ ਤਾਂ ਭਾਰਤ ਬਹੁਤ ਹੀ ਵੱਡਾ ਹੁੰਦਾ ਸੀ। ਹੁਣ ਤਾਂ ਪੰਜਾਬ ਸਾਨੂੰ ਐਂ ਲੱਗਦਾ ਨਾ ਕਿ ਭਾਰਤ ਦੇ ਇੱਕ ਨੁੱਕਰ ਦੇ ਵਿੱਚ ਅੰਤਰਰਾਸ਼ਟਰੀ ਬਾਰਡਰ ਲੱਗਦਾ।
ਤੇ ਜਦੋਂ ਪਾਕਿਸਤਾਨ ਵੀ ਵਿੱਚ ਹੁੰਦਾ ਸੀ ਤਾਂ ਉਦੋਂ ਬਾਰਡਰ ਨਹੀਂ ਸੀ ਲੱਗਦਾ। ਹੂੰ। ਉਦੋਂ ਵੀ ਪੰਜਾਬ ਸੂਬੇ ਦੇ ਵਿੱਚੋਂ ਇੱਕ ਖੇਤਰੀ ਪਾਰਟੀ ਜਦੋਂ ਅੰਗਰੇਜ਼ਾਂ ਦੇ ਆਪਾਂ ਗੁਲਾਮ ਸੀ ਉਦੋਂ ਨਿਕਲੀ, ਜਿਹਨੂੰ ਅਕਾਲੀ ਦਲ ਕਹਿੰਦੇ ਆ। ਯਾਨੀ ਦੇਸ਼ ਦੇ ਇੱਧਰਲੇ ਹਿੱਸੇ ਜੋ ਵੀ ਨਿਕਲ ਸਕਦੀ ਸੀ, ਪਰਲੇ ਹਿੱਸੇ ਜੋ ਵੀ ਨਿਕਲ ਸਕਦੀ ਸੀ। ਵਿਚਾਲਿਓਂ ਹੀ ਕਿਉਂ ਨਿਕਲੀ? ਉਹ ਵਿਚਾਲਿਓਂ ਹੀ ਇਸ ਕਰਕੇ ਨਿਕਲੀ ਸੰਧਾਲੀਆ ਸਾਹਿਬ, ਕਿਉਂਕਿ ਲੋਕਾਂ ਦੇ ਵਿੱਚ ਥੋੜੀ ਜਿਹੀ ਇੱਕ ਨਾ એનર્ਜੀ ਹੈਗੀ ਆ ਕਿ ਭਾਈ ਆਪਾਂ ਸਾਰਾ ਕੁਝ ਦੇਖ ਕੇ ਥੋੜਾ ਜਿਹਾ ਇਨੀਸ਼ੀਏਟਿਵ ਲੈਂਦੇ ਆ, ਥੋੜਾ ਜਿਹਾ ਤਰਜੀਹੀ ਤੌਰ ਦੇ ਉੱਤੇ ਲੈਂਦੇ ਕੁਝ ਮਸਲਿਆਂ ਨੂੰ। ਉਸ ਪਾਰਟੀ ਨੇ ਕੰਮ ਬੜਾ ਕੀਤਾ, ਉਹ ਲੋਕਾਂ ਦੀ ਆਵਾਜ਼ ਬਣੀ, ਤੇ ਉਸ ਪਾਰਟੀ ਨੂੰ ਕਿਤੇ ਬੋਰਡ ਲਾਉਣ ਦੀ ਲੋੜ ਨਹੀਂ ਸੀ ਪੈਂਦੀ, ਉਹਨਾਂ ਨੂੰ ਪਿੰਡ ਪਿੰਡ ਜਾ ਕੇ ਹੋਕਾ ਦੇਣ ਦੀ ਲੋੜ ਨਹੀਂ ਸੀ ਪੈਂਦੀ, ਨਾ ਵੱਡੀਆਂ ਰੈਲੀਆਂ ਕਰਨ ਦੀ, ਨਾ ਰੋਡ ਸ਼ੋਅ ਕਰਨ ਦੀ ਲੋੜ ਨਹੀਂ ਸੀ ਪੈਂਦੀ। ਨਿੱਕੇ ਨਿਆਣੇ ਆਪ ਹੀ ਤੱਕੜੀ ਚੋਣ ਨਿਸ਼ਾਨ ਦੀ ਝੰਡੀ ਆਪਦੇ ਸਾਈਕਲ ਜਪਸਾ ਕੇ ਟੱਲੀਆਂ ਵਜਾਉਂਦੇ ਫਿਰਦੇ ਹੁੰਦੇ ਸੀ। ਤੇ ਬਹੁਤ ਸਾਰੇ ਬਜ਼ੁਰਗ ਅੱਜ ਵੀ ਆਪਾਂ ਸੁਣੇ ਆ ਨਾ, ਵੋਟ ਪੰਥ ਨੂੰ ਪਾਉਣੀ ਜੇ, ਕਿ ਵੋਟ ਪੰਥ ਨੂੰ ਪਾਵਾਂਗੇ ਤਾਂ, ਹੁਣ ਤੱਕ ਕਹਿੰਦੇ ਰਹੇ ਆ। ਉਦੋਂ ਤੱਕ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਰਿਹਾ ਤੇ ਲੋਕਾਂ ਦੇ ਵਿੱਚੋਂ ਹੀ ਲੀਡਰ ਬਣਦੇ ਰਹੇ ਤੇ ਲੋਕਾਂ ਦੇ ਵਿੱਚੋਂ ਹੀ ਟਿਕਟਾਂ ਮਿਲਦੀਆਂ ਰਹੀਆਂ, ਉਹ ਇੱਕ ਕੰਪਨੀ ਦੇ ਰੂਪ ਦੇ ਵਿੱਚ ਨਹੀਂ ਸੀ ਕੰਮ ਚੱਲਦਾ। ਵਿਲੱਖਣਤਾ ਇਹ ਸੀ। ਪਰ ਪਿਛਲੇ 20-25 ਸਾਲਾਂ ਦੇ ਵਿੱਚ ਅਕਾਲੀ ਦਲ ਨੇ ਰੂਪ ਬਦਲਿਆ ਤੇ ਉਹਦਾ ਲਾਭ ਵੀ ਮਿਲਿਆ ਕਿ ਲਗਾਤਾਰ 10-10 ਸਾਲ ਸਰਕਾਰਾਂ ਚੱਲੀਆਂ, ਅੱਗੇ 2.5 ਸਾਲ ਵੀ ਨਹੀਂ ਸੀ ਚੱਲਦੀਆਂ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਗਿਣਤੀਆਂ ਮਿਣਤੀਆਂ 'ਚ ਚੱਲ ਪਿਆ ਸੀ ਜਿੱਦਾਂ ਬਾਕੀ ਚੱਲਦੇ ਆ। ਦਫ਼ਤਰ ਵੱਡਾ ਬਣ ਗਿਆ, ਏਸੀ ਬਣ ਗਿਆ, ਤੇ ਦਰੀਆਂ ਵਿਛਾਉਣ ਵਾਲੇ ਬੰਦੇ ਘਟ ਗਏ ਤੇ ਏਸੀ 'ਚ ਬਹਿਣ ਵਾਲੇ ਬੰਦੇ ਵੱਧ ਗਏ। ਪਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਆ ਬੇਭਰੋਸਗੀ ਮਤੇ ਦੇ ਉੱਤੇ ਜਿਹੜੀ ਬਹਿਸ ਚੱਲਦੀ ਸੀ ਸੰਧਾਲੀਆ ਸਾਹਿਬ, ਉਹਦੇ ਵਿੱਚ ਮਿੰਟ ਥੋੜੇ ਹੀ ਸੀ, ਕਿਉਂਕਿ 2 ਤਾਂ MP ਨੇ ਟਾਈਮ ਉਹਨਾਂ ਕੁ ਮਿਲਦਾ। ਬੀਬੀ ਬਾਦਲ ਬਹੁਤ ਲੰਬੇ ਸਮੇਂ ਬਾਅਦ ਦੇਖੇ, ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਨੁਮਾਇੰਦਾ ਬਹੁਤ ਲੰਬੇ ਸਮੇਂ ਬਾਅਦ ਵੇਖਿਆ ਕਿ ਭਾਈ ਇਦਾਂ ਡਟ ਕੇ ਬੋਲਿਆ। ਉਹਦੇ ਪਿੱਛੇ ਕਾਰਨ ਕੀ ਨੇ, ਕਿਉਂ ਬੋਲੇ ਜਾਂ ਕਿਉਂ ਬੋਲਣਾ ਪਿਆ, ਇੱਕ ਵੱਖਰੀ ਗੱਲ ਹੈ। ਥੋੜੇ ਸਮੇਂ ਦੇ ਵਿੱਚ ਹੀ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਕਾਂਗਰਸ ਪਾਰਟੀ ਵੀ ਛਿੱਲੀ, ਛੱਡੇ ਭਾਜਪਾ ਵਾਲੇ ਵੀ ਨਹੀਂ। ਉਹ ਮਸਲਾ 84 'ਚ ਵੀ ਲੈ ਗਿਆ, 47 ਤੱਕ ਵੀ ਲੈ ਗਿਆ, 47 ਤੋਂ ਪਹਿਲਾਂ ਵੀ ਲੈ ਗਿਆ ਤੇ ਅੱਜ ਤੇ ਵੀ ਆ ਗਿਆ। ਹੁਣ ਜਿੱਥੋਂ ਬੀਬੀ ਬਾਦਲ ਨੇ ਸ਼ੁਰੂ ਕੀਤਾ, ਨਹੀਂ ਤਾਂ ਇੱਕ ਹੀ ਹੁੰਦਾ ਸੀ ਕਿ ਇੱਕ ਪਾਰਟੀ ਨੂੰ ਲੈ ਲਓ, ਉਹਨੂੰ ਛਿੱਲ ਦਿਓ, ਦੂਜੀ ਪਾਰਟੀ ਨਾਲ ਗੱਠਜੋੜ ਹੈ, ਚਲੋ ਠੀਕ ਹੈ। ਹੁਣ ਬੀਬੀ ਬਾਦਲ ਹੋਰਾਂ ਨੇ ਆਖਿਆ ਕਿ ਉੱਥੇ ਉਹ ਕਹਿੰਦੇ ਜੀ ਦੇਖੋ ਰਾਹੁਲ ਗਾਂਧੀ ਕਹਿੰਦੇ ਜੀ ਬੋਲ ਕੇ ਗਏ, ਉਹ ਕਹਿੰਦੇ ਜੀ ਮੈਂ ਯਾਤਰਾ ਬੜੀ ਲੰਬੀ ਕੀਤੀ ਤੇ ਕਹਿੰਦੇ ਦੁਨੀਆ ਦੇ ਵਿੱਚ ਇੱਕ ਵਿਧਵਾ ਕਲੋਨੀ ਬਣੀ ਆ, ਵਿਡੋ ਕਲੋਨੀ, ਉਹ ਦਿੱਲੀ ਦੇ ਵਿੱਚ ਹੈ, ਤੇ ਜੇ ਕਿਤੇ ਰਾਹੁਲ ਗਾਂਧੀ ਸਾਹਿਬ ਤੁਸੀਂ ਦਿੱਲੀ ਰਹਿੰਦੇ ਉੱਥੇ ਯਾਤਰਾ ਕਰ ਲਓ ਤਾਂ ਬਹੁਤ ਚੰਗਾ ਹੋਊ। ਉਹ ਇੱਕ ਠੀਕ ਕਟਾਕਸ਼ ਸੀ। 84 'ਚ ਸਿੱਖ ਕਤਲੇਆਮ ਹੋਇਆ, ਵਿਡੋ ਕਲੋਨੀ ਬਣੀ, ਆਪਾਂ ਸਾਰਿਆਂ ਨੂੰ ਪਤਾ ਹੈ, ਤੇ ਉਹ ਕਿਹਨਾਂ ਦੀ ਸ਼ਹਿ ਦੇ ਉੱਤੇ ਹੋਇਆ ਉਹ ਵੀ ਸਾਰਿਆਂ ਨੂੰ ਪਤਾ ਹੈ। ਫਿਰ ਉਹਨਾਂ ਨੇ ਗੱਲ ਕੀਤੀ ਕਿ ਭਾਈ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਖੋਹ ਲਿਆ, ਦਰਿਆਈ ਪਾਣੀਆਂ ਦੇ ਹੱਕ ਤੇ ਡਾਕਾ ਮਾਰ ਲਿਆ, ਬਹੁਤ ਕੁਛ ਕਿਹਾ ਜਿਹੜਾ ਕਿ ਸਾਰਾ ਕੁਝ ਕਾਂਗਰਸ ਦੇ ਖਿਲਾਫ ਸੀ। ਤੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਪੁਰਾਣੀ ਰਣਨੀਤੀ ਹੈ। ਬੀਬੀ ਬਾਦਲ ਨੇ ਉਹਦੇ ਤੋਂ ਬਾਅਦ ਉਹ ਕਹਿੰਦੇ ਹੁਣ ਲੈ ਲਓ। ਜਦੋਂ ਦਾ ਸਾਡਾ ਗੱਠਜੋੜ ਟੁੱਟਿਆ ਫਿਰ ਭਾਰਤੀ ਜਨਤਾ ਪਾਰਟੀ ਵੱਲੋਂ ਹੋ ਗਏ। ਉਹ ਕਹਿੰਦੇ ਜੀ ਉਹਦੇ ਤੋਂ ਬਾਅਦ ਕਿਹੜਾ ਫੈਸਲਾ ਪੰਜਾਬ ਦੇ ਹੱਕ 'ਚ ਇਹਨਾਂ ਨੇ ਕੀਤਾ? ਪਹਿਲਾਂ ਲਿਖਤੀ ਰੂਪ ਦੇ ਵਿੱਚ ਬਿਆਨ ਵੀ ਦੇ ਦਿੱਤਾ, ਕਹਿ ਵੀ ਦਿੱਤਾ ਕਿ ਭਾਈ ਅਸੀਂ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹ ਛੱਡਦੇ ਆ ਕਿ ਮੁੜ ਕੇ ਛੱਡੇ ਹੀ ਨਾ। BBMB ਦੇ ਵਿੱਚੋਂ ਪੰਜਾਬ ਦਾ ਹਿੱਸਾ ਕੱਢ ਦਿੱਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਹੱਥੋਂ ਖੋਹਣ ਨੂੰ ਫਿਰਦੇ ਆ। ਚੰਡੀਗੜ੍ਹ ਸਾਡਾ ਪੰਜਾਬੀਆਂ ਦਾ, ਤਾਂ ਉਹਦੇ ਵਿੱਚ ਹਰਿਆਣੇ ਵਾਲਿਆਂ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਨੂੰ ਜ਼ਮੀਨ ਦੇਣ ਨੂੰ ਫਿਰਦੇ ਆ। ਯਾਨੀ ਇੱਕ ਤੋਂ ਬਾਅਦ ਇੱਕ ਉਹ ਖਾਲਸਾ ਏਡ ਦੇ ਉੱਤੇ ਪਏ ਛਾਪੇਮਾਰੀ ਦੀ ਵੀ ਗੱਲ ਕਰ ਗਏ ਤੇ ਨਾਲ ਦੀ ਨਾਲ ਇਹ ਵੀ ਗੱਲ ਆਖ ਗਏ ਕਿ ਭਾਈ ਕੀ ਗੱਲ ਆ ਕਿ ਸਾਡੇ ਮੁੰਡਿਆਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਈ ਜਾਂਦੇ ਹੋ। ਯਾਨੀ ਮੈਂ ਜਦੋਂ ਦੇ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਣੇ ਆ, ਪਹਿਲੀ ਵਾਰ ਥੋੜੇ ਸਮੇਂ ਦੇ ਵਿੱਚ ਬਹੁਤੇ ਮੁੱਦੇ ਪਰ ਬੜੀ ਤਰਤੀਬਵਾਰ ਚੁੱਕਦੇ ਵੇਖੇ। ਤੇ ਜੇ ਸੰਧਾਲੀਆ ਸਾਹਿਬ ਇਹੀ ਕੰਮ ਅਕਾਲੀ ਦਲ ਨੇ ਪਿਛਲੇ 20 ਸਾਲਾਂ ਦੇ ਵਿੱਚ ਵੀ ਕੀਤਾ ਹੁੰਦਾ, ਅੱਜ 3 ਨਾ ਹੁੰਦੀਆਂ, ਘੱਟੋ ਘੱਟ 33 ਹੁੰਦੀਆਂ। ਅੱਜ ਲੋਕ ਸਭਾ 'ਚ 2 ਨਾ ਹੁੰਦੇ, ਘੱਟੋ ਘੱਟ 6 ਹੁੰਦੇ। ਤੇ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਰਨਾ ਪਿਆ ਤਾਂ ਕੀਤਾ, ਫੇਰ ਸ਼ਾਇਦ ਬਹੁਤੀ ਦੇਰ ਨਾ ਚੱਲੇ। ਪਰ ਜੇ ਅਕਾਲੀ ਦਲ ਇਸ ਤਰੀਕੇ ਦੇ ਨਾਲ ਹੀ ਚੱਲੇ ਕਿ ਭਾਈ ਨਹੀਂ, ਅਸੀਂ ਇਹ ਨਹੀਂ ਦੇਖਣਾ ਕਿ ਅਸੀਂ ਕਿਹਦੇ ਨਾਲ ਆ ਤੇ ਉਹਦੇ ਹੱਕ 'ਚ ਬੋਲੀਏ, ਅਸੀਂ ਇਹ ਨਹੀਂ ਦੇਖਣਾ ਕਿ ਕਿਹਦੇ ਖਿਲਾਫ ਆ ਤੇ ਬਸ ਉਹਦੇ ਖਿਲਾਫ ਹੀ ਬੋਲੀਏ, ਕਿਉਂਕਿ ਹੁਣ ਪਿਛਲੇ 20 ਸਾਲਾਂ ਤੋਂ ਕੋਈ ਕਿਰਿਆ ਹੋਈ ਪ੍ਰਤੀਕਿਰਿਆ ਦੇਤੀ, ਮੂਲ ਮੁੱਦੇ ਤਾਂ ਛੱਡੇ ਹੀ ਦਿੱਤੇ ਸੀ। ਪਰ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਭਾਸ਼ਣ ਉੱਥੇ ਚੰਗਾ ਰਿਹਾ, ਸੰਬੋਧਨ ਉੱਥੇ ਚੰਗਾ ਰਿਹਾ, ਲੋਕਾਂ ਦਾ ਧਿਆਨ ਖਿੱਚਿਆ ਉਹਨਾਂ ਨੇ। ਇਹ ਧਿਆਨ ਖਿੱਚਣਾ ਹੋਰ ਗੱਲ ਆ ਨਾ। ਧਿਆਨ ਖਿੱਚਣ ਦੇ ਨਾਲ ਕਾਰਨ ਇਹ ਆ ਵੀ ਇਸ ਤੋਂ ਪਹਿਲਾਂ ਵੀ ਅੱਗੇ ਇੱਕ ਦਿਨ ਆਪਾਂ ਗੱਲ ਕੀਤੀ ਸੀ, ਉਸ ਦਿਨ ਵੀ ਚੰਗਾ ਬੋਲੇ ਸੀ। ਐਂਡ ਉਸ ਦਿਨ ਉਹਨਾਂ ਨੇ ਭਾਵੇਂ ਕਿ ਉਹ ਕਹਿ ਲਓ ਕਿ ਵੀ ਉਹ ਜਿਹੜਾ ਜੋ ਵੀ ਸੀਗਾ ਬਿੱਲ ਜਾਂ ਉਹਦੇ ਵਿਰੋਧ 'ਚ ਹੀ ਵੋਟ ਪਾਈ ਸੀਗੀ, ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ ਵੀ ਹੈ ਨਹੀਂ, ਚੰਗੀ ਗੱਲ ਆ। ਹੁਣ ਦੇਖੋ ਮੈਨੂੰ ਲੱਗਦਾ ਵੀ ਇਹਨਾਂ ਭਾਸ਼ਣਾਂ ਦੇ ਨਾ 2-3 ਐਂਗਲ ਨੇ ਜਿਹੜੇ ਕਿ ਇਸ ਵਕਤ ਵਿਚਾਰੇ ਜਾਂਦੇ। ਰਾਜਨੀਤਿਕ ਹਲਕਿਆਂ 'ਚ ਆਪਾਂ ਦੇਖਦੇ ਹਾਂ ਵੀ ਜਦੋਂ ਪੋਲੀਟੀਕਲ ਬੰਦਾ ਕੋਈ ਬੋਲਦਾ, ਉਹ ਇਕੱਲਾ ਬੋਲਦਾ ਨਹੀਂ ਹੁੰਦਾ, ਉਹਦਾ ਕੋਈ ਨਾ ਕੋਈ ਮੋਟਿਵ ਹੁੰਦਾ। ਹੁਣ ਇੱਕ ਮੋਟਿਵ ਤੇ ਜਿਹੜੇ ਨੇ ਉਹ ਇਹ ਵੀ ਵਿਚਾਰਿਆ ਜਾ ਰਿਹਾ ਵੀ ਜਿੱਦਾਂ ਉਹ ਇਸ ਕਰਕੇ ਆ ਵੀ ਠੀਕ ਹੈ ਜੇ
ਸਾਨੂੰ ਤੁਸੀਂ ਪਾਸੇ ਕੀਤਾ ਤੇ ਫਿਰ ਆ ਜਾਓ। ਬੀਜੇਪੀ ਦੀ ਆਪਾਂ ਗੱਲ, ਕਾਂਗਰਸ ਤੇ ਚਲੋ ਉਹਨਾਂ ਨਾਲ ਤੇ ਸ਼ੁਰੂ ਤੋਂ ਇੱਟ ਖੜਕਾ ਨਾ, ਉਧਰ ਤੇ ਕੋਈ ਗੱਲਬਾਤ ਕਰਨ ਵਾਲੀ ਹੈ ਹੀ ਨਹੀਂ, ਉਧਰ ਤੇ 4 ਸੁਣਾਉਣੀਆਂ ਹੀ ਸੁਣਾਉਣੀਆਂ ਸੀ। ਇਹਨਾਂ ਨੂੰ ਇਸ ਕਰਕੇ ਸੁਣਾਈਆਂ ਵੀ ਹੁਣ ਸਾਡੀ ਤੁਹਾਡੇ ਨਾਲ ਗੱਲਬਾਤ ਕੋਈ ਨਹੀਂ। ਪਿਛਲੇ ਦਿਨ ਹੀ ਇੱਕ ਜਿਹੜਾ ਰੌਲਾ ਰੱਪਾ ਜਿਹਾ ਪੈਂਦਾ ਸੀ, ਹਾਲਾਂਕਿ ਰਾਜਾ ਵੜਿੰਗ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹ ਤੇ ਹੁਣ ਹੋਇਆ ਪਿਆ ਗੱਠਜੋੜ, ਐਵੇਂ ਗੱਲਾਂ ਕਰਦੇ ਤੁਸੀਂ ਉਤੋਂ। ਹੁਣ ਇਹਨਾਂ 2-4 ਤੱਤੇ ਬਿਆਨਾਂ ਨਾਲ ਇੱਧਰੋਂ ਉੱਧਰੋਂ ਗੱਲਾਂ ਸੁਣਾਉਣ ਦੇ ਨਾਲ ਹੋ ਸਕਦਾ ਉਹਨਾਂ ਦੇ ਮਨਾਂ 'ਚ ਵੀ ਜਾਵੇ ਜਾਂ ਲੋਕ ਮਨਾਂ 'ਚ ਵੀ ਜਾਵੇ ਵੀ ਨਹੀਂ ਹੈ ਨਹੀਂ ਗੱਠਜੋੜ ਵਾਲੀ ਗੱਲ ਕੋਈ ਆ ਤੁਹਾਡੇ ਸਾਹਮਣੇ, ਕਿੱਦਾਂ ਇਹਨਾਂ ਨੇ ਐ ਸੁਣਾਈਆਂ ਠੋਕ ਗੱਲਾਂ। ਹੁਣ ਇਹਦੇ ਵੀ ਗਾਂ 2 ਐਂਗਲ ਇਹ ਨਿਕਲਦੇ। ਪਹਿਲਾ ਐਂਗਲ ਤੇ ਇਹ ਵੀ ਹੋ ਸਕਦਾ ਵੀ ਅਜੇ ਪ੍ਰਭਾਵ ਨਾ ਜਾਵੇ ਵੀ ਗੱਠਜੋੜ ਹੋ ਗਿਆ ਤਾਂ ਕਰਕੇ, ਕਿਉਂਕਿ ਉੱਥੇ ਕਈਆਂ ਗੱਲਾਂ ਦਾ ਕਿਸੇ ਨੂੰ ਕਿਹੜਾ ਕੋਈ ਫਰਕ ਪੈਣਾ ਹੁੰਦਾ, ਸੁਣਾਈਆਂ ਹੀ ਆ ਨਾ ਵੀ ਆਹ ਮੁੱਦੇ ਨੇ ਤੁਸੀਂ ਕੋਈ ਹੱਲ ਨਹੀਂ ਕੀਤਾ। ਤੇ ਜੇ ਕੱਲ੍ਹ ਨੂੰ ਅਗਲਾ ਆਖੇ ਵੀ ਯਾਰ ਹਾਂ ਉਹਨਾਂ ਨੇ ਹੱਲ ਨਹੀਂ ਕੀਤਾ, ਤੇ ਜੇ ਕੋਈ ਆਖੇ ਵੀ ਇਹਦੇ ਨਾਲ ਬਹੁਤ ਵੱਡਾ ਵਿਗਾੜ ਪੈ ਗਿਆ, ਵਿਗਾੜ ਤੇ ਕੋਈ ਵੀ ਨਹੀਂ ਪਿਆ। ਮੰਨ ਲਓ 4 ਦਿਨ ਬਾਅਦ ਉੱਧਰੋਂ ਕੋਈ ਕੇਂਦਰ ਵਾਲੇ ਪਾਸਿਓਂ ਸਮਾਗਮ ਰੱਖ ਕੇ ਆਖਣਾ ਜੀ ਪੰਜਾਬ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਆ ਫੈਸਲੇ ਕੀਤੇ ਜਾਂਦੇ ਨੇ, ਜਿਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਉਹ ਕਰ ਲੈਣਗੇ, ਕੋਈ 2-4 ਮਸਲੇ ਜਿਹੜੇ ਹੋਰ ਸੀ ਉਹਨਾਂ ਨੂੰ ਕਹਿ ਦੇਣਗੇ। ਤੇ ਫਿਰ ਕੀ ਕਹਿਣਾ, ਲਓ ਜੀ ਫਿਰ ਅਸੀਂ ਉਦੋਂ ਗੱਲ ਕਹੀ ਸਾਡੇ ਆ ਮਸਲੇ ਸੀ, ਇਹਨਾਂ ਨੇ ਹੱਲ ਕਰਤੇ ਆ, ਅਸੀਂ ਫਿਰ ਉਹਨਾਂ ਦੇ ਨਾਲ, ਤੇ ਲੋਕ ਉੱਥੇ ਕਿਹੜੀ ਪੂਛ ਫੜ ਲੈਣਗੇ ਕਿਸੇ ਦੀ। ਮਤਲਬ ਇਹ ਰਾਜਨੀਤਿਕ ਤੌਰ ਤੇ ਵੇਖਿਆ ਜਾਵੇ ਤੇ ਨਾ ਤੇ ਕੋਈ ਬਹੁਤਾ ਦੂਰੀ ਵਾਲਾ ਬਿਆਨ ਆ ਤੇ ਨਾ ਬਹੁਤਾ ਨੇੜੇ ਵਾਲਾ ਬਿਆਨ ਆ, ਪਰ ਹਾਂ ਇੱਕ ਤਰ੍ਹਾਂ ਨਾਲ ਭੁਲੇਖਾ ਪਾਊ ਬਿਆਨ ਜ਼ਰੂਰ ਹੈਗਾ। ਪਰ ਦੂਜੀ ਗੱਲ ਮੈਂ ਇਹ ਵੀ ਸੋਚਦਾ ਸੀਗਾ ਵੀ ਜੇ ਆਪਾਂ ਇਹਨੂੰ ਸੱਚੀ ਮੁੱਚੀ ਮੰਨ ਲਈਏ ਵੀ ਇਹ ਸੱਚੀ ਮੁੱਚੀ ਲੀਕ ਖਿੱਚਣ ਵਾਲੀ ਗੱਲ ਆ ਵੀ ਨਾ ਕਾਂਗਰਸ ਨਾ ਬੀਜੇਪੀ ਨਾ ਆਪਾਂ ਖੇਤਰੀ ਪਾਰਟੀਆਂ, ਮਸਲੇ ਪੰਜਾਬ ਦੇ, ਮੁੱਦੇ ਪੰਜਾਬ ਦੇ ਜਾਂ ਸਿੱਖਾਂ ਦੇ ਮੁੱਦੇ ਜੇ ਆਪਾਂ ਸਪੈਸ਼ਲੀ ਕਹਿ ਲਈਏ, ਉਹਦੇ ਵਿੱਚ ਵੀ ਸਾਡਾ ਬਸਪਾ ਨਾਲ ਗੱਠਜੋੜ ਹੈਗਾ, ਵੇਖੀਏ ਜੋ ਉਹ ਆਪਾਂ ਹੁਣ ਆਪਣੇ ਪੈਰਾਂ ਸਿਰ ਹੋਣਾ। ਹੁਣ ਜੇ ਇਹ ਰਾਹ ਅਖਤਿਆਰ ਕਰਨਾ ਤੇ ਫਿਰ ਅਕਾਲੀ ਦਲ ਮਤ ਸੋਚੇ ਵੀ ਕੱਲ੍ਹ ਨੂੰ ਸਵੇਰੇ ਸਾਲ 2 ਸਾਲਾਂ ਨੂੰ ਦੁਬਾਰਾ ਸਾਰਾ ਕੁਝ ਦਰੁਸਤ ਹੋ ਜਾਊਗਾ, ਕਿਉਂਕਿ ਇੱਕ ਵਾਰ ਉਹਨਾਂ ਨੂੰ ਫਿਰ ਤੋਂ ਇੱਕ ਖੇਤਰੀ ਪਾਰਟੀ ਦੇ ਤੌਰ ਤੇ ਦੁਬਾਰਾ ਤੋਂ ਉੱਭਰਨਾ ਪਊਗਾ। ਤੇ ਟੱਕਰ ਫਿਰ ਜਿਹੜੀ ਆਮ ਤੌਰ ਤੇ ਪੰਜਾਬ 'ਚ ਮਸ਼ਹੂਰ ਆ ਵੀ ਦਿੱਲੀ ਨਾਲ ਹੋਣੀ ਹੈ, ਤੇ ਦਿੱਲੀ ਦੇ ਵਿੱਚ ਜਿਹੜੀ ਵੀ ਜਾਂ ਤਾਂ ਕਾਂਗਰਸ ਆਊਗੀ ਜਾਂ ਬੀਜੇਪੀ ਆਊਗੀ। ਦੋਵਾਂ ਦੇ ਨਾਲ ਜੇ ਵਿਰੋਧ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਜਿਨ੍ਹਾਂ ਦਾ ਵਿਰੋਧ ਉੱਥੇ ਹੋਵੇ ਉਹ ਖੇਤਰਾਂ 'ਚ ਰਾਜਾਂ 'ਚ ਕਿੰਨੀਆਂ ਕੁ ਸਰਕਾਰਾਂ ਚੱਲਣ ਦਿੰਦੇ ਹੁੰਦੇ ਆ। ਭਗਵੰਤ ਮਾਨ ਸਾਹਿਬ ਵਾਲੀ ਗੱਲ ਤੋਂ ਆਪਾਂ ਨੂੰ ਪਤਾ ਹੀ ਹੈ। ਹੁਣ ਜੋ ਉੱਥੇ ਹੈਗਾ ਉਹ ਕੰਮ ਇੱਥੇ ਆਪਾਂ ਦੇਖ ਹੀ ਲਿਆ ਵੀ ਉੱਪਰੋਂ ਤਾਰੇ ਕੋਈ ਛੇੜਦੇ ਆ, ਕਰੰਟ ਉਹ ਕਿਸੇ 'ਚ ਛੱਡਦੇ ਨੇ। ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਆਉਂਦੇ ਵੀ 7 ਤੋਂ ਵੱਧ ਬੰਦੇ ਮੇਰੇ ਕੋਲ, ਉਹ ਕਹਿੰਦੇ ਹੋਣਗੇ, ਕੋਈ ਗੱਲ ਨਹੀਂ, ਪਾਵਰ ਤੇ ਕੋਈ ਨਹੀਂ ਹੈਗੀ। ਹੁਣ ਮੈਂ ਤਾਂ ਇਹ ਗੱਲਾਂ ਛੇੜੀਆਂ ਵੀ ਜੇ ਤੇ ਅਕਾਲੀ ਦਲ ਨੇ ਇਸ ਰਾਹ 'ਤੇ ਤੁਰਨਾ ਤੇ ਬੜਾ ਔਖਾ ਪੈਂਦਾ, ਪਰ ਹਾਂ ਇਹ ਰਾਹ ਉਹ ਹੈਗਾ ਵੀ ਜਿਹੜਾ ਭਵਿੱਖ ਦੇ ਵਿੱਚ ਪੰਜਾਬ ਦੀ ਗੱਲ ਕਰਦਾ। ਤੇ ਜੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਇਹ ਗੱਲ ਬਣ ਗਈ ਵੀ ਨਹੀਂ ਯਾਰ ਇਹ ਸਾਡੇ ਨੇ, ਇਹਨਾਂ ਨੇ ਸਾਡੀ ਗੱਲ ਕਰਨੀ, ਲਾਂਭ ਲਾਹੂ ਤੇ ਆਪਾਂ ਫੇਰ ਵੇਖ ਲਵਾਂਗੇ, ਤੇ ਫਿਰ ਇਹ ਅਕਾਲੀ ਦਲ ਨੂੰ ਉਭਾਰ ਵੀ ਸਕਦਾ। ਪਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ, ਜੇ ਉਹੋ ਜਿਹੀ ਕੋਈ ਗੱਲ ਆ ਭੁਲੇਖਾ ਪਾਊ ਵਾਲੀ ਗੱਲਬਾਤ ਵੀ ਇੱਕ ਤਰ੍ਹਾਂ ਥੋੜ੍ਹਾ ਜਿਹਾ ਗਰਮ ਤੱਤਾ ਹੈ ਤੇ ਹੋ ਅਗਲਿਆਂ ਦੇ ਨਾਲ, ਤੇ ਕੱਲ੍ਹ ਨੂੰ ਜੇ 4 ਮੰਗਾਂ ਮੰਨੀਆਂ ਜਾਂਦੀਆਂ ਤੇ ਫਿਰ ਦੁਬਾਰਾ ਆਪਾਂ ਗੱਠਜੋੜ ਵਾਲੇ ਪਾਸੇ ਤੁਰ ਪਈਏ, ਫਿਰ ਹੋ ਸਕਦਾ ਲੋਕ ਇਸ ਗੱਲ ਦਾ ਗੁੱਸਾ ਵੀ ਕਰ। ਪਿਛਲੇ ਦਿਨੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਜਦੋਂ ਐਨਡੀਏ ਦੀ ਬੈਠਕ ਦੇ ਵਿੱਚੋਂ ਵਾਪਸ ਆਏ ਤੇ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਮੈਂ ਬਾਦਲ ਸਾਹਿਬ ਦਾ ਉੱਤਰਾਧਿਕਾਰੀ ਨਹੀਂ ਮੰਨਦਾ, ਜਾਂ ਉਹਨਾਂ ਨੇ ਮੈਨੂੰ ਹੀ ਮੰਨਿਆ ਹੈ, ਜਾਂ ਮੈਂ ਉਹਨਾਂ ਦੇ ਨਾਲ ਸਿੱਖਾਂ ਦੇ ਮੁੱਦੇ ਰੱਖ ਕੇ ਆਇਆ। ਉਹਦੇ ਤੋਂ ਇੱਕ ਗੱਲ ਕਲੀਅਰ ਹੋ ਗਈ ਸੀ ਕਿ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਜਾਪਦਾ ਨਹੀਂ, ਕਿਉਂਕਿ ਇੱਕ ਤਾਂ ਸੀਗਾ ਕਿ ਇਹ ਗਏ ਮੀਟਿੰਗ ਦੇ ਵਿੱਚ ਅਕਾਲੀ ਦਲ ਬਾਦਲ ਵਾਲੇ ਕਿ ਨਹੀਂ ਗਏ, ਉਹ ਵੱਖਰੀ ਗੱਲ ਹੈ, ਪਰ ਇੱਕ ਦੂਸਰੀ ਧਿਰ ਉੱਥੇ ਜਾ ਕੇ ਬੈਠੇ ਤੇ ਜਾ ਕੇ ਢੀਂਡਸਾ ਸਾਹਿਬ ਦੇ ਮੰਤਰੀ ਬਣਨ ਦਾ ਵੀ ਰੌਲਾ ਪਵੇ, ਉੱਪਰੋਂ ਆਣ ਕੇ ਆ ਬਿਆਨ ਦੇ ਦੇਣ। ਫਿਰ ਤੀਸਰਾ, ਜਦੋਂ ਪੰਜਾਬ 'ਚ ਵਿਰੋਧੀ ਧਿਰਾਂ ਕਹਿਣ ਲੱਗ ਪਣ ਕਿ ਭਾਈ ਤੁਹਾਡਾ ਤਾਂ ਗੱਠਜੋੜ ਅੰਦਰ ਖਾਤੇ ਕੰਮ ਨਿਬੜ ਗਿਆ, ਅਕਾਲੀ ਦਲ ਦੇ ਲਈ ਸਪਸ਼ਟ ਸਟੈਂਡ ਲੈਣਾ ਜ਼ਰੂਰੀ ਸੀ। ਦੂਸਰਾ, ਅਕਾਲੀ ਦਲ ਨੇ ਕਈ ਕੁਝ ਕਰਕੇ ਦੇਖ ਲਿਆ ਪਿਛਲੇ ਦਿਨਾਂ ਦੇ ਵਿੱਚ ਕਿ ਭਾਈ ਸੂਤ ਨਹੀਂ ਆਉਂਦਾ, ਪੰਥਕ ਮੁੱਦਿਆਂ ਦੇ ਉੱਤੇ ਉਹਨਾਂ ਨੇ ਆਪਣੀ ਰਾਜਨੀਤੀ ਜਿਹੜੀ ਉਹ ਕੇਂਦਰਿਤ ਕਰ ਲਈ। ਮੈਂ ਫੇਰ ਕਹਿਣਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਰਹਿਣੀ ਹੈ, ਕਿਉਂਕਿ ਪੰਜਾਬ ਦੇ ਮੁੱਦੇ ਹੀ ਇਦਾਂ ਦੇ ਆ। ਤੇ ਦੂਸਰੇ ਪਾਸੇ ਜੇ ਕੋਈ ਬੰਦਾ ਇਹ ਆਖੇ, ਕਿਉਂਕਿ ਅਕਾਲੀ ਦਲ ਦੇ ਲਈ ਹੁਣ ਕਰੋ ਜਾਂ ਮਰੋ ਵਾਲੀ ਸਥਿਤੀ ਹੈ, ਉਹ ਮੰਨਣ ਨਾ ਮੰਨਣ, ਜੇ ਉਹਨਾਂ ਨੂੰ ਇਹ ਲੱਗਦਾ ਨਹੀਂ ਜੀ ਕਾਡਰ ਇੱਥੇ ਪਹਿਲਾਂ ਥੱਲੇ ਨੂੰ ਜਾਂਦਾ ਰਿਹਾ, ਅਕਾਲੀ ਦਲ ਉੱਠਦਾ ਰਿਹਾ, ਨਾ, ਇੱਥੇ ਪੰਜਾਬ ਦੇ ਲੋਕ ਨੇ, ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਜਿਤਾ ਦਿੰਦੇ, ਆਪ ਨੂੰ ਵੀ ਜਿਤਾ ਦਿੰਦੇ ਆ, ਆਮ ਆਦਮੀ ਭਾਜਪਾ ਦੇ ਵੀ 3 MP ਇੱਥੇ ਬਣਦੇ ਰਹੇ ਆ, ਉਹ ਸਾਰਿਆਂ ਨੂੰ ਮੌਕਾ ਦਿੰਦੇ, ਪਰ ਬਹੁਤੀ ਵਾਰੀ ਮੌਕਾ ਨਹੀਂ ਦਿੰਦੇ। ਮਾਨ ਸਾਹਿਬ ਦੀ ਪਾਰਟੀ ਦੇ ਇੱਕ ਵਾਰੀ 8-9 ਜਿੱਤ ਗਿਆ ਸੀ, ਐਤਕੀ ਤਾਂ ਇੱਕੋ ਜਿੱਤਿਆ, ਮੁੜ ਕੇ ਜਲੰਧਰ ਦੇ ਵਿੱਚੋਂ ਵੋਟ ਹੀ 20,000 ਰੁਪਏ 18 ਲੱਖ ਚੋਂ, ਯਾਨੀ ਉਹ ਵੀ ਤਾਂ ਦੇਖੀਏ ਨਾ ਕਿ ਮਹੀਨੇ ਕਿੰਨੇ ਕੁ ਬੀਤੇ ਆ ਵਿੱਚ ਉਹਦੇ। ਹੁਣ ਸੰਧਾਲੀਆ ਸਾਹਿਬ ਬੜੇ ਬੰਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ, ਨਰੇਸ਼ ਗੁਜਰਾਲ, ਢੀਂਡਸਾ ਸਾਹਿਬ, ਭੂੰਦੜ ਸਾਹਿਬ, ਚੰਦੂ ਮਾਜਰਾ ਸਾਹਿਬ, ਹੋਰ ਕਿੰਨੇ ਸਾਹਿਬ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁਣ ਹੋ ਕੇ ਜਾਂਦੇ ਰਹੇ ਆ, ਪਰ ਉਹਨਾਂ ਨੂੰ ਮੌਕੇ ਮਿਲਦੇ ਰਿਹਾ ਬੋਲਣ ਤੇ, ਇਦਾਂ ਬੋਲੇ ਹੀ ਨਹੀਂ। ਅੱਜ ਬੀਬੀ ਹਰਸਿਮਰਤ ਕੌਰ ਬਾਦਲ, ਹਾਲਾਂਕਿ ਲੋਕ ਉਹਨਾਂ ਤੋਂ ਹਿਸਾਬ ਮੰਗਣਗੇ ਕਿ ਤੁਸੀਂ ਕੇਂਦਰ ਦੇ ਵਿੱਚ ਮਿਨਿਸਟਰ ਰਹੇ, ਤੁਸੀਂ ਸ਼ੁਰੂ ਦੇ ਵਿੱਚ ਖੇਤੀਬਾੜੀ ਬਿੱਲਾਂ ਦੇ ਹੱਕ 'ਚ ਬੋਲਦੇ ਰਹੇ, ਆ ਜਿਹੜਾ ਇੱਕ ਨਾ ਪੰਜਾਬ ਦੇ ਭਾਰਤ ਦੇ ਲੋਕਾਂ ਦੇ ਸਾਹਮਣੇ ਇੱਕ ਢਕੂਸਲਾ ਜਿਹਾ ਹੋ ਗਿਆ, ਘੱਟੋ ਘੱਟ ਸਾਂਝਾ ਪ੍ਰੋਗਰਾਮ
ਯਾਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਨਾਲ ਧੱਕਾ ਬਹੁਤ ਹੋਇਆ, ਅਸੀਂ ਕੁਰਬਾਨੀਆਂ ਦਿੱਤੀਆਂ, ਸਾਡਾ ਪਾਣੀਆਂ ਵਾਲਾ ਮਸਲਾ, ਸਾਡਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਸਾਡਾ ਵਿਸ਼ੇਸ਼ ਰਾਜ ਦੇ ਜਿਹੜੇ ਉਹ ਮਿਲਦੇ ਅਧਿਕਾਰ ਕੁਝ ਮਿਲਦੇ ਆ, ਵਿਸ਼ੇਸ਼ ਸਹੂਲਤਾਂ ਮਿਲਦੀਆਂ, ਉਹਦਾ ਮਸਲਾ। ਦੂਜੇ ਪਾਸੇ ਘੱਟੋ ਘੱਟ ਸਾਂਝਾ ਪ੍ਰੋਗਰਾਮ, ਉਹ ਵੀ ਕੀ ਜੀ, ਪੰਜਾਬ 'ਚ ਸ਼ਾਂਤੀ ਚਾਹੀਦੀ ਆ, ਬਿਲਕੁਲ ਠੀਕ ਹੈ। ਪਰ ਤੁਸੀਂ ਸਰਕਾਰਾਂ ਦੇ ਵਿੱਚ ਹੁੰਦਿਆਂ ਉਹ ਚੀਜ਼ਾਂ ਜੇ ਵਿਸਾਰ ਰੱਖੀਆਂ ਤਾਂ ਲੋਕਾਂ ਨੇ ਤੁਹਾਨੂੰ ਵਿਸਾਰ ਦਿੱਤਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲਈ ਬੜੀ ਕਲੀਅਰ ਗੱਲ ਹੈ, ਜਿਹੜਾ ਸਟੈਂਡ ਉਹਨਾਂ ਨੇ ਲੋਕ ਸਭਾ 'ਚ ਲਿਆ, ਜੇ ਉਹ ਸਟੈਂਡ ਪ੍ਰੈਕਟੀਕਲੀ ਇੰਪਲੀਮੈਂਟ ਕਰਕੇ ਲੈਂਦੇ ਰਹਿਣਗੇ ਤਾਂ ਚੰਗੇ ਰਹਿਣਗੇ। ਤਾਂ ਜੇ ਉਹਨਾਂ ਨੇ ਜੁਗਾੜ ਲਾ ਕੇ ਦੇਖਣਾ ਹੈ ਕਿ ਭਾਈ ਜੁਗਾੜ ਲਾ ਕੇ ਇੱਦਾਂ ਇੰਨੀਆਂ ਵੋਟਾਂ ਇਹਨਾਂ ਦੀਆਂ ਆਪਾਂ ਐਂ ਕਰ ਲਾਂਗੇ, ਜਲੰਧਰ ਲੋਕ ਸਭਾ ਹਲਕੇ 'ਚ ਜੇ ਪਿਛਲੀ ਵਾਰ ਦੀਆਂ 2019 ਦੀਆਂ ਬਹੁਜਨ ਸਮਾਜ ਪਾਰਟੀ ਦੀਆਂ ਤੇ ਅਕਾਲੀ ਦਲ ਦੀਆਂ ਵੋਟਾਂ ਆਪਾਂ ਜਮ੍ਹਾਂ ਕਰਕੇ ਦੇਖ ਲਈ ਤਾਂ ਬਾਕੀ ਨੂੰ ਦੁੱਗਣੀਆਂ ਹੋ ਜਾਣੀਆਂ। ਐਤਕੀ ਕੀ ਹੋਇਆ, ਤੀਜੇ ਨੰਬਰ ਤੇ ਆ ਗਿਆ, ਗੱਠਜੋੜ ਤਾਂ ਅਕਾਲੀ ਦਲ ਤੇ ਬਸਪਾ ਦਾ ਹੈਗਾ ਨਾ। ਯਾਨੀ ਲੋਕ ਇੱਦਾਂ ਵੋਟਾਂ ਨਹੀਂ ਪਾਉਂਦੇ। ਅਕਾਲੀ ਦਲ ਨੂੰ ਮਹਿਸੂਸ ਹੋ ਗਿਆ ਕਿ ਉਹ ਸੂਤਰ ਆਉਣਾ ਨਹੀਂ, ਬੀਬੀ ਬਾਦਲ ਨੇ ਸਟੈਂਡ ਚੰਗਾ ਲਿਆ, ਪਰ ਉਹਨੂੰ ਲਗਾਤਾਰ ਇੰਪਲੀਮੈਂਟ ਕਰਨਗੇ ਤਾਂ ਚੰਗੇ ਰਹਿਣਗੇ, ਨਹੀਂ ਤਾਂ ਸਿਆਸਤ ਦੇ ਵਿੱਚ ਬਹੁਤ ਸਾਰੇ ਲੋਕ ਗੈਰ ਪ੍ਰਸੰਗਿਕ ਹੋ ਜਾਂਦੇ ਹੁੰਦੇ। ਅੱਜ ਜਿਹੜੇ ਚੰਦਰਬਾਬੂ ਨਾਇਡੂ ਨੇ ਨਾ, ਇਹਨਾਂ ਦੀ ਪਾਰਟੀ ਨਹੀਂ ਸੀ, ਐਨਟੀ ਰਾਮਾ ਰਾਓ ਦੀ ਪਾਰਟੀ ਸੀ। ਐਨਟੀ ਰਾਮਾ ਰਾਓ ਸਾਹਿਬ ਜਿਹੜੇ ਆ, ਉਹਨਾਂ ਨੇ ਪਾਰਟੀ ਬਣਾਈ, 8-9 ਮਹੀਨਿਆਂ ਦੇ ਵਿੱਚ ਆਂਧਰਾ ਦੇ ਮੁੱਖ ਮੰਤਰੀ ਬਣ ਗਿਆ, ਬੱਲੇ ਬੱਲੇ ਹੋ ਗਈ। ਚੰਦਰਬਾਬੂ ਨਾਇਡੂ ਹੋਰਾਂ ਨੇ, ਰਿਸ਼ਤੇਦਾਰੀ ਸੀ ਐਨਟੀ ਰਾਮਾ ਰਾਓ ਇਹਨਾਂ ਦੇ, ਬਹੁਤ ਨੇੜੇ ਦੇ ਰਿਸ਼ਤੇਦਾਰ ਸੀ, ਮੈਂ ਰਿਸ਼ਤਾ ਨਹੀਂ ਦੱਸਣਾ, ਬਗਾਵਤ ਕਰਕੇ ਪਰੇ ਗਏ, ਨਾ ਮੁੜ ਕੇ ਐਨਟੀ ਰਾਮਾ ਰਾਓ ਲੱਭਾ, ਦੁਨੀਆ ਤੋਂ ਚਲੇ ਗਿਆ। ਉਹਦੀ ਘਰ ਵਾਲੀ ਮੁੜ ਕੇ ਵੱਖਰੀ ਪਾਰਟੀ ਬਣਾ ਕੇ ਬੈਠੀ, ਕਿਸੇ ਨੇ ਨਹੀਂ ਪੁੱਛਿਆ। ਯਾਨੀ ਬਹੁਤ ਸਾਰੇ ਲੋਕ ਗੈਰ ਪ੍ਰਸੰਗਿਕ ਹੋ ਜਾਂਦੇ। ਅੱਜ ਉਹਦੀ ਸ਼ਰਦ ਪਵਾਰ ਦੀ ਕੀ ਸਥਿਤੀ ਹੈ ਮਹਾਰਾਸ਼ਟਰ 'ਚ? ਅੱਜ ਉਧਵ ਠਾਕਰੇ ਜਦੋਂ ਬਹੁਤੀਆਂ ਮੱਖੀਆਂ ਮਾਰਦਾ ਫਿਰਦਾ ਹੁੰਦਾ ਬੰਦਾ, ਤੇ ਦੂਜਾ ਉਹਦਾ ਬੰਦਾ ਮੁੱਖ ਮੰਤਰੀ ਬਣਿਆ ਬੈਠਾ। ਨਹੀਂ, ਗੱਲ ਇਹੀ ਆ, ਮਤਲਬ ਹੋ ਸਕਦਾ ਕਿਸੇ ਨੂੰ ਲੱਗੇ ਵੀ ਯਾਰ ਇਹ ਗੱਲ ਜਾਊ ਕਿੱਥੇ, ਮਤਲਬ ਦਾ ਦੇਸੀ ਪੰਜਾਬੀ ਤਰੀਕੇ ਨਾਲ ਇੱਕ ਦਾ ਜਿਹੜਾ ਹੱਲ ਹੋ ਸਕਦਾ, ਜਾਂ ਕਹੋਗੇ ਵੀ ਕਿਸੇ ਹੋਣਾ ਦਾ ਵੀ ਯਾਰ ਇਹ ਸਵਾਲ ਬੜਾ ਟੇਢਾ, ਇਹਦਾ ਜਵਾਬ ਕੀ ਆ ਸਕਦਾ, ਕਿਸੇ ਹੋਣਾ ਦਾ ਵੀ ਇਹਦਾ ਜਵਾਬ ਆ ਹੋ ਸਕਦਾ। ਉਹਦਾ ਜਵਾਬ ਮੈਨੂੰ ਇਹ ਲੱਗਦਾ ਵੀ ਆਪਾਂ ਚਲੋ ਮੰਨਦੇ ਹਾਂ ਵੀ ਅਕਾਲੀ ਦਲ ਵੀ ਨਾ ਹੋਵੇ, ਖੇਤਰੀ ਪਾਰਟੀ ਹੋਵੇ ਪੰਜਾਬ ਦੀ ਜੀ, ਉਹ ਪੰਜਾਬ ਦੀ ਖੇਤਰੀ ਪਾਰਟੀ ਜੇ ਤੇ ਪੰਜਾਬ ਦੇ ਲਈ ਸਟੈਂਡ ਲੈ ਕੇ ਰੱਖੇ ਵੀ ਯਾਰ ਫਲਾਨਾ ਸਾਨੂੰ ਆਹ ਦਿੰਦਾ, ਪਰ ਉਹ ਸਾਨੂੰ ਨਹੀਂ ਦੇ ਰਿਹਾ, ਪੰਜਾਬ ਨੂੰ ਦੇ ਰਿਹਾ, ਅਸੀਂ ਉਹਦੇ ਨਾਲ ਆ, ਸਾਨੂੰ ਕੋਈ ਸੀਟ ਦੇਵੇ, ਟਿਕਟ ਦੇਵੇ, ਅਹੁਦਾ ਦੇਵੇ, ਨਾ ਦੇਵੇ, ਕੋਈ ਲੋੜ ਨਹੀਂ, ਪਰ ਪੰਜਾਬ ਨੂੰ ਦੇਵੇ। ਫਿਰ ਲੋਕ ਉਹਦੇ ਨਾਲ ਨੇ ਵੀ ਨਹੀਂ ਯਾਰ ਇਹਨਾਂ ਨੇ ਲੈ ਕੇ ਦਿੱਤਾ, ਤੇ ਜਦੋਂ ਪੰਜਾਬ ਨੂੰ ਮਿਲ ਪਿਆ, ਕੱਲ੍ਹ ਨੂੰ ਆਪਣੇ ਆਪ ਲਈ ਵੀ ਮੰਗਣਗੇ ਤੇ ਲੋਕ ਨਾਲ ਹੋਣਗੇ ਵੀ ਨਹੀਂ ਯਾਰ ਲਓ। ਪਰ ਜੇ ਉਹ ਸਾਰੀ ਗੱਲਬਾਤ ਹੋਣ ਤੋਂ ਪਹਿਲਾਂ ਵੀ ਪੰਜਾਬ ਨੂੰ ਅਜੇ ਮਿਲੇ ਨਾ ਮਿਲੇ, ਤੇ ਜਿਹੜਾ ਤੁਸੀਂ ਆ ਵਧੀਆ ਸ਼ਬਦ ਦੱਸਿਆ, ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਤਹਿਤ ਬਾਕੀ ਸੀਟਾਂ ਵਾਲਾ ਪ੍ਰੋਗਰਾਮ ਹੋ ਜਾਵੇ, ਤੇ ਫਿਰ ਪੰਜਾਬ ਥੋੜਾ ਜਿਹਾ ਪਿੱਛੇ ਕਰਕੇ ਤਾਂ ਆਖਣ ਵੀ ਸਾਂਝੇ ਪ੍ਰੋਗਰਾਮ ਦੇ ਹਿਸਾਬ ਨਾ ਹੋ ਗਿਆ, ਬਾਕੀ ਆਪਾਂ ਹੁਣ ਗੱਠਜੋੜ ਦੇ ਵਿੱਚ ਰਹਿ ਕੇ ਗੱਲਾਂ ਕਰਾਂਗੇ ਪੰਜਾਬ ਲਈ ਕੀ ਲੈਣਾ, ਉਦੋਂ ਫਿਰ ਲੋਕ ਸਮਝ ਆਉਂਦੇ ਵੀ ਕੋਈ ਨਹੀਂ, ਠੀਕ ਹੈ, ਕੋਈ ਨਹੀਂ, ਹੁਣ ਤੁਸੀਂ ਗੱਠਜੋੜ ਦੇ ਨਾਲ ਹੀ ਲਿਓ। ਢੀਂਡਸਾ ਸਾਹਿਬ ਜਾਂਦੇ ਨਹੀਂ ਸੀ, ਮੈਨੂੰ ਨਹੀਂ ਲੱਗਦਾ। ਤੁਹਾਨੂੰ ਯਾਦ ਹੋਣਾ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਕੇਂਦਰ ਦੇ ਵਿੱਚ ਮਿਨਿਸਟਰ ਬਣੇ ਸੀ, ਉਦੋਂ ਚਰਚਾ ਢੀਂਡਸਾ ਸਾਹਿਬ ਦੀ ਵੀ ਚੱਲਦੀ ਸੀ। ਜਾਣੀ ਉਹ ਹਿਸਾਬ ਕਿਤਾਬ ਲਾਏ ਜਾ ਸਕਦੇ ਹੁੰਦੇ ਆ। ਜਾਣੀ ਬਹੁਤ ਸਾਰੇ ਫੈਸਲੇ ਇੱਦਾਂ ਦੇ ਲਏ ਗਏ ਜਿਹੜੇ ਨਹੀਂ ਸੀ ਲਏ ਜਾਣੇ ਚਾਹੀਦੇ। ਅਕਾਲੀ ਦਲ ਬਚਿਆ ਰਹਿ ਸਕਦਾ ਸੀ, ਅਕਾਲੀ ਦਲ ਇਕਜੁੱਟ ਰਹਿ ਸਕਦਾ ਸੀ। ਪਤਾ ਨਹੀਂ ਬੇਭਰੋਸਗੀ ਇੰਨੀ ਹੋ ਗਈ, ਪਤਾ ਨਹੀਂ ਸਲਾਹਕਾਰ ਮਾੜੇ ਟੱਕਰ ਗਏ, ਪਤਾ ਨਹੀਂ ਕੀ ਹੋਇਆ, ਪਰ ਲੋਕਾਂ ਨੇ ਕਦੇ ਸੋਚਿਆ ਨਹੀਂ ਸੀ, ਨਾ ਵੱਡੇ ਬਾਦਲ ਸਾਹਿਬ ਨੇ ਕਦੇ ਸੋਚਿਆ ਹੋਣਾ ਕਿ ਅਕਾਲੀ ਦਲ ਦੀ ਆਹ ਸਥਿਤੀ ਵੀ ਪੰਜਾਬ 'ਚ ਹੋ ਸਕਦੀ ਹੈ। ਚਲੋ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਾਰੀਆਂ ਪਾਰਟੀਆਂ ਪੰਜਾਬ ਲਈ ਸੋਚਣ, ਸਾਰੀਆਂ ਪਾਰਟੀਆਂ ਵਧੀਆ ਤਰੀਕੇ ਨਾਲ ਸੋਚਣ। ਅੱਜ ਜਿੰਨੇ ਬੀਬੀ ਬਾਦਲ ਨੇ ਮੁੱਦੇ ਚੁੱਕੇ, ਮੈਂ ਫੇਰ ਕਹਿਣਾ, ਭਾਸ਼ਣ ਦਾ ਸਟੀਕ ਸੀ, ਜਿੰਨਾ ਸਮਾਂ ਦਿੱਤਾ ਗਿਆ ਸੀ ਉਹਦੇ ਵਿੱਚ ਉੱਭਰ ਕੇ ਬੋਲਣਾ ਪੈਣਾ ਸੀ। ਮੁੱਦੇ ਉਹਨਾਂ ਨੇ ਲਿਖ ਕੇ ਲਿਆਂਦੇ ਸੀ, ਸੀਕੁਐਂਸ ਦੇ ਵਿੱਚ ਰੱਖੇ ਸੀ, ਦੋਏ ਪਾਰਟੀਆਂ ਦੇ ਬਰਾਬਰ ਉਹਨਾਂ ਨੇ ਕਟਾਕਸ਼ ਕੀਤੇ। ਪਰ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਜਦੋਂ ਪੰਜਾਬ 'ਚ ਵੀ ਅਕਾਲੀ ਭਾਜਪਾ ਦੀ ਸਰਕਾਰ ਸੀ ਤੇ ਕੇਂਦਰ 'ਚ ਵੀ ਉਦੋਂ ਕਰਾਇਆ ਜਾ ਸਕਦਾ ਸੀ। ਉਦੋਂ ਖੁੰਝੇ ਆ, ਉਦੋਂ ਅਕਾਲੀ ਦਲ ਖੁੰਝਿਆ। ਇਸੇ ਤਰੀਕੇ ਚੰਡੀਗੜ੍ਹ ਦਾ ਮੁੱਦਾ, ਚਾਹੇ BBMB ਦਾ ਮੁੱਦਾ, ਚਾਹੇ ਦਰਿਆਈ ਪਾਣੀਆਂ ਦਾ ਮੁੱਦਾ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ, ਕਿਹਨੇ ਕਰਨਾ ਸੀ? ਪਾਰਲੀਮੈਂਟ ਨੇ। ਪਾਰਲੀਮੈਂਟ ਦੇ ਵਿੱਚ ਬਹੁਮਤ ਕਿਹਦਾ ਸੀ? ਅਕਾਲੀ ਭਾਜਪਾ ਦਾ। ਤੁਸੀਂ ਵਿੱਚ ਮਿਨਿਸਟਰ ਸੀ, ਉਦੋਂ ਕਰਾਏ ਜਾ ਸਕਦੇ ਸੀ। ਫਿਰ ਮੰਗਣ ਦੀ ਲੋੜ ਨਹੀਂ ਸੀ ਪੈਣੀ, ਤਾਂ ਨਾ ਲੋਕਾਂ ਨੂੰ ਦੱਸਣ ਦੀ ਲੋੜ ਪੈਣੀ ਸੀ। ਫਿਰ EVM ਮਸ਼ੀਨਾਂ ਦੇ ਵਿੱਚੋਂ ਥੋੜ੍ਹੀਆਂ ਵੋਟਾਂ ਬੋਲਣੀਆਂ ਸੀ। ਜਿਹੜੀ ਗੱਲ ਮੈਂ ਹੁਣੇ ਕਹੀ ਹੈ ਵੀ ਉਹ ਪੰਜਾਬ ਥੋੜਾ ਪਿੱਛੇ ਕਰਕੇ ਤੇ ਸਾਂਝਾ ਪ੍ਰੋਗਰਾਮ ਅੱਗੇ ਕਰ ਲੈਣਾ, ਉਦੋਂ ਹੀ ਗਾਣੇ ਵਿਗੜਦੀ ਹੈ ਨਾ। ਹੁਣ ਵੀ ਇਹ ਗੱਲ ਲਗਭਗ ਉਹੀ ਹੈ, ਪਰ ਹੁਣ ਜੇ ਪੰਜਾਬ ਥੋੜਾ ਜਿਹਾ ਅੱਗੇ ਕਰ ਲਿਆ ਜਾਵੇ, ਬਾਕੀ ਸਾਂਝੇ ਪ੍ਰੋਗਰਾਮ ਜਾਂ ਘੱਟੋ ਘੱਟ ਆਪਣਾ ਪ੍ਰੋਗਰਾਮ ਥੋੜਾ ਪਿੱਛੇ ਰੱਖ ਲਿਆ ਜਾਵੇ, ਤੇ ਲੋਕ ਨਾਲ ਹੋ ਜਾਣਗੇ। ਕੁਛ ਫਰਕ ਨਹੀਂ ਪੈਂਦਾ ਹੁੰਦਾ। 5-7 10 ਸਾਲ ਹੁਣ ਦੇਖੋ, 10 ਸਾਲ ਰਾਜ ਕਰਦਿਆਂ ਵੀ ਤੇ ਲੰਘ ਗਏ ਸੀ, ਤੇ 10 ਸਾਲ ਹੁਣ ਸੱਤਾ ਤੋਂ ਲਾਂਭੇ ਵੀ ਲੰਘ ਜਾਣੇ ਆ। ਗਾਂ ਉਦੋਂ ਤੱਕ ਜੇ ਮੰਨ ਲਓ ਵੀ ਆਪਾਂ ਦੁਬਾਰਾ ਉਹ ਪਿਛਲੀਆਂ ਚੀਜ਼ਾਂ ਨੂੰ ਸੁਧਾਰ ਕੇ ਤੁਰ ਪਵਾਂਗੇ, ਤੇ ਕੁਛ ਪਤਾ ਨਹੀਂ ਹੁੰਦਾ ਲੋਕ ਕਦੋਂ ਦੁਬਾਰਾ ਕੁਰਸੀਆਂ ਨਾਲ ਨਵਾਜ ਦੇਣ, ਕੀ ਫਰਕ ਪੈਂਦਾ। ਗੱਲ ਤੁਹਾਡੀ ਠੀਕ ਹੈ, ਪਰ ਉਹਦੇ ਵਿੱਚ ਨਾ ਇੱਕ ਫਰਕ ਹੈ ਸੰਧਾਲੀਆ ਸਾਹਿਬ। ਮੈਂ ਨਹੀਂ ਕਹਿੰਦਾ ਉਹ ਫਰਕ ਪਰੇ ਉਰੇ ਹੋਵੇ। ਕਦੇ ਕਾਂਗਰਸ ਪਾਰਟੀ ਦੇ ਵਿੱਚ ਬੀਬੀ ਭੱਠਲ, ਹਰਚਰਨ ਸਿੰਘ ਬਰਾੜ ਹੋਰੀ ਮੁੱਖ ਮੰਤਰੀਆਂ ਦੇ ਰੂਪ ਦੇ ਵਿੱਚ ਰਹੇ, ਇੱਧਰ ਉਦੋਂ ਬਾਦਲ ਸਾਹਿਬ ਸਨ। ਉਹਦੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਆ ਗਏ, ਇੱਧਰ ਬਾਦਲ ਸਾਹਿਬ ਸਨ। ਉਹਦੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਬਾਜਵਾ ਸਾਹਿਬ ਦੀ ਵੀ ਤੂਤੀ ਬੋਲੀ, ਬਾਕੀਆਂ ਦੀ ਬੋਲੀ। ਆਮ ਆਦਮੀ ਪਾਰਟੀ ਦੇ ਵਿੱਚ ਵੀ ਕਈ ਬੰਦੇ ਆ ਗਏ, ਉੱਧਰ ਬਾਦਲ ਸਾਹਿਬ ਸਨ।
ਹੁਣ ਇੱਧਰ ਕਾਂਗਰਸ ਦੀ ਫਿਰ ਸਰਕਾਰ ਬਣੀ, ਕੈਪਟਨ ਸਾਹਿਬ ਚਲੇ ਗਏ, ਚੰਨੀ ਸਾਹਿਬ ਆ ਗਿਆ, ਪਰ ਉਧਰ ਬਾਦਲ ਸਾਹਿਬ ਹੀ ਸਨ। ਫਿਰ ਇੱਧਰਲੇ ਪਾਸੇ ਚੰਨੀ ਸਾਹਿਬ ਚਲੇ ਗਏ, ਫਿਰ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਆ ਗਏ, ਇੱਧਰ ਬਾਦਲ ਸਾਹਿਬ। ਜਾਣੀ ਕਿਤੇ ਨਾ ਕਿਤੇ ਹੁਣ ਬਾਕੀ ਪਾਰਟੀਆਂ 'ਚ ਵੀ ਆਪਾਂ ਦੇਖ ਲਈਏ, ਬੀਜੇਪੀ ਦੇ ਵਿੱਚ ਵੀ ਕਦੇ ਅਸ਼ਵਨੀ ਸ਼ਰਮਾ ਸਾਹਿਬ, ਕਦੇ ਕਿਸੇ ਹੋਰ ਦੀ ਵਾਰੀ ਆ ਗਈ, ਅੱਜ ਤਾਂ ਜਾਖੜ ਸਾਹਿਬ ਹੀ ਆ ਗਏ। ਭਾਜਪਾ ਦੇ ਵਿੱਚ ਵੀ ਤਬਦੀਲੀਆਂ ਹੋਈਆਂ, ਬਸਪਾ ਦੇ ਵਿੱਚ ਕਿੰਨੀਆਂ ਤਬਦੀਲੀਆਂ, ਕਦੇ ਕਰੀਮਪੁਰੀ ਸਾਹਿਬ, ਅੱਜ ਜਸਵੀਰ ਸਿੰਘ ਗੜੀ ਹੋਰੀ ਨੇ, ਪਰ ਉਧਰਲੇ ਪਾਸੇ ਬਾਦਲ ਸਾਹਿਬ ਹੀ ਨੇ। ਰਹਿਣ ਬਾਦਲ ਪਰਿਵਾਰ ਰਹੇ, ਅਸੀਂ ਨਹੀਂ ਕਹਿੰਦੇ ਕਿ ਰਾਜਨੀਤੀ ਦੇ ਵਿੱਚ ਉਹ ਗੈਰ ਪ੍ਰਸੰਗਿਕ ਹੋ ਜਾਣ, ਪਰ ਪਾਰਟੀ ਕਿਉਂਕਿ ਲੋਕਾਂ ਦੀ ਪਾਰਟੀ ਸੀ, ਉਹਦੇ ਵਿੱਚ ਬਾਕੀਆਂ ਨੂੰ ਬਣਦਾ ਥਾਂ ਜਿੱਦਾਂ ਜਿੰਨਾ ਬਣਦਾ ਦੇਈ ਜਾਓ ਬਸ। ਅੱਛਾ, ਅਗਲੀ ਗੱਲ ਆਪਾਂ ਹੁਣ ਤੁਸੀਂ ਜੇ ਪਾਰਲੀਮੈਂਟ ਦੀ ਛੇੜ ਹੀ ਲਈ ਆ ਤੇ ਰਾਹੁਲ ਗਾਂਧੀ ਹੋਰਾਂ ਦੀ ਵੀ ਆਪਾਂ ਕਰ ਹੀ ਲਈਏ, ਕਿਉਂਕਿ ਰਾਹੁਲ ਗਾਂਧੀ ਸਾਹਿਬ ਫਾਈਨਲੀ ਪਹੁੰਚੇ ਉੱਥੇ। ਹੁਣ ਤੁਸੀਂ ਦੇਖੋ ਵੀ ਉਹਨਾਂ ਦੀ ਸਜ਼ਾ ਦਾ ਕਰਕੇ ਪਹਿਲਾਂ ਕੁਰਸੀ ਖੁੱਸ ਗਈ ਸੀ, ਫਿਰ ਬੰਗਲਾ ਖੁੱਸ ਗਿਆ ਸੀ, ਹੁਣ ਉਹੀ ਬੰਗਲਾ ਵਾਪਸ ਦੇ ਦਿੱਤਾ, ਉਹੀ ਕੁਰਸੀ ਵਾਪਸ ਮਿਲ ਗਈ। कांग्रेस पार्टी वाले बड़े खुश भी लै भी राहुल बाबा आ गए हैं, अब तो छा गए हैं। पर राहुल बाबा मैनूं लगदा भी चलो बाकी गल्लां तां जिहड़ियां कीतीਆਂ ਮੈਨੂੰ ਕਦੇ ਉਹਨਾਂ ਦਾ ਸੁਭਾਅ ਤੁਹਾਡੇ ਵਰਗਾ ਲੱਗਦਾ ਨਹੀਂ, ਮੈਂ ਇਹੋ ਜਿਹੀਆਂ ਗੱਲਾਂ ਤਾਂ ਨਹੀਂ ਕਰਦਾ। ਆ ਜਿਹੜੀ ਗੱਲ ਐਂਡ ਤੇ ਕੀਤੀ ਉਹਨਾਂ ਨੇ ਹੈ ਨਾ ਵੀ ਚਲੋ ਵੈਸੇ ਬੰਦਾ ਇੱਧਰ ਉੱਧਰ ਰੌਣਕ ਮੇਲਾ ਆਪਣਾ ਕਰੀ ਜਾਵੇ, ਪਰ ਜਿੱਦਾਂ ਹੁਣ ਵੀ ਭਲਿਆ ਲੋਕਾਂ ਇੰਨਾ ਟੌਰ ਬਣਿਆ, ਸਾਰਾ ਕੁਝ ਹੋਇਆ, ਭਾਸ਼ਣ ਵੀ ਸਾਰਾ ਕੁਝ ਵਧੀਆ ਹੋ ਗਿਆ, ਨਿਬੜ ਗਿਆ, ਵੀ ਐਂਡ ਤੇ ਜਾ ਕੇ ਫਲਾਈਂਗ ਕਿਸਾਂ ਕਰਨ ਦੀ ਲੋੜ ਕੀ ਸੀ? ਵੈਸੇ ਸੋਚਣ ਵਾਲੀ ਗੱਲ ਹੈ। ਦੇਖੋ ਸੰਧਾਲੀਆ ਸਾਹਿਬ, ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਹਾਂ, ਤਾਂ ਸਾਡੇ ਤਾਂ ਡਾਂਗ ਫਿਰਦੀ ਹੁੰਦੀ ਆ, ਜਾਣੀ ਪਿੰਡਾਂ ਦੇ ਵਿੱਚ ਕੋਈ ਇਦਾਂ ਦੇ ਹੈਗੇ ਕਰੇ ਇਹ ਤੁਸੀਂ ਚਲੋ ਇਹਨੂੰ ਹੋਰ ਬੜਾ ਸੋਫਿਸਟੀਕੇਟਡ ਸ਼ਬਦ ਪੰਜਾਬੀ ਦੇ ਵਿੱਚ ਮੈਂ ਕਿਹਾ ਯਾਰ ਕਿਸੇ ਪੰਜਾਬੀ ਅਖਬਾਰ ਨੇ ਵੀ ਸ਼ਾਇਦ ਇਹਦੇ ਕੋਈ ਪੰਜਾਬੀ ਕਰਨ ਲਿਖਿਆ, ਮੈਨੂੰ ਪੰਜਾਬੀ 'ਚ ਕੀ ਕਹਿੰਦੇ ਆ, ਉਹ ਵੀ ਉਹਨਾਂ ਨੂੰ ਵੀ ਵਿਚਾਰਿਆਂ ਨੇ ਇਨਵਰਟਡ ਕੌਮਿਆਂ ਦੇ ਵਿੱਚ ਇਹੀ ਸ਼ਬਦ ਲਿਖਦਾ। ਚਲੋ ਹੈ ਨਾ, ਇੱਕ ਗੱਲ ਤਾਂ ਸੰਧਾਲੀਆ ਸਾਹਿਬ ਹੈਗੀ ਹੈ, ਜਦੋਂ ਪਿਛਲੀ ਰਾਹੁਲ ਗਾਂਧੀ ਸਾਹਿਬ ਨਾ ਬਹੁਤ ਚੇਂਜ ਹੋਏ ਆ, ਬੜੀ ਤਬਦੀਲੀ ਰਾਹੁਲ ਗਾਂਧੀ ਦੇ ਵਿੱਚ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਐਸ ਹਰਕਤ ਤੋਂ ਬਾਅਦ ਤੇ ਲੱਗੀ ਨਹੀਂ। ਚਲੋ ਮੈਂ ਕਹਿੰਦਾ ਇਹ ਉਹ ਹੁੰਦਾ ਵੀ ਮੂਲ ਧਨ ਜਿਹੜਾ ਕਹਿੰਦਾ 100। ਹੁਣ ਪਿਛਲੀ ਵਾਰੀ ਵੀ ਬੜਾ ਵਧੀਆ ਇੱਕ ਵਾਰੀ ਭਾਸ਼ਣ ਦਿੱਤਾ ਮੋਦੀ ਸਾਹਿਬ ਦੇ ਖਿਲਾਫ ਹੀ ਸਾਰਾ, ਤਾਂ ਮੁੜ ਕੇ ਮੋਦੀ ਸਾਹਿਬ ਨੂੰ ਜੱਫੀ ਪਾ ਲਈ, ਫਿਰ ਪਾਰਲੀਮੈਂਟ ਦੇ ਵਿੱਚ ਬੈਠ ਕੇ ਮਾੜਿਆ ਆਹੋ, ਤੇ ਉਹਦੇ ਤੋਂ ਬਾਅਦ ਹੁਣ ਵੀ 35 ਮਿੰਟ ਬੋਲੇ ਰਾਹੁਲ ਗਾਂਧੀ ਹੋਰੀ ਮਣੀਪੁਰ ਦੇ ਮੁੱਦੇ ਤੇ, ਮਜ਼ਬੂਤੀ ਨਾਲ ਬੋਲੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਤੁਸੀਂ ਉਹਨਾਂ ਦਾ 15 ਸਾਲ ਪੁਰਾਣਾ ਭਾਸ਼ਣ ਸੁਣੋ ਤੇ 15 ਸਾਲ ਬਾਅਦ ਆਹ 35 ਮਿੰਟ ਦਾ ਭਾਸ਼ਣ ਸੁਣੋ, ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਊਗਾ। ਪਹਿਲਾਂ ਉਹ ਲਿਖਿਆ ਬੋਲਦੇ ਹੁੰਦੇ ਸੀ, ਐਤਕੀ ਉਹ ਮਣੀਪੁਰ ਜਾ ਕੇ ਆਏ ਤੇ ਉੱਥੇ ਜਾ ਕੇ ਆਏ ਤਾਂ ਉਹਦੇ ਆਧਾਰ ਦੇ ਉੱਤੇ ਬੋਲੇ, ਉਹਨਾਂ ਦੇ ਕੋਲੇ ਐਕਸਪੀਰੀਅੰਸ ਸੀ, ਤਜਰਬਾ ਸੀ ਕਿ ਉੱਥੇ ਹਾਲਾਤ ਕੀ ਨੇ। ਪਰ ਜਦੋਂ ਚੱਲੇ ਆ ਤਾਂ ਜਾ ਕੇ ਤੁਰੇ ਜਾਂਦੇ ਸੀ, ਕੁਝ ਫਾਈਲਾਂ ਡਿੱਗ ਪਈਆਂ ਪਾਰਲੀਮੈਂਟ ਦੇ ਅੰਦਰ ਹੀ ਸੀ, ਫਾਈਲਾਂ ਚੁੱਕਣ ਲੱਗੇ ਤਾਂ ਕੋਈ ਸੱਤਾਧਾਰੀ ਬੈਂਚ ਵਾਲੇ ਮਾੜਾ ਮੋਟਾ ਹੱਸ-ਹੁੱਸ ਪਏ ਹੋਣਗੇ ਤੇ ਕਹਿੰਦੇ ਆ ਫਾਈਲਾਂ ਚੁੱਕ ਲੱਗੇ ਨੇ, ਮੜ ਜਾ ਐਂ ਕਰਕੇ ਤੇ ਐਂ ਕਰ ਦਿੱਤਾ, ਤੇ ਅਗਲਿਆਂ ਨੇ ਸ਼ਿਕਾਇਤ ਕਰ ਦਿੱਤੀ ਕਿ ਭਾਈ ਪਾਰਲੀਮੈਂਟ ਦੇ ਵਿੱਚ ਬੀਬੀਆਂ ਵੀ ਬੈਠੀਆਂ, ਤੁਸੀਂ ਹਾਂ ਕੀ ਕਰੀ ਜਾਂਦੇ ਆ। ਇਹ ਕੇਸ ਕਿੱਥੇ ਤੱਕ ਜਾਊਗਾ, ਕਿੱਥੇ ਤੱਕ ਨਹੀਂ ਜਾਣਾ। ਅਗਲਿਆਂ ਨੇ ਹੁਣ ਉਹ ਕਹਿੰਦੇ 20-22 ਬੀਬੀਆਂ, ਅਗਲਿਆਂ ਨੇ ਲੈ ਕੇ ਜਾਣਾ, ਅਗਲਿਆਂ 20-22 ਬੀਬੀਆਂ ਨੇ ਇਕੱਠੀਆਂ ਹੋ ਕੇ ਉਹਨਾਂ ਨੇ ਸਪੀਕਰ ਸਾਹਿਬ ਨੂੰ ਬਕਾਇਦਾ ਸ਼ਿਕਾਇਤ ਦੇ ਦਿੱਤੀ ਹੈ ਵੀ ਹਾਂ ਜੀ, ਲਿਖਤੀ ਸ਼ਿਕਾਇਤ ਹੋਈ ਹੈ ਵੀ ਇਹ ਰਾਹੁਲ ਗਾਂਧੀ ਹੋਰਾਂ ਨੇ ਆਹ ਹਰਕਤਾਂ ਕੀਤੀਆਂ ਨੇ ਜੀ। ਹੁਣ ਤੁਸੀਂ ਦੇਖੋ ਵੀ ਜੇ ਸਪੀਕਰ ਸਾਹਿਬ ਤੱਕ ਸ਼ਿਕਾਇਤ ਪਹੁੰਚ ਗਈ ਤੇ ਫਿਰ ਸਪੀਕਰ ਸਾਹਿਬ ਨੇ ਤੇ ਕਮੇਟੀ ਤੱਕ ਗੱਲ ਪਹੁੰਚਾਉਣੀ, ਤੇ ਕਮੇਟੀ ਦੇ ਵਿਚਲੇ ਬੰਦਿਆਂ ਨੇ ਫਿਰ ਮਤਲਬ ਫੈਸਲਾ ਲੈਣਾ। ਮੈਨੂੰ ਨਾ ਸੰਧਾਲੀਆ ਸਾਹਿਬ ਇੱਕ ਗੱਲ ਜਿਹੜੀ ਮੇਰੇ ਮਨ ਦੇ ਵਿੱਚ ਭਾਵਨਾ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇੱਕ ਪਾਸੇ ਦੇਸ਼ ਦੇ ਵਿੱਚ ਇੱਕ ਸੂਬਾ ਜਲ ਰਿਹਾ ਹੋਵੇ ਤੇ ਦੂਸਰੇ ਪਾਸੇ 2 ਦਿਨਾਂ ਦੇ ਵਿੱਚ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇੱਕ ਰਾਘਵ ਚੱਡਾ ਸਾਹਿਬ ਵਾਲਾ ਮੁੱਦਾ ਉੱਠਿਆ ਕਿ ਭਾਈ ਦਸਤਖਤ ਕੀਤੇ ਨਹੀਂ ਕੀਤੇ ਜਾਂ ਕਿਹਨੇ ਕੀਤੇ, ਦੂਸਰੇ ਦਿਨ ਆ ਰਾਹੁਲ ਗਾਂਧੀ ਸਾਹਿਬ ਵਾਲਾ ਮੁੱਦਾ ਉੱਠਿਆ। ਇਹ 2 ਮੁੱਦੇ ਬਹੁਤ ਦੂਰ ਤੱਕ ਨਹੀਂ ਜਾਣੇ ਚਾਹੀਦੇ, ਇਹਨਾਂ ਦੀ ਜਾਂਚ ਹੋਵੇ, ਅੰਦਰ ਖਾਤੇ ਹੋਵੇ, ਖਬਰਾਂ ਚਲਾਉਣ, ਖਬਰਾਂ ਦੇ ਵਿੱਚ ਮਣੀਪੁਰ ਰਹਿਣਾ ਚਾਹੀਦਾ, ਖਬਰਾਂ ਦੇ ਵਿੱਚ ਹਰਿਆਣੇ ਦਾ ਨੂੰ ਰਹਿਣਾ ਚਾਹੀਦਾ। ਤੁਸੀਂ ਅੰਦਾਜ਼ਾ ਲਾਓ ਕਿ ਅੱਜ ਮਣੀਪੁਰ ਦੇ ਵਿੱਚ 2 ਧਿਰਾਂ ਇੱਕ ਦੂਸਰੇ ਨੂੰ ਦੇਖ ਕੇ ਰਾਜ਼ੀ ਨਹੀਂ, ਉਹ ਇੱਕ ਦੂਸਰੇ ਨੂੰ ਦੇਖ ਕੇ ਗੋਲੀ ਮਾਰਨ ਨੂੰ ਰਾਜ਼ੀ ਨੇ, ਸਿਰ ਪਾੜਨ ਨੂੰ ਰਾਜ਼ੀ ਹੈ। ਉਹਨਾਂ ਦੇ ਪਿੰਡ ਵੱਖਰੇ ਹੋ ਗਏ, ਉਹਨਾਂ ਦੇ ਮੁਹੱਲੇ ਵੱਖਰੇ ਹੋ ਗਏ, ਉਹਨਾਂ ਦੇ ਇਲਾਕੇ ਵੱਖਰੇ ਹੋ ਗਏ। ਜੇ ਇੱਕ ਧਿਰ ਦਾ, ਇੱਕ ਭਾਈਚਾਰੇ ਦਾ ਬੰਦਾ ਦੂਸਰੇ ਭਾਈਚਾਰੇ ਦੇ ਇਲਾਕੇ ਚਲੇ ਜਾਏ, ਉਹਦੇ ਜਿਉਂਦਾ ਵਾਪਸ ਆਉਣ ਦੀ ਆਸ ਕੋਈ ਨਹੀਂ। ਇਹ ਕਿੱਥੇ ਹੋ ਗਿਆ? ਇਹ 2023 ਦੇ ਵਿੱਚ ਇਹ ਭਾਰਤ ਦੇ ਇੱਕ ਸੂਬੇ 'ਚ ਹੋ ਗਿਆ। ਉਹਨਾਂ ਲੋਕਾਂ ਦੇ ਕੋਲੇ ਇਹ ਸਾਰਾ ਕੁਝ ਕਿੱਦਾਂ ਪਹੁੰਚਾ? ਬਹੁਤ ਸਾਰੀਆਂ ਸਕੀਮਾਂ ਬਣਦੀਆਂ ਹੁੰਦੀਆਂ ਸੰਧਾਲੀਆ ਸਾਹਿਬ ਦਿੱਲੀ 'ਚ, ਲੋਕ ਭਲਾਈ ਸਕੀਮਾਂ ਦੀ ਗੱਲ ਕਰਦਾ, ਤੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਸਕੀਮ ਹੈ, ਉਹ ਕਿੱਥੋਂ ਫਾਰਮ ਭਰਨਾ ਹੈ, ਕੀ ਕਰਨਾ। ਜਿਨ੍ਹਾਂ ਲੋਕਾਂ ਨੂੰ ਆਪਣੀ ਭਲਾਈ ਲਈ ਬਣਾਈਆਂ ਸਕੀਮਾਂ ਨਹੀਂ ਪਤਾ ਲੱਗਦੀਆਂ, ਉਹਨਾਂ ਲੋਕਾਂ ਦੇ ਕੋਲੇ ਇਹ ਨਫ਼ਰਤ ਦੀਆਂ ਸਕੀਮਾਂ ਕੌਣ ਪਹੁੰਚਾ ਦਿੰਦਾ? ਜਾਣੀ ਕੁਛ ਤਾਂ ਹੈ, ਕੋਈ ਨਾ ਕੋਈ ਤਾਕਤ ਹੈ ਸੰਧਾਲੀਆ ਸਾਹਿਬ, ਜਿਹੜੀ ਕਿ ਦੇਸ਼ ਦੇ ਲੋਕਾਂ ਨੂੰ ਵੰਡ ਕੇ ਆਪਣਾ ਉੱਲੂ ਸਿੱਧਾ ਕਰਦੀ ਹੈ। ਮੈਂ ਫਿਰ ਬੇਨਤੀ ਕਰਦਾ, ਜੋ ਕੁਝ ਆ 2 ਸੂਬਿਆਂ 'ਚ ਹੋਇਆ, ਹਰਿਆਣੇ 'ਚ ਵੀ ਤੇ ਮਣੀਪੁਰ ਦੇ ਵਿੱਚ ਵੀ, ਮੈਂ ਨਹੀਂ ਕਹਿੰਦਾ ਕਸੂਰ ਕਿਹਦਾ, ਪਾਰਲੀਮੈਂਟ ਦੇ ਵਿੱਚ ਚਰਚਾ ਹੋ ਰਹੀ ਹੈ, ਠੀਕ ਹੈ, ਇਹ ਮੁੱਦਾ ਗੰਭੀਰਤਾ ਨਾਲ ਲੈਣਾ। ਮੈਂ ਉੱਪਰਲੇ ਪਾਸੇ, ਕਿਉਂਕਿ ਉਧਰ ਬਰਮਾ ਨਾਲ ਲੱਗਦਾ ਨਾ ਮਿਆਂਮਾਰ ਤੋਂ, ਉਧਰ
ਉੱਪਰਲੇ ਪਾਸੇ ਚੀਨ ਹੈ, ਥੱਲੜੇ ਪਾਸੇ ਥਾਈਲੈਂਡ ਹੈ। ਚੀਨ ਦੇ ਥਾਈਲੈਂਡ ਨਾਲ ਬੜੇ ਵਧੀਆ ਸੰਬੰਧ ਹੈ, ਬਹੁਤ ਕੁਝ ਉੱਥੇ ਆਉਂਦਾ ਹੈ। ਆਪਾਂ ਸਕੂਟਰਾਂ ਦੀ ਗੱਲ, ਮੋਟਰਸਾਈਕਲਾਂ ਦੀ ਕੀਤੀ ਸੀ ਕਿ 30-35 ਹਜ਼ਾਰ ਦਾ ਮੋਟਰਸਾਈਕਲ ਚੀਨ ਤੋਂ ਉਹਦੇ ਪਾਰਟਸ ਜਿਹੜੇ ਆ ਥਾਈਲੈਂਡ ਜਾਂਦੇ ਆ, ਥਾਈਲੈਂਡ ਤੋਂ ਬਰਮਾ ਸਮਗਲ ਹੁੰਦੇ ਆ, ਬਰਮਾ ਤੋਂ ਆਪਣੇ ਮਣੀਪੁਰ ਆਉਂਦੇ ਆ, ਉੱਥੇ ਅਸੈਂਬਲ ਹੁੰਦੇ ਆ ਤੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਬਿਨਾਂ ਨੰਬਰ ਵਾਲਿਆਂ ਦੀ। ਉਹ ਚੀਨ ਜਿਹੜਾ, ਅਸੀਂ ਕਿੱਥੇ ਖਲੋਤੇ ਆ, ਚੀਨ ਕਿੱਥੇ ਖਲੋਤਾ? ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ, ਸਾਨੂੰ ਮਜ਼ਬੂਤ ਹੋਣਾ ਪਊਗਾ। ਜਿਹੜਾ ਕੋਲੰਬੋ ਸ਼ਹਿਰ ਹੈ, ਰਾਜਧਾਨੀ ਹੈ ਸ਼੍ਰੀਲੰਕਾ ਦੀ, ਸੰਧਾਲੀਆ ਸਾਹਿਬ, ਉਸ ਕੋਲੰਬੋ ਸ਼ਹਿਰ ਦੇ ਵਿੱਚ ਤਕਰੀਬਨ 750 ਏਕੜ ਸਮੁੰਦਰ ਮਿੱਟੀ ਪਾ ਕੇ ਪੂਰ ਦਿੱਤਾ ਸ਼੍ਰੀਲੰਕਾ ਨੇ। 750 ਏਕੜ, 665 ਏਕੜ ਦੇ ਕਰੀਬ ਮਿੱਟੀ ਪਾਤੀ, ਸਮੁੰਦਰ ਗਾਂਹ ਤੋਰ ਦਿੱਤਾ। ਤੇ ਉੱਥੇ ਬਹੁਤੇ ਚਾਈਨਾ ਦੇ ਝੰਡੇ ਲੱਗੇ ਆ, ਥੋੜੇ ਜਿਹੇ ਸ਼੍ਰੀਲੰਕਾ ਦੇ ਵੀ ਲੱਗੇ ਆ। ਸਾਨੂੰ ਕੋਈ ਇਤਰਾਜ਼ ਨਹੀਂ, ਸ਼੍ਰੀਲੰਕਾ ਕੀ ਕਰਦਾ, ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਦੇਸ਼ ਹੈ ਭਾਈ, ਉਹਦੀ ਆਜ਼ਾਦ ਪ੍ਰਭੂ ਸੱਤਾ ਉੱਥੇ ਦੀ। ਪਰ ਚੀਨ ਕੀ ਕਰ ਰਿਹਾ ਹੈ? ਜਿਹੜਾ ਸਾਡੇ ਸਿਰ ਤੇ ਬੈਠਾ ਤੀਜੇ ਦਿਨ ਦਬਕੇ ਮਾਰਦਾ, ਸਾਡੀ ਸਰਹੱਦ ਦਾ ਮੁੱਦਾ ਉਹਦੇ ਨਾਲ ਤੈਅ ਨਹੀਂ ਹੁੰਦਾ। ਉਹ 665 ਏਕੜ ਉਹ ਨਵਾਂ ਸ਼ਹਿਰ ਵਸਾ ਰਿਹਾ, ਪੋਰਟ ਆਫ ਕੋਲੰਬੋ ਨੂੰ ਕਹਿੰਦੇ ਆ। ਤੇ ਉੱਥੇ ਕੋਈ ਵੀ ਪੱਤਰਕਾਰ ਨਹੀਂ ਜਾ ਸਕਦਾ। ਉੱਥੇ ਜੇ ਕਿਸੇ ਸ਼੍ਰੀਲੰਕਾ ਦੇ ਬੰਦੇ ਨੇ ਵੀ ਜਾਣਾ, ਸਪੈਸ਼ਲ ਪਰਮਿਸ਼ਨ ਲੈ ਕੇ ਜਾਣਾ। ਤੇ ਪ੍ਰੈਜ਼ੀਡੈਂਟ ਆਫ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੇ ਘਰ ਦੇ ਮੂਹਰੇ ਰਾਹ ਜਾਂਦਾ ਉਹਨੂੰ। ਤੇ ਲੀਜ਼ ਕੀ ਹੈ? ਕਿਉਂਕਿ ਉੱਥੇ ਅਰਬਾਂ ਡਾਲਰ ਲੱਗਣੇ ਅਮਰੀਕਾ ਦੇ, ਲਾਉਣੇ ਚੀਨ ਨੇ ਆ। 1 ਰੁਪਈਆ ਵੀ ਸ਼੍ਰੀਲੰਕਾ ਨੇ ਨਹੀਂ ਲਾਉਣਾ। ਜਦੋਂ ਦੀ ਸ਼੍ਰੀਲੰਕਾ ਦੇ ਵਿੱਚ ਮੰਦੀ ਆਈ ਹੈ, ਉਦੋਂ ਦਾ ਸ਼੍ਰੀਲੰਕਾ 'ਚ ਸਾਰੇ ਪ੍ਰੋਜੈਕਟ ਬੰਦ ਪਏ, ਪਰ ਉਹ ਚੱਲਦਾ। ਹੁਣ ਉਹਦੇ ਵਿੱਚ ਪ੍ਰੋਜੈਕਟ ਦੇ ਵਿੱਚ ਇਹ ਹੈ ਕਿ ਜਿੱਦਣ ਪ੍ਰੋਜੈਕਟ ਮੁਕੰਮਲ ਹੋ ਗਿਆ, ਉਹਦਾ 45% 99 ਸਾਲ ਦੇ ਲਈ ਚੀਨ ਦੇ ਕੋਲ ਲੀਜ਼ ਤੇ ਹੋਏਗਾ। ਉੱਥੇ ਸ਼੍ਰੀਲੰਕਾ ਦੀ ਪੁਲਿਸ ਵੀ ਨਹੀਂ ਵੜ ਸਕਦੀ, ਫੌਜ ਵੀ ਨਹੀਂ ਵੜ ਸਕਦੀ। ਉੱਥੇ ਹੁਕਮ ਜਿਹੜੇ ਉਹ ਚੀਨ ਦੇ ਚੱਲਣੇ ਆ। ਤੁਹਾਨੂੰ ਯਾਦ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਜੰਗੀ ਜਹਾਜ਼ ਜਿਹਾ, ਜਸੂਸੀ ਜੰਗੀ ਜਹਾਜ਼, ਉਹ ਚੀਨ ਵਾਲਾ ਸਮੁੰਦਰ ਦੇ ਵਿੱਚ ਤੁਰਦਾ ਤੁਰਦਾ ਸ਼੍ਰੀਲੰਕਾ ਹੋਣਾ ਸੀ। ਭਾਰਤ ਨੇ ਇਤਰਾਜ਼ ਕੀਤਾ ਸੀ। ਕਿਉਂ? ਕਿਉਂਕਿ ਉਹ ਕੋਲੰਬੋ ਜਿੱਥੇ ਆ ਕੇ ਉਹਨੇ ਖੜਨਾ ਸੀ, ਉੱਥੋਂ ਭਾਰਤ ਦਾ ਸਭ ਤੋਂ ਨੇੜਲਾ ਧਰਤੀ ਦਾ ਇਲਾਕਾ 300 ਕਿਲੋਮੀਟਰ ਹੀ ਦੂਰ ਹੈ। ਤੇ ਉਹ ਕਹਿੰਦੇ ਸੀ ਜੀ ਉਹਦੀ ਤਾਂ ਮਾਰ ਹੀ 1000 ਕਿਲੋਮੀਟਰ ਤੋਂ ਉੱਪਰ ਹੈ। ਫਿਰ ਉਹ 700 ਕਿਲੋਮੀਟਰ ਦਾ ਜਿਹੜਾ ਭਾਰਤ ਦਾ ਇਲਾਕਾ ਸ਼੍ਰੀਲੰਕਾ ਵਾਲੇ ਪਾਸਿਓਂ, ਉਸ ਚੀਨ ਦੇ ਸ਼੍ਰੀਲੰਕਾ ਦੇ ਜਸੂਸੀ ਜੰਗੀ ਜਹਾਜ਼ ਜਿਹੜਾ ਸ਼੍ਰੀਲੰਕਾ ਦੀ ਬੰਦਰਗਾਹ ਤੇ ਆ ਕੇ ਖੜਿਆ, ਫਿਰ ਉਹਦੀ ਮਾਰ ਦੇ ਹੇਠ ਆਉਂਦਾ ਸੀ। ਉੱਥੋਂ ਚੀਨ ਨੂੰ ਸਭ ਕੁਝ ਪਤਾ ਲੱਗਣਾ ਸੀ ਕਿ ਸਾਡੇ ਕਿੱਥੇ ਫੌਜੀ ਨੇ, ਕਿੱਥੇ ਸਾਡੀਆਂ ਮਿਜ਼ਾਈਲਾਂ ਨੇ, ਕਿੱਥੇ ਸਾਡਾ ਕੀ ਹੈ। ਤੇ ਹੁਣ ਜਦੋਂ ਆ ਇੱਕ ਸ਼ਹਿਰ ਦਾ ਸ਼ਹਿਰ ਉਹ ਸਮੁੰਦਰ ਪੂਰ ਕੇ, ਕੋਈ ਸ਼੍ਰੀਲੰਕਾ ਦਾ ਇਹ ਥੋੜ੍ਹਾ ਬੰਦਾ ਕਹਿ ਸਕਦਾ ਜੀ ਸਾਡੀ ਧਰਤੀ ਤੇ ਆ ਗਿਆ, ਉਹ ਕਹਿੰਦੇ ਮੈਂ ਤਾਂ ਨਵਾਂ ਬਣਾਇਆ। ਤੇ ਹੋਰ ਦੇਖੋ, ਜਾਣੀ ਸ਼੍ਰੀਲੰਕਾ ਦੇ ਰਾਜਨੀਤਿਕ ਲੀਡਰ ਇੰਨੇ ਧੋਖੇਬਾਜ਼ ਨੇ ਆਪਣੇ ਦੇਸ਼ ਦੇ ਲੋਕਾਂ ਦੇ ਨਾਲ। ਸੰਧਾਲੀਆ ਸਾਹਿਬ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚੋਂ ਪਾਸ ਕਰਾਇਆ, ਪਾਰਲੀਮੈਂਟ ਦੇ ਵਿੱਚੋਂ, ਕਿ ਕੱਲ੍ਹ ਨੂੰ ਕੋਈ ਬੰਦਾ ਐ ਧੂਤ ਨਾ ਕਰ ਸਕੇ। ਚੀਨ ਵਾਲਿਆਂ ਨੇ ਪ੍ਰੈਸ਼ਰ ਪਾਇਆ ਉਹਨਾਂ ਕਿ ਪੈਸੇ ਲਾਉਣੇ ਆ, ਤੁਸੀਂ ਦੱਸੋ ਤੁਹਾਡੀ ਜੇਬ 'ਚ ਕਿੰਨੇ ਪਾਈਏ, ਪਾਰਲੀਮੈਂਟ 'ਚੋਂ ਪਾਸ ਕਰਾਓ। 19 ਪਟੀਸ਼ਨਾਂ, ਇਹ 2 ਸਾਲ ਪੁਰਾਣੀ ਗੱਲ ਹੈ। ਇਹਦੇ ਖਿਲਾਫ ਸ਼੍ਰੀਲੰਕਾ ਦੀ ਸੁਪਰੀਮ ਕੋਰਟ ਦੇ ਵਿੱਚ ਗਈਆਂ ਕਿ ਸ਼੍ਰੀਲੰਕਾ ਨੂੰ ਕਿਉਂ ਹੱਥ ਵੱਢ ਕੇ ਦੇਈ ਜਾਂਦੇ ਚੀਨ ਵਾਲਿਆਂ ਨੂੰ, ਕਿਉਂ ਨਵਾਂ ਇੱਕ ਸ਼ਹਿਰ ਵਸਾਉਣ ਨੂੰ, ਕਿਉਂਕਿ ਫੌਜੀ ਸਭ ਕੁਝ ਲਿਆਉਣਾ ਉਹਨੇ। 19 ਦੀਆਂ 19 ਪਟੀਸ਼ਨਾਂ ਸੁਪਰੀਮ ਕੋਰਟ ਸ਼੍ਰੀਲੰਕਾ ਨੇ ਇੱਕੋ ਦਿਨ 'ਚ ਰੱਦ ਕਰ ਦਿੱਤੀਆਂ। ਹੁਣ ਜਿਹੜਾ ਬੰਦਾ, ਜਿਹੜਾ ਸਾਡੇ ਸਿਰ ਤੇ ਬੈਠਾ, ਉਹ ਸਾਡੇ ਪੈਰਾਂ ਵਾਲੇ ਪਾਸੇ ਆ ਕੇ ਵੀ ਸਾਡੇ ਗੁਆਂਢੀ ਮੁਲਕ ਦੇ ਵਿੱਚ ਇੱਕ ਸ਼ਹਿਰ ਵਸਾਉਣ ਡਿਆ, ਤੇ ਸਾਡੇ ਦੇਸ਼ ਦੇ ਅੰਦਰ ਕੋਈ ਐਸੀ ਤਾਕਤ ਹੋਵੇ ਜਿਹੜੀ ਸਾਡੇ ਲੋਕਾਂ ਨੂੰ 2 ਧੜਿਆਂ 'ਚ ਵੰਡੀ ਜਾਂਦੀ ਹੈ। ਸੰਧਾਲੀਆ ਸਾਹਿਬ, ਅੱਜ ਉੱਥੇ ਫੌਜ ਦਾ ਵਿਰੋਧ ਹੋਣ ਡਿਆ, ਅੱਜ ਉੱਥੇ ਪੁਲਿਸ ਦਾ ਵਿਰੋਧ ਹੋਣ ਡਿਆ, ਉੱਥੇ ਜਾਣ ਦੇ ਲਈ ਫੌਜ ਨੂੰ ਏਅਰਲਿਫਟ ਕਰਨਾ ਪੈ ਰਿਹਾ। ਇਹ ਸਾਰੇ ਹਾਲਾਤ ਜਦੋਂ ਦੁਸ਼ਮਣ ਸਾਡੇ ਆਲੇ ਦੁਆਲੇ ਬੈਠਾ, ਸਾਡੇ ਦੇਸ਼ ਦੇ ਲਈ ਪੂਰਾ ਚੰਗੇ ਨਹੀਂ। ਪਾਰਲੀਮੈਂਟ ਦੇ ਵਿੱਚ ਇਹਦੇ ਤੇ ਬੜੀ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ। ਸਾਡੀ ਸੱਤਾਧਾਰੀ ਧਿਰ, ਸਾਡੀ ਵਿਰੋਧੀ ਧਿਰ ਵੋਟਾਂ ਨਾ ਦੇਖੇ, ਵੋਟਾਂ ਦੀਆਂ ਰੋਟੀਆਂ ਨਾ ਦੇਖੇ, ਅਸਲੇ ਦੇਸ਼ ਦੇਖੇ। ਔਰ ਮੈਨੂੰ ਲੱਗਦਾ ਵੀ ਇਹ ਸਾਰੇ ਕੁਛ ਚੋਂ ਇੱਕ ਗੱਲ ਤੇ ਆਪਾਂ ਦੇਖੀਏ ਨਾ, ਹੁਣ ਤੁਸੀਂ ਸ਼੍ਰੀਲੰਕਾ ਵਾਲੀ ਕਹਾਣੀ ਸੁਣਾਤੀ, ਇਸ ਤੋਂ ਪਹਿਲਾਂ ਪਾਕਿਸਤਾਨ ਵਾਲੀ ਕਹਾਣੀ ਤੇ ਲਗਭਗ ਸਾਰਿਆਂ ਨੂੰ ਪਤਾ ਹੀ ਹੈ ਵੀ ਪਾਕਿਸਤਾਨ ਦੇ ਐ ਵਿਚਾਲੇ ਦੀ ਜਿੱਦਾਂ ਸਿਰ ਵਿੱਚੋਂ ਵਾਲਾਂ ਦਾ ਚੀਰ ਕੱਢ ਦਈਦਾ, ਇੱਦਾਂ ਅਗਲਿਆਂ ਨੇ ਸੜਕ ਬਣਾ ਕੇ ਤੇ ਉਹ ਬੰਦਰਗਾਹ ਤੱਕ ਬਣਾ ਲਈਏ, ਕੋਈ ਗੱਲ ਨਹੀਂ, ਇੱਧਰੋਂ ਵੀ ਆਪਾਂ ਸਿੱਧਾ ਚੱਲਿਆ ਜਾਊਗਾ। ਤੇ ਹੁਣ ਜਿੰਨੇ ਕੁ ਵੈਸੇ ਤੇ ਹੁਣ ਖਬਰਾਂ ਜਿੱਦਾਂ ਦੀਆਂ ਆਉਂਦੀਆਂ ਸੀ ਪਿੱਛੋਂ ਵੀ ਉੱਥੇ ਜੇ ਕੋਈ ਮੰਨ ਲਓ ਵੀ ਬੰਦਾ ਚਾਈਨਾ ਦਾ ਨਾਗਰਿਕ ਹੋਵੇ ਤੇ ਉਹ ਪਾਕਿਸਤਾਨ 'ਚ ਫਿਰ ਰਿਹਾ ਤੇ ਉੱਥੇ ਜੋ ਮਰਜ਼ੀ ਕਰਦੇ, ਤੇ ਉੱਥੋਂ ਦੀ ਪੁਲਿਸ ਦੀ ਵੀ ਹਿੰਮਤ ਨਹੀਂ ਹੈਗੀ ਵੀ ਉਹਨੂੰ ਪੁੱਛ ਲੈਣ ਵੀ ਤੂੰ ਕਿੱਧਰ ਬਈ। ਮਤਲਬ ਇਹ ਵੀ ਆਪਾਂ 2 ਉਦਾਹਰਨਾਂ ਦੱਸ ਰਹੇ ਜਿਹੜੀਆਂ ਭਾਰਤ ਦੇ ਸੱਜੇ ਤੇ ਖੱਬੇ ਪਾਸੇ, ਜਾਂ ਕਹਿ ਲਓ ਕਿ ਉਤਲੇ ਤੇ ਥੱਲੇ ਪਾਸੇ ਆ। ਹੁਣ ਜੇ ਇਹੋ ਜਿਹੇ ਹਾਲਾਤ ਹੋਣ ਤੇ ਉਦੋਂ ਬਾਅਦ ਆਪਾਂ ਸਾਰੇ ਲੀਡਰ ਸਾਹਿਬਾਨ, ਆਪਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਸਤਿਕਾਰ ਕਰਦੇ ਹਾਂ, ਸਤਿਕਾਰ ਨਾਲ ਕਹਿੰਦੇ ਹਾਂ ਵੀ ਉਹਨਾਂ ਸਾਰਿਆਂ ਦਾ ਸਿਰਫ ਜ਼ੋਰ ਇਸ ਗੱਲ ਤੇ ਲੱਗਾ ਹੋਵੇ ਵੀ ਫਲਾਨਾ ਕੁਰਸੀ ਤੇ ਬਹਿ ਗਿਆ, ਇਹਨੂੰ ਕੁਰਸੀ ਤੇ ਲਾਉਣਾ, ਇਹਨੂੰ ਕੁਰਸੀ ਤੇ ਬਿਠਾਉਣਾ, ਇਹਨੂੰ ਕੁਰਸੀ ਤੇ ਰਹਿਣ ਨਹੀਂ ਦੇਣਾ, ਤੇ ਇਹਦੀ ਕੁਰਸੀ ਆਪਾਂ ਕਿੱਦਾਂ ਸੁੱਟਣੀ ਹੈ। ਮਤਲਬ ਲੜਾਈ ਤੇ ਸਿਰਫ ਇਹੋ ਚੱਲ ਰਹੀ, ਕੋਈ ਪਾਲਿਸੀ, ਕੋਈ ਖਬਰ ਆਪਾਂ ਕੋਈ ਐਸੀ ਸੁਣੀ ਹੋਵੇ ਜਿਹਦੇ 'ਚ ਲੱਗਦਾ ਹੋਵੇ ਵੀ ਯਾਰ ਆਹ ਵਿਜ਼ਨ ਆ 5 ਸਾਲ ਦਾ, 10 ਸਾਲ ਦਾ, 15 ਸਾਲ ਦਾ, 20 ਸਾਲ ਦਾ, ਅੱਜ ਤੋਂ ਬਾਅਦ ਇੰਡੀਆ ਨੂੰ ਆਪਾਂ ਇੱਥੇ ਜੇ ਸੈੱਟ ਕਰਨਾ, ਹੁਣ ਇੰਡੀਆ ਦੀ ਫਲਾਣੇ ਦੇਸ਼ ਨਾਲ ਇੱਥੇ ਸੈਟਿੰਗ ਹੋਊਗੀ, ਭਵਿੱਖ ਇੱਥੇ ਜਾਊਗਾ। ਅੱਜ ਆਪਾਂ ਰੁਪਈਆ ਕਹਿੰਦੇ ਹਾਂ, ਰੁਪਈਏ ਦੀ ਵੈਲਿਊ ਅਸੀਂ ਸੋਚਦੇ ਹਾਂ ਵੀ ਅੱਜ ਤੋਂ 10 ਸਾਲ ਬਾਅਦ ਡਾਲਰ ਦੇ ਮੁਕਾਬਲੇ ਇੱਥੇ ਅਸੀਂ ਕਰ ਦੇਣੀ ਹੈ।
ਕੁਝ ਸਾਰੀਆਂ ਯੋਜਨਾਵਾਂ ਤਾਂ ਉਹਨਾਂ ਲੋਕਾਂ ਨੇ ਬਣਾਉਣੀਆਂ ਨੇ ਜਿਹੜੇ ਆਂਦੇ ਵੀ ਅਸੀਂ ਕੁਰਸੀ ਤੇ ਬਹਿਣਾ, ਸਾਨੂੰ ਸੱਤਾ ਚਾਹੀਦੀ ਹੈ। ਪਰ ਇਹੋ ਜਿਹੀ ਕਦੀ ਖਬਰ ਨਹੀਂ ਸੁਣੀ ਮੈਂ। ਤੁਸੀਂ ਆਹ ਦੇਖਦੇ ਸੀ, ਆਪਾਂ ਇਹਦਾ ਜ਼ਿਕਰ ਜ਼ਰੂਰ ਕਰ ਦਈਏ ਵੀ ਉਹ ਮਨੀਪੁਰ ਵਾਲੀਆਂ ਘਟਨਾਵਾਂ ਜਿੰਨਾ ਚਿਰ ਚੱਲਦੀਆਂ ਰਹੀਆਂ ਨਾ, ਜਿੰਨਾ ਚਿਰ ਉਹ ਵੀਡੀਓ ਵਾਲਾ ਰੌਲਾ ਬਹੁਤਾ ਪਟਾਕਾ ਬਣ ਕੇ ਨਹੀਂ ਸੀ ਫਟਿਆ, ਉਨੀ ਦੇਰ ਤੱਕ ਤੇ ਬੜਾ ਵਧੀਆ 2 ਚੈਨਲ ਤਾਂ ਮੈਂ ਵੇਖੇ। ਉਹ ਤਾਂ ਇੱਕ ਬੀਬੀ ਫੜ ਲਈ ਉਹਨਾਂ ਨੇ ਜਿਹੜੀ ਪਾਕਿਸਤਾਨ ਨੂੰ ਆਈ ਸੀ, ਰੋਜ਼ ਉਹਦੇ ਨਾਲ ਚੱਲੀ ਜਾਂਦਾ ਕੈਸੇ ਆਈ वो, सीमा हैदर हाँ वो क्यों आई, वो किसकी जासूस है। ਤੇ 1.5 2 ਘੰਟੇ ਦੇ ਪ੍ਰਾਈਮ ਟਾਈਮ ਦੇ ਉੱਪਰ ਪ੍ਰੋਗਰਾਮ ਉਸੇ ਬੀਬੀ ਤੇ ਚੱਲੀ ਜਾਂਦੇ। ਕੋਈ ਉਹਦੇ ਨਾਲ ਇੰਟਰਵਿਊ ਕਰੀ ਜਾਂਦਾ, ਕੋਈ ਦੱਸੀ ਜਾਂਦਾ ਉਹਦੇ 4 ਨਿਆਣੇ, ਕੋਈ ਕਹਿੰਦੇ ਉਹ ਆਈ ਕਿੱਦਾਂ, ਕੋਈ ਕਹਿੰਦਾ ਉਹ ਬਿੰਦੀ ਲਾਉਣੀ ਕਿੱਥੋਂ ਸਿੱਖ ਲਈ, ਕੋਈ ਕਹਿੰਦਾ ਉਹਨੇ ਸਾੜੀ ਬੰਨ੍ਹਣੀ ਕਿੱਥੋਂ ਸਿੱਖ ਲਈ। ਮਤਲਬ ਇਹ ਵੀ ਸ਼ਾਮ ਨੂੰ 1:30 ਅਰਬ ਦੇ ਕਰੀਬ ਸੰਗਤ ਜਿਹੜੀ ਹੈ ਉਹ ਟੀਵੀ ਅੱਗੇ, ਜਦੋਂ ਤੁਸੀਂ ਬੈਠੇ ਇੱਦਾਂ ਮੈਂ ਵੀ ਬਹਿ ਜਾਵਾਂ, 2 ਜਣੇ ਬੈਠੇ ਵੇਖਣ ਵੀ ਹਾਂ ਬਈ ਸੀਮਾ ਹੈਦਰ ਆ ਗਈ ਵੀ ਬੱਲੇ ਬੱਲੇ ਭਾਰਤ ਦੇ ਵਿੱਚ। ਮਤਲਬ ਇਹ ਜੋ ਕੁਛ ਵੀ ਜਿੱਧਰ ਨੂੰ ਚੱਲਦਾ, ਤੇ ਫਿਰ ਆਪਾਂ ਇਹ ਆਸ ਕਰੀਏ ਵੀ ਆਪਾਂ ਦਾ ਭਾਈ ਸਾਹਿਬ ਦੁਨੀਆ ਜਿੱਤ ਲੈਣੀ, ਇੱਦਾਂ ਥੋੜ੍ਹਾ ਜਿੱਤੀ ਜਾਣੀ। ਕਿੰਨੀਆਂ ਡਾਕੂਮੈਂਟਰੀਜ਼ ਨੇ, ਮੈਂ ਨਾ ਵੀ ਚਲੋ ਹੋਰ ਕੋਈ ਨਹੀਂ, ਕੋਈ ਦੂਜਾ ਹੀ ਬੰਦਾ ਵੇਖ ਲੇ ਵੀ ਚਾਈਨਾ ਕਿੰਨੇ ਦਹਾਕੇ ਪਹਿਲਾਂ ਸ਼ੁਰੂ ਹੋਇਆ ਸੀ, ਕੀ ਉਹਨਾਂ ਨੇ ਪਲਾਨ ਕੀਤਾ ਤੇ ਗਾਂ ਉਹਨਾਂ ਦਾ ਵਿਜ਼ਨ ਕੀ ਆ ਵੀ ਅਸੀਂ ਜਾਣਾ ਕਿੱਥੇ ਆ। ਤੇ ਜੇ ਆਪਾਂ ਕੋ ਵੇਖ ਲਈਏ ਵੀ ਭਾਰਤ ਨੇ ਪਿਛਲੇ 5-7 ਸਾਲਾਂ 'ਚ ਕੀ ਪਲਾਨ ਕੀਤਾ ਤੇ ਹੁਣ ਕੀ ਪਲਾਨ ਜਾਪਦਾ, ਜੇ ਕਿਸੇ ਨੂੰ ਕੁਝ ਜਾਪਦਾ, ਤੇ ਗਾਂ ਆਉਣ ਵਾਲੇ 10 ਸਾਲਾਂ 'ਚ ਆਪਾਂ ਕਿਹੜਾ ਕੱਦੂ 'ਚ ਤੀਰ ਮਾਰ ਲੈਣਾ ਉਹ ਦੱਸ ਦਿਓ। ਨਹੀਂ, ਬੜਾ ਔਖਾ ਆ ਸੰਧਾਲੀਆ ਸਾਹਿਬ, ਜਦੋਂ ਹੁਣ ਬੇਭਰੋਸਗੀ ਮਤਾ ਡਿੱਗ ਪੈਣਾ। ਬੇਭਰੋਸਗੀ ਮਤੇ ਦੇ ਪੱਲੇ ਕੁਛ ਨਹੀਂ। ਵੋਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਰਕਰਾਰ ਰਹਿਣੀ ਹੈ, ਕਿਉਂਕਿ ਜੇ ਬੇਭਰੋਸਗੀ ਮਤੇ ਦੇ ਵਿਰੋਧੀ ਧਿਰ ਜਿੱਤੇ ਸਰਕਾਰ ਟੁੱਟ ਜੂ। ਤੇ ਉਹ ਤੇ ਐਵੇਂ ਮੈਨੂੰ ਲੱਗਦਾ ਵੀ ਉਹ ਐਸੀ ਚੀਜ਼ ਆ ਜਿਹੜੀ ਐਵੇਂ ਵਿੱਚ ਉੱਥੇ ਫਿੱਟ ਕੀਤੀ ਆ ਵੀ ਇੱਥੇ ਬਹਿਸ ਕਰਦੇ ਆ। ਉਹਦਾ ਕਾਰਨ ਸੰਧਾਲੀਆ ਸਿਰਫ ਇੱਕੋ ਹੀ ਸੀਗਾ ਕਿ ਵਿਰੋਧੀ ਧਿਰ ਚਾਹੁੰਦੀ ਸੀ ਮਣੀਪੁਰ ਦਾ ਮੁੱਦਾ ਲਾਈਮਲਾਈਟ ਦੇ ਵਿੱਚ ਆਵੇ, ਪ੍ਰਕਾਸ਼ ਦੇ ਵਿੱਚ ਆਵੇ, ਰੌਸ਼ਨੀ ਦੇ ਵਿੱਚ। ਤੇ ਉਹ ਇਹ ਵੀ ਚਾਹੁੰਦੇ ਸੀ ਕਿ ਭਾਈ ਇਹਦੇ ਤੇ ਲਗਾਤਾਰ ਚਰਚਾ ਹੋਵੇ, ਅਸੀਂ ਸਰਕਾਰ ਦੇ ਮਾੜੇ ਪੁੱਛ ਲਾਈਏ। ਮੋੜੇ ਲੋਕ ਸਭਾ ਦੀ ਚੋਣ ਹੈ, ਸਰਕਾਰ ਇਸ ਮੁੱਦੇ ਦੇ ਉੱਤੇ ਉਹਨਾਂ ਨੂੰ ਆਉਣ ਨਹੀਂ ਸੀ ਦਿੰਦੀ। ਉਹਨਾਂ ਦੇ ਕੋਲ ਇੱਕੋ ਹੀ ਤਰੀਕਾ ਸੀ, ਬੇਭਰੋਸਗੀ ਮਤਾ ਲਿਆਓ। ਜੇ ਬੇਭਰੋਸਗੀ ਮਤਾ ਆਉਂਦਾ ਫਿਰ ਉਹ 'ਤੇ 2-4 ਦਿਨ ਚਰਚਾ ਕਰਨੀ ਪਊਗੀ ਤਾਂ ਖਬਰਾਂ ਬਣਨਗੀਆਂ ਤਾਂ ਗੱਲ ਲੋਕਾਂ ਦੇ ਵਿੱਚ ਜਾਊਗੀ। ਮੈਨੂੰ ਦੋਵਾਂ ਧਿਰਾਂ ਦੇ ਵਿੱਚੋਂ ਕੋਈ ਵੀ ਧਿਰ ਸੁਹਿਰਦ ਨਹੀਂ ਲੱਗੀ ਕਿ ਆਪਾਂ ਮਣੀਪੁਰ ਦੇ ਲੋਕਾਂ ਨੂੰ ਪਹਿਲਾਂ ਉਸ ਬਲਦੀ ਦੇ ਬੁੱਥੇ ਦੇ ਵਿੱਚੋਂ ਬਾਹਰ ਕੱਢੀਏ। ਹੁਣ ਰਾਹੁਲ ਗਾਂਧੀ ਸਾਹਿਬ ਕਹਿੰਦੇ ਪ੍ਰਧਾਨ ਮੰਤਰੀ ਉੱਥੇ ਅੱਗ ਲਾਈ ਰੱਖਣਾ ਚਾਹੁੰਦੇ ਆ ਮਣੀਪੁਰ ਦੇ ਵਿੱਚ। ਪ੍ਰਧਾਨ ਮੰਤਰੀ ਸਾਹਿਬ ਚਾਹੁੰਦੇ ਨਹੀਂ ਉੱਥੇ ਬੁਝੇ। ਇਹ PM ਸਾਹਿਬ ਗਏ ਕਿਉਂ ਨਹੀਂ, PM ਸਾਹਿਬ ਬੋਲੇ ਕਿਉਂ ਨਹੀਂ? ਚਲੋ ਉਹ ਕਹਿ ਕੇ ਬਹਿ ਗਏ। ਤੇ ਸਮ੍ਰਿਤੀ ਇਰਾਨੀ ਹੋ ਰਹੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਉਹਨਾਂ ਨੇ ਇੱਕ ਕੈਂਡੀਡੇਟ ਦੇ ਰੂਪ 'ਚ ਰਾਹੁਲ ਗਾਂਧੀ ਹਰਾਇਆ ਸੀ ਅਮੇਠੀ ਤੋਂ। ਉਹ ਹਰ ਵਾਰੀ ਉਹਨਾਂ ਨੂੰ ਮੌਕਾ ਦਿੰਦੇ ਕਿ ਤੁਸੀਂ ਉੱਠੋ। ਸਮ੍ਰਿਤੀ ਇਰਾਨੀ ਹੋਰਾਂ ਨੇ ਫਿਰ ਬਹੁਤ ਗੱਲਾਂ ਕਹੀਆਂ। ਉਹਨਾਂ ਨੇ ਕਈ ਕੁਛ ਅੱਗਿਓਂ ਪਿੱਛੋਂ ਲਿਆ ਕੇ ਜਿਹੜਾ ਫਰੋਲ ਕੇ ਸਾਹਮਣੇ ਰੱਖਿਆ ਕਿ ਭਾਈ ਵਾਹ ਤੁਸੀਂ ਆਹ ਗੱਲਾਂ ਕਰਦੇ ਹੋ, ਆਪਣਾ ਚੇਤਾ ਭੁੱਲ ਗਿਆ। ਫਿਰ ਅਮਿਤ ਸ਼ਾਹ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਬੋਲੇ। ਉਹਨਾਂ ਨੇ ਵੀ ਕਹਿੰਦੇ ਬੜੀ ਸ਼ਰਮਨਾਕ ਹੈ ਮਣੀਪੁਰ ਦੇ ਵਿੱਚ ਹਿੰਸਾ ਹੋ ਰਹੀ ਹੈ, ਪਰ ਉਹਦੇ ਤੋਂ ਵੀ ਸ਼ਰਮਨਾਕ ਹੈ ਕਿ ਇਹਦੇ ਉੱਤੇ ਰਾਜਨੀਤੀ ਹੋ ਰਹੀ ਹੈ। ਉਹ ਕਹਿੰਦੇ ਨਾਟਕ ਕਰਨ ਗਏ ਸੀ ਰਾਹੁਲ ਗਾਂਧੀ ਸਾਹਿਬ ਮਣੀਪੁਰ। ਹੋ ਸਕਦਾ, ਕਿਉਂਕਿ ਇੱਥੇ ਤੱਕ ਵੀ ਗੱਲ ਹੋਈ, ਕਹਿੰਦੇ 700 ਬੰਦਾ ਮਰ ਗਿਆ ਸੀ ਮਣੀਪੁਰ ਦੇ ਵਿੱਚ ਜਦੋਂ ਨਰਸਿਮਹਾ ਰਾਓ ਜਿਹੜੇ ਪ੍ਰਧਾਨ ਮੰਤਰੀ ਸਨ ਦੇਸ਼ ਦੇ। ਕਾਂਗਰਸੀਆਂ ਨੂੰ ਚੇਤਾ ਭੁੱਲ ਗਿਆ। ਸਾਡੇ ਲਈ ਉਹ 700 ਤੇ ਅੱਜ ਦਾ 150 ਬਰਾਬਰ ਹੀ ਨੇ, ਕਿਉਂਕਿ ਬੰਦੇ ਮਰੇ ਨੇ, ਸਾਡੇ ਦੇਸ਼ 'ਚ ਮਰੇ ਨੇ, ਕਿਸੇ ਨੇ ਬਾਹਰੋਂ ਆ ਕੇ ਮਾਰੇ ਵੀ ਨਹੀਂ। ਜੇ ਨਫ਼ਰਤ ਨਰਸਿਮਹਾ ਰਾਓ ਦੇ ਸਮੇਂ ਦੇ ਵਿੱਚ ਸੀ ਤੇ ਅੱਜ ਮੋਦੀ ਸਾਹਿਬ ਦੇ ਸਮੇਂ ਦੇ ਉੱਤੇ ਵੀ ਹੋਣੀ, ਇਹ ਕੋਈ ਬਹੁਤੀ ਸਿਆਣੀ ਗੱਲ ਤਾਂ ਹੈ ਨਹੀਂ। ਉਹਦੇ ਵਿੱਚੋਂ ਬਾਹਰ ਨਿਕਲਣਾ ਬੜਾ ਜ਼ਰੂਰੀ ਹੈ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਜਿਸ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਸ ਨੇ ਫਲਾਈਂਗ ਕਿਸ ਕੀਤੀ ਹੈ ਉਹ ਮੁੱਦਾ ਚਰਚਾ ਦੇ ਵਿੱਚ ਆਵੇ, ਮੈਂਬਰ ਪਾਰਲੀਮੈਂਟਾਂ ਦੇ ਦਸਤਖਤ ਅਸਲੀ ਜਾਂ ਨਕਲੀ ਉਹ ਮੁੱਦਾ ਚਰਚਾ ਦੇ ਵਿੱਚ ਆਵੇ, ਜਾਂ ਇੱਕ ਘਟਨਾ ਦੇ ਬਦਲੇ ਦੂਸਰੇ ਦੀ ਘਟਨਾ ਸੁਣਾਤੀ ਜਾਵੇ, ਥੋੜੀ ਵਾਰੀ ਵੀ ਵਾਪਰੀ ਸੀ, ਉੱਥੇ ਆਸ ਕਿੱਦਾਂ ਦੀ ਰੱਖੀਏ, ਉੱਥੇ ਉਮੀਦ ਕਿੱਦਾਂ ਦੀ ਰੱਖੀਏ। ਤਾਂ ਬਹੁਤ ਔਖਾ ਹੋ ਗਿਆ ਕੰਮ। ਹੁਣ ਵੋਟਾਂ ਪੈਣੀਆਂ, ਸਾਰਾ ਕੁਝ ਇੱਧਰ ਉੱਧਰ ਹੋ ਜਾਣਾ, ਲੀਡਰਾਂ ਨੇ ਘਰੋਂ ਘਰੀ ਚੱਲ ਜਾਣਾ, ਭੱਤੇ ਉਹਨਾਂ ਨੂੰ ਮਿਲ ਜਾਣੇ ਆ। ਨਹੀਂ ਤੇ ਉਹ ਇਸੇ ਕੰਮ ਲਈ ਜਾਂਦੇ ਨੇ, ਹੋਰ ਉੱਥੇ ਕਰਨ ਦੱਸੋ। ਅਗਲਾ ਕਹਿੰਦਾ ਵੋਟਾਂ ਤਾਂ 5 ਸਾਲ ਹੀ ਪੈਣੀਆਂ, ਉਨੀ ਦੇਰ ਤੱਕ ਜੋ 5 ਸਾਲਾਂ 'ਚ ਮਿਲਦਾ ਉਨੀ ਦੇਰ ਤੱਕ ਚਲਾਈ ਜਾਓ। ਪਰ ਚਲੋ ਇਹ ਜਿੱਥੇ ਕਿ ਜਾ ਕੇ ਕਹਾਣੀ ਖੜ ਗਈ, ਆਪਾਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਇਹਨੂੰ ਥੋੜ੍ਹਾ ਜਿਹਾ ਚੇਂਜ ਕਰਨਾ ਪੈਣਾ। ਜੇ ਇਹ ਜਿਵੇਂ ਹੈ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਵੀ ਹਾਂ ਸਿਰਫ 5 ਸਾਲ ਦੀ ਵੇਟ ਕਰਨੀ ਆ, 5 ਸਾਲ ਦੇ ਵਿੱਚ ਸਟੇਟਾਂ ਦੇ ਵਿੱਚ ਸੱਤਾ ਘਮਾਉਣੀ ਆ, 5 ਸਾਲ ਬਾਅਦ ਸੈਂਟਰ 'ਚ ਸੱਤਾ ਘਮਾਉਣੀ ਆ, ਉਦੋਂ ਬਾਅਦ ਜੇ ਕੁਰਸੀ ਹੈਗੀ ਹੈ ਤੇ ਬਚਾ ਕੇ ਕਿੱਦਾਂ ਰੱਖਣਾ, ਇਹਦੀ ਸਿਆਸਤ ਹੋਣੀ ਆ। ਜੇ ਕੋਈ ਦੂਸਰੀ ਧਿਰ ਹੈ ਤੇ ਇਹਨੂੰ ਕੁਰਸੀ ਤੇ ਲਾਉਣਾ ਕਿੱਦਾਂ, ਇਹਦੀ ਸੱਤਾ ਕਰਨੀ ਆ ਤੇ ਇਹਦੀ ਰਾਜਨੀਤੀ ਕਰਨੀ ਆ। ਤੇ ਫਿਰ ਆਪਾਂ ਇਹ ਆਸ ਲਾ ਦਈਏ ਵੀ ਆਪਾਂ ਕੋਈ ਭਵਿੱਖ ਦੇ ਵਿੱਚ ਕਿਤੇ ਨਾ ਕਿਤੇ ਪਹੁੰਚਾਂਗੇ। ਫਿਰ ਤੇ ਇਹੋ ਕੋਈ ਆ, ਉਹ ਮੈਨੂੰ ਜ਼ਿਆਦਾ ਸਾਈਕਲ ਦੇ ਚੱਕਿਆਂ ਨੂੰ ਘੁੰਮੀ ਜਾਣਾ, ਹੋਰ ਤਾਂ ਕੁਝ ਜਾਪਦਾ ਨਹੀਂ। ਸੰਧਾਲੀਆ ਸਾਹਿਬ, ਪੰਜਾਬ ਦੇ ਲੋਕਾਂ ਦੀ ਆਪਾਂ ਰੋਜ਼ ਸਿਫਤ ਕਰਦੇ ਹਾਂ, ਅੱਜ ਫੇਰ ਕਰਨੀ ਹੈ। ਕੱਲ੍ਹ ਆਪਾਂ ਜੰਗੀਆਣਾ ਪਿੰਡ ਦਾ ਜ਼ਿਕਰ ਕੀਤਾ ਸੀ ਤੇ ਅੱਜ ਉਸੇ ਜ਼ੀਰੇ ਵਾਲੀ ਮਾਲਬਰੋਜ਼ ਸ਼ਰਾਬ ਫੈਕਟਰੀ ਦਾ ਜ਼ਿਕਰ ਕਰਨਾ। ਹੁਣ ਤਾਂ ਲੋਕਾਂ ਨੂੰ ਚੇਤਾ ਵੀ ਭੁੱਲ ਗਿਆ ਹੋਣਾ ਕਿ ਉਹ ਧਰਨਾ ਸ਼ੁਰੂ ਕਦੋਂ ਹੋਇਆ ਸੀ, ਕਿ ਭਾਈ ਉਹ ਫੈਕਟਰੀ ਦੇ ਕਰਕੇ ਪਾਣੀ ਧਰਤੀ ਹੇਠਲਾ ਗੰਦਾ ਹੁੰਦਾ, ਪਸ਼ੂ ਮਰ ਰਹੇ ਹੈ, ਲੋਕਾਂ ਦੇ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਖਰਾਬ ਹੋ ਗਿਆ, ਲੋਕ ਕੈਂਸਰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਹੈ। ਪਹਿਲਾਂ ਸਰਕਾਰ ਮੰਨੇ ਨਾ, ਫੈਕਟਰੀ ਵਾਲੇ ਵੀ ਕਹਿਣ ਕਿ ਆ ਦੇਖੋ ਪਾਣੀ ਤਾਂ ਠੀਕ ਹੈ,
ਮੁੜ ਕੇ ਫਿਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਜਦੋਂ ਧਰਨਾ ਲੱਗੇ ਨੂੰ ਕਈ ਮਹੀਨੇ ਹੋ ਗਏ, ਉਹਦੇ ਤੋਂ ਬਾਅਦ ਉਹ ਕਹਿੰਦੇ ਜੀ ਫੈਕਟਰੀ ਤਾਂ ਬੰਦ ਹੋਊ। ਧਰਨਾ ਅਜੇ ਵੀ ਚੱਲਦਾ। ਤੁਸੀਂ ਦੇਖੋ ਕਿ ਲੋਕ ਕਿੰਨੇ ਸਿਆਣੇ ਨੇ, ਸਰਕਾਰ ਦੇ ਕਹਿਣ ਦੇ ਬਾਵਜੂਦ ਕਿ ਫੈਕਟਰੀ ਬੰਦ, ਉਹਨਾਂ ਨੇ ਧਰਨਾ ਨਹੀਂ ਬੰਦ ਕੀਤਾ। ਲੋਕ ਨਿਗਾਹ ਰੱਖਦੇ ਆ। ਅੱਧੀ ਰਾਤ ਨੂੰ ਰੌਲਾ ਪੈ ਗਿਆ, ਕਹਿੰਦੇ ਜੀ ਆ ਦੇਖੋ ਇੱਕ ਬੜੀ ਆਲੀਸ਼ਾਨ ਗੱਡੀ ਦੇ ਵਿੱਚ 2 ਬੰਦੇ ਆਏ ਆ, ਉਹਨਾਂ ਦੇ ਕੋਲੇ ਇੱਕ ਨਮੂਨੇ ਲੈਣ ਵਾਲੀ ਕਿੱਟ ਹੈ, ਸੈਂਪਲਿੰਗ ਕਿੱਟ, ਤੇ ਉਹਨਾਂ ਦੇ ਕੋਲੇ ID ਕਾਰਡ ਨੇ, ਉਹਨਾਂ ਦੇ ਕੋਲੇ ਅਥਾਰਟੀ ਲੈਟਰ ਨੇ, ਤੇ ਉਹ ਕਹਿੰਦੇ ਜੀ ਅਸੀਂ ਤਾਂ ਫਲਾਣਿਆਂ ਵੱਲੋਂ ਆਏ ਆ ਪਾਣੀ ਦੇ ਨਮੂਨੇ ਲੈਣ ਇਸ ਫੈਕਟਰੀ ਦੇ ਅੰਦਰੋਂ ਤੇ ਆਲੇ ਦੁਆਲਿਓਂ। ਲੋਕਾਂ ਦੇ ਵੱਲ ਲੈ, ਲੋਕਾਂ ਨੇ ਲੈਪਟਾਪ ਵੀ ਲੈ ਲਿਆ, ਦੇਖ ਲਿਆ, ਥੋੜ੍ਹੇ ਜਿਹਾ ਪਤਾ ਨਹੀਂ ਤੱਤੇ ਉੱਤੇ ਕੀਤੇ ਕਿ ਨਹੀਂ ਕੀਤੇ ਉਹ ਤਾਂ ਪਤਾ ਨਹੀਂ, ਪਰ ਲੋਕ ਇਕੱਠੇ ਹੋ ਗਏ ਸੀ। ਫਿਰ ਉਹ ਕਹਿੰਦੇ ਜੀ ਮੰਨੇ, ਕਹਿੰਦੇ ਜੀ ਸਾਨੂੰ ਨਾ ਤਾਂ ਇਹ ਸਰਕਾਰ ਨੇ ਭੇਜਿਆ ਲੈਟਰ ਪੈਡ ਜਿਹਾ ਜਾਲੀ ਨੇ, ਸਾਨੂੰ ਤਾਂ ਇੱਦਾਂ ਹੀ ਬੰਦਿਆਂ ਨੇ, ਇਹਨਾਂ ਵਾਲੇ ਬੰਦਿਆਂ ਨੇ ਫੈਕਟਰੀ ਵਾਲੇ ਮੂੰਹ ਕਰ ਕਹਿੰਦੇ ਜੀ ਇਹਨਾਂ ਨੇ ਭੇਜਿਆ ਸੀ, ਨਮੂਨੇ ਲੈ ਕੇ ਆਓ। ਸੰਧਾਲੀਆ ਸਾਹਿਬ, ਹਾਲਾਂਕਿ ਉਹ ਫੈਕਟਰੀ ਵਾਲਿਆਂ ਨਾਲ ਕੀ ਉਹਨਾਂ ਦਾ ਰਿਲੇਸ਼ਨ ਹੈ ਕਿ ਨਹੀਂ ਸਾਨੂੰ ਨਹੀਂ ਪਤਾ, ਪਰ ਜੇ ਅਜੇ ਵੀ ਕੋਈ ਨਾ ਕੋਈ ਬੰਦਾ ਇਸ ਤਰੀਕੇ ਦੀ ਕੋਸ਼ਿਸ਼ ਕਰ ਰਿਹਾ ਕਿ ਨਮੂਨੇ ਲੈ ਆਓ, ਕਿ ਨਮੂਨੇ ਬਦਲੇ ਜਾਣ ਦੀ ਕੋਸ਼ਿਸ਼ ਹੈ, ਕਿ ਦੁਬਾਰਾ ਨਮੂਨਿਆਂ ਦੀ ਇੱਕ ਹੋਰ ਰਿਪੋਰਟ ਉੱਥੇ ਰੱਖਣ ਦੀ ਕੋਸ਼ਿਸ਼ ਹੈ। ਜੇ ਲੋਕਾਂ ਦੀਆਂ ਲਾਸ਼ਾਂ ਦੇਖ ਕੇ ਵੀ, ਜੇ ਲੋਕਾਂ ਨੂੰ ਲੱਗੀਆਂ ਬਿਮਾਰੀਆਂ ਦੇਖ ਕੇ ਵੀ, ਹਸਪਤਾਲ ਪਏ ਉਸ ਇਲਾਕੇ ਦੇ ਲੋਕਾਂ ਨੂੰ ਦੇਖ ਕੇ ਵੀ ਕਿਸੇ ਨੂੰ ਅਜੇ ਸਬਰ ਨਹੀਂ ਆਇਆ ਕਿ ਭਾਈ ਇੱਥੇ ਕੁਝ ਗਲਤ ਹੋਇਆ, ਫੇਰ ਤਾਂ ਨਹੀਂ ਕਦੀ ਆਉਣਾ ਕਿ ਫੇਰ ਆ ਸਕਦਾ। ਇਹਦਾ ਇਲਾਜ ਹੈਗਾ ਪਰ ਕਰਨਾ ਨਹੀਂ ਕਿਸੇ ਨੇ। ਅੱਛਾ, ਇਹਦਾ ਇਲਾਜ ਬੜਾ ਵਧੀਆ ਵੀ ਜਿਹੜੇ ਨਹੀਂ ਤੁਸੀਂ ਕਿਹਾ ਇਲਾਜ ਹੈਗਾ, ਆਰਾਮ ਆਜੂ? ਨਹੀਂ, ਆਰਾਮ ਹੀ ਨਹੀਂ ਆਉਣਾ ਨਾ। ਅੱਛਾ, ਉਹ ਆਰਾਮ ਕਰਨਾ ਪੈਣਾ ਇਹਨਾਂ ਨੂੰ। ਇਹਦਾ ਇਲਾਜ ਇਹ ਹੈ ਵੀ ਜਿਹੜੇ ਵੀ ਕਰਨਾ ਕਿਸੇ ਨੇ ਨਹੀਂ, ਮੈਂ ਫਿਰ ਦੋਹਰੀ ਦੁਹਰਾ ਦਿਆਂ, ਕਿਉਂਕਿ ਕਾਰਨ ਇਹ ਹੈ ਨਾ ਵੀ ਜਿਹੜੇ ਬੰਦੇ ਕੋਲ ਪੈਸਾ, ਅਗਲਾ ਕਹਿੰਦਾ ਵੀ ਮੈਨੂੰ ਨਾ ਉਹੋ ਜਿਹੀ ਥਾਂ ਦਿਓ ਜੀ ਜਿੱਥੇ ਜਾ ਕੇ ਮੈਂ ਆਪਣਾ ਕਾਰੋਬਾਰ ਕਰ ਲਾਂ, ਉਹਦਾ ਰਹਿਣਾ ਮੈਂ ਇੱਥੇ ਹੈ। ਮੰਨ ਲਓ ਆਪਾਂ ਦੋਵੇਂ ਭਰਾ ਆਖੀਏ ਵੀ ਯਾਰ ਫੈਕਟਰੀ ਲਾਉਣੀ ਹੈ, ਫਿਰ ਆਪਾਂ ਨੂੰ ਕੋਈ ਬੰਦਾ ਸਲਾਹ ਦੇ ਵੀ ਫੈਕਟਰੀ ਤੇ ਲਾ ਲਓਗੇ ਜਦ ਤੱਕ ਤੁਸੀਂ ਉਹਦੀਆਂ ਸਾਰੀਆਂ ਵਿੱਚੋਂ ਸ਼ਰਤਾਂ ਪੂਰੀਆਂ ਕਰਨੀਆਂ, ਬਚਣਾ ਕੁਛ ਨਹੀਂ। ਜੇ ਇਹਦੇ ਥੋੜ੍ਹਾ ਜਿਹਾ ਵੱਧ ਵਡਾਂਗਾ ਕਰਨਾ, ਫਿਰ ਇੰਨਾ ਗਾ ਤਾਂ ਠਾਂ ਕਰਨਾ ਪੈਣਾ। ਆਪਾਂ ਨਾ ਕਰ ਲਾਂਗੇ, ਕੋਈ ਗੱਲ ਨਹੀਂ, ਅਸੀਂ ਤਾਂ ਦੋਵੇਂ ਚੰਡੀਗੜ੍ਹ ਰਹਿੰਦੇ, ਸਾਨੂੰ ਕੀ ਉੱਥੇ ਪਾਈ ਉਹਦੇ ਪਿੰਡਾਂ ਵਾਲੇ ਮਰੀ ਜਾਣਗੇ, ਸਾਨੂੰ ਹੋਰ ਪੈਂਦਾ, ਅਸੀਂ ਆਪਾਂ ਕਰਕੇ ਨਿਕਲ ਜਾਣਾ। ਹੁਣ ਜੇ ਕਾਨੂੰਨ ਇਹ ਹੋਵੇ ਵੀ ਵੀਰ ਮੇਰਾ ਤੂੰ ਫੈਕਟਰੀ ਭਾਵੇਂ ਲਾ ਲਾ ਮਸਾਲੇ ਦੀ, ਭਾਵੇਂ ਸੋਡੇ ਦੀ, ਭਾਵੇਂ ਜਿਹੜੀ ਸ਼ਰਾਬ ਦੀ, ਕਿਸੇ ਚੀਜ਼ ਦੀ ABCD ਲਾ ਲਾ, ਤੇਰਾ ਘਰ ਉਸ ਫੈਕਟਰੀ ਦੀ ਹਦੂਦ ਦੇ ਨਾਲ ਚਾਹੀਦਾ। ਪਾਣੀ ਤੂੰ ਉੱਥੋਂ ਪੀਣਾ, ਹਵਾ ਤੇਰੀ ਉੱਥੋਂ ਆਵੇ, ਰੋਟੀ ਪਾਣੀ ਜੋ ਵੀ ਉੱਥੇ ਹੋਵੇ, ਇਹ ਤੋਂ ਬਾਹਰ ਨਹੀਂ ਹੋ ਸਕਦਾ। ਟੱਬਰ ਤੇਰਾ ਉੱਥੇ ਹੋਊਗਾ, ਨਾਲ ਦਾ ਜਿਹੜਾ ਕੋਈ ਸਕੂਲ ਹੈ 2 ਕਿਲੋਮੀਟਰ ਦੇ, ਉੱਥੇ ਨਿਆਣੇ ਪੜ੍ਹਦੇ ਹੋ ਚਾਹੀਦੇ ਆ, ਭਾਵੇਂ ਸਾਡੇ ਵੱਲੋਂ ਅੰਗਰੇਜ਼ੀ 'ਚ ਪੜ੍ਹਾਈ ਜਾਏ ਉੱਥੇ ਕੋਈ ਹੈਗਾ ਤੇ। ਪਰ ਜੇ ਤੂੰ ਇਹ ਆਖਿਆ ਵੀ ਫੈਕਟਰੀ ਮੇਰੀ ਉੱਥੇ ਲੱਗੀ ਹੈ ਅਤੇ ਆਪ ਮੈਂ ਉਹ ਦੂਰ ਜਾ ਕੇ ਰਹਿਣਾ ਅਤੇ ਉੱਥੇ ਮੈਂ ਜਿਹੜਾ ਮਿਨਰਲ ਵਾਟਰ ਪੀਣਾ, ਫਿਰ ਗੱਡੀ ਨਹੀਂ ਚੱਲਣੀ। ਅਤੇ ਮੈਂ ਨਾ ਵੀ ਜਿੰਨੀਆਂ ਫੈਕਟਰੀਆਂ ਲੱਗੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਭਾਵੇਂ ਤੁਸੀਂ ਪਾਣੀ ਉੱਥੋਂ ਹੀ ਜਾਵਾਂ ਫੈਕਟਰੀ ਵਾਲੀ ਟੂਟੀ ਚੋਂ ਖੇਡੋ ਨਾ, ਡਰਮ 'ਚੋਂ ਐਵੇਂ ਕਿਤੇ ਪੈਪ 'ਚੋਂ ਨਿਕਲਦਾ ਹੁੰਦਾ, ਉਹ ਵੀ ਪੀ ਲਓ ਤੁਸੀਂ। ਹਨਾ ਯਾਰ ਆ ਵੀ ਬੜਾ ਨਿੱਤਰਿਆ, ਕਿਉਂਕਿ ਲੋੜ ਬਣ ਜਾਣੀ ਹੈ ਨਾ ਵੀ ਜੇ ਇੱਥੋਂ ਕੁਛ ਨਾ ਕੁਛ ਹੋ ਗਿਆ ਤੇ ਗਾਂ ਸਾਡੇ ਨਿਆਣਿਆਂ 'ਤੇ ਜਾਊ। ਤੇ ਜਦੋਂ ਹੁਣ ਪਤਾ ਵੀ ਆਪਣੇ ਨਿਆਣੇ ਤੇ ਪਤਾ ਨਹੀਂ ਕਿੱਥੇ ਆ, ਰੌਣਕ ਮੇਲਾ ਫੋਲਿਆ, ਤੇ ਜੇ ਉੱਥੇ ਮਰਦੇ ਵੀ ਹੋਣਗੇ 4 ਤੇ ਕੀ ਕੋਈ ਫਰਕ ਪੈਂਦਾ। ਉਹ ਜਿਹੜੀਆਂ ਆਦਤਾਂ ਨੇ ਨਾ, ਉਹਨਾਂ ਦਾ ਹੱਲ ਨਹੀਂ ਹੋ ਸਕਦਾ। ਪਰ ਇਸ ਗੱਲ ਤੇ ਆਉਣਾ ਕਿਸੇ ਨੇ ਨਹੀਂ, ਕੋਈ ਕਾਨੂੰਨ ਬਣਾ ਸਕਦਾ ਵੀ ਇੱਦਾਂ ਕਰ ਲਓ ਤੁਸੀਂ ਭਾਈ ਸਾਹਿਬ। ਨਹੀਂ, ਇਹ ਤਾਂ ਗੱਲ ਤੁਹਾਡੀ ਠੀਕ ਹੈ, ਪਰ ਅਸੀਂ ਫਿਰ ਵੀ ਪਿੰਡ ਵਾਲਿਆਂ ਨੂੰ ਜਾਂ ਇਲਾਕੇ ਵਾਲਿਆਂ ਨੂੰ ਵਧਾਈ ਦਿੰਦੇ ਹਾਂ ਕਿ ਭਾਈ ਤੁਸੀਂ ਮੁਸਤੈਦ ਹੋ, ਮੱਛਰ ਲੜਦਾ ਹੋਣਾ। ਨਹੀਂ ਪਰ ਉਹ ਵਿਚਾਰੇ ਮਾਰੀ ਦੇ ਕਰਨ ਇਹਨਾਂ ਨੂੰ ਪਤਾ ਵੀ ਠੋਕਰਿਆ ਭਰਾਵਾ, ਇੱਕ ਨਾ ਬੂਹਾ ਬੰਦ ਕੀਤਾ ਵੀ ਸਵੇਰੇ ਕੋਈ ਫਿਰ ਲਿਆਣ ਕੇ ਖੋਲ ਲੂ, ਕੀ ਕਰਾਂਗੇ, ਕਿੱਥੇ ਜਾਵਾਂਗੇ। ਉਧਰ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਸੁਣਵਾਈ ਹੋਈ। ਸੰਧਾਲੀਆ ਸਾਹਿਬ ਸਰਦਾਰ ਬਲਕੌਰ ਸਿੰਘ ਉਹਨਾਂ ਦੇ ਪਿਤਾ ਜੀ ਉਹ ਵੀ ਗਏ, ਤੇ ਉਹਦੇ ਵਿੱਚ ਤਕਰੀਬਨ 24 ਬੰਦੇ ਪੇਸ਼ ਕੀਤੇ। ਪਹਿਲਾਂ ਤਾਂ ਫਿਜ਼ੀਕਲੀ ਪੇਸ਼ ਹੋਣੇ ਸੀ, ਪਿਛਲੀ ਵਾਰੀ ਅਦਾਲਤ ਦੇ ਵਿੱਚ ਜੱਜ ਸਾਹਿਬ ਨੇ ਕਿਹਾ ਸੀ ਕਿ ਫਿਜ਼ੀਕਲੀ ਪੇਸ਼ ਕਰਿਓ ਬੰਦੇ, ਪਰ ਕਿਉਂਕਿ ਪੰਜਾਬ ਬੰਦ ਦਾ ਸੱਦਾ ਸੀ, ਫਿਰ ਉੱਥੇ ਹਵਾਲਾ ਦਿੱਤਾ ਗਿਆ ਤੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲਾਰੈਂਸ ਬਿਸ਼ਨੋਈ ਤੋਂ ਬਿਨਾਂ, ਕਿਉਂਕਿ ਉਹ ਢਿੱਲਾ ਸੀ, ਕਹਿੰਦੇ ਥੋੜ੍ਹਾ ਜਿਹਾ ਢਿੱਲਾ ਹੋ ਗਿਆ ਸੀ, ਤੇ ਉਹਦੇ ਤੋਂ ਬਿਨਾਂ ਬਾਕੀ ਸਾਰੇ ਬੰਦੇ ਪੇਸ਼ ਹੋਏ। ਅਗਲੀ ਤਰੀਕ ਦੇ ਦਿੱਤੀ ਹੈ, ਉਹਦੇ ਤੇ ਵੀ ਕਿਹਾ ਗਿਆ ਕਿ ਸਾਰੇ ਬੰਦੇ ਪੇਸ਼ ਕਰੋ। ਬਹੁਤ ਲੰਬੇ ਸਮੇਂ ਬਾਅਦ ਸੰਧਾਲੀਆ ਸਾਹਿਬ ਮੈਂ ਸਰਦਾਰ ਬਲਕੌਰ ਸਿੰਘ ਹੋਰਾਂ ਦੇ ਚਿਹਰੇ ਦੇ ਉੱਤੇ ਭੋਰਾ ਨਿੱਕੀ ਜਿਹੀ ਸੰਤੁਸ਼ਟੀ ਦੇਖੀ, ਕਿਉਂਕਿ ਉਧਰ ਸੁਣਵਾਈ ਸੀ ਤੇ ਉਧਰ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਜਿਹੜੇ ਆ, ਉਹਨਾਂ ਨੇ ਵੀ ਸਿੱਧੂ ਮੂਸੇਵਾਲੇ ਦਾ ਜ਼ਿਕਰ ਕੀਤਾ, ਬਹੁਤ ਸਾਰਿਆਂ ਦਾ ਜ਼ਿਕਰ ਕੀਤਾ। ਵਿੱਚ ਕੁਝ ਸਕਿੰਟਾਂ ਦੇ ਲਈ ਸੀ, ਕਹਿੰਦੇ ਜੀ ਉਹ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਵੀ ਆਹ ਬੰਦਾ ਜਿਹੜਾ ਅਜ਼ਰਬਾਈਜਾਨ ਤੋਂ ਫੜ ਕੇ ਲਿਆਂਦਾ ਸਚਨ ਥਾਪਨ, ਅਸੀਂ ਉਹ ਵੀ ਲਿਆਂਦਾ, ਇਹ ਵੀ ਕੇਸ ਨੇਪਰੇ ਚੜੂਗਾ, ਆਹ ਵੀ ਕੇਸ ਨੇਪਰੇ ਚੜੂਗਾ, ਹੋਰ ਵੀ ਬੰਦੇ ਜਿਹੜੇ ਲਿਆਉਣ ਵਾਲੇ ਅਸੀਂ ਸਾਰੇ ਲਿਆਵਾਂਗੇ। ਹੁਣ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਚਰਚਾ ਚੱਲੇ ਸਿੱਧੂ ਮੂਸੇਵਾਲੇ ਦੇ ਕੇਸ ਦੀ। ਇੱਧਰਲੇ ਪਾਸੇ 24 ਬੰਦੇ ਇੱਕ ਵਾਰੀ ਪੇਸ਼ ਕੀਤੇ ਜਾਣ, ਜੱਜ ਸਾਹਿਬ ਸਖਤੀ ਨਾਲ ਕਹਿਣਗੇ ਅਗਲੀ ਵਾਰੀ ਬਾਕੀ ਬੰਦੇ ਵੀ ਪੇਸ਼ ਕਰੋ। ਤੇ SSP ਨੇ ਡਾਕਟਰ ਨਾਨਕ ਸਿੰਘ ਉਹਨਾਂ ਨੂੰ ਮਿਲੇ, ਬਲਕੌਰ ਸਿੰਘ ਹੋਰੀ ਅਦਾਲਤ 'ਚ ਤਾਂ ਨਹੀਂ ਗਏ। ਤੇ ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਦੇਖੋ ਰੱਬ ਤੋਂ ਬਾਅਦ ਜੇ ਕਿਸੇ ਤੇ ਯਕੀਨ ਹੈ ਤਾਂ ਅਦਾਲਤ ਤੇ ਹੀ ਹੈ। ਕਹਿੰਦੇ ਥੋੜ੍ਹੀ ਜਿਹੀ ਪੋਜ਼ਿਟਿਵਿਟੀ ਹੋਈ ਹੈ, ਥੋੜ੍ਹੀ ਜਿਹੀ ਆਸ ਬੱਝੀ ਹੈ ਕਿ ਮਾਮਲਾ ਕਿਸੇ ਤਣ ਪੱਤਣ ਲੱਗੂਗਾ,
ਕੁਝ ਬੰਦੇ ਹੋਰ ਆ ਉਹ ਕਹਿੰਦੇ ਜੀ ਜਿਨ੍ਹਾਂ ਦੇ ਨਾਂ ਅਸੀਂ ਵਿੱਚ ਸ਼ਾਮਲ ਕਰਾਉਣਾ ਚਾਹੁੰਦੇ ਦੱਸੇ ਆ, ਕਹਿੰਦੇ ਅੱਜ ਵੀ ਦੱਸੇ ਆ, ਅਸੀਂ ਆਸ ਕਰਦੇ ਹਾਂ ਕਿ ਉਹ ਸ਼ਾਮਲ ਹੋਣਗੇ। ਬਾਕੀ ਉਹ ਕਹਿੰਦੇ ਕੇਸ ਵੀ ਤੁਹਾਨੂੰ ਪਤਾ ਬਹੁਤ ਖਿਲ ਰਿਹਾ, ਕੋਈ ਬੰਦਾ ਇੱਥੇ, ਕੋਈ ਹੋਰ ਸੂਬੇ 'ਚ, ਕੋਈ ਹੋਰ ਦੇਸ਼ 'ਚ, ਇਹਨੂੰ ਇਕੱਠਾ ਕਰਨ ਨੂੰ ਬੜਾ ਟਾਈਮ ਲੱਗ ਗਿਆ। ਪਰ ਫਿਰ ਵੀ ਕਹਿੰਦੇ ਜੀ ਅਸੀਂ ਆਸ ਕਰਦੇ ਹਾਂ ਕਿ ਭਾਈ ਇਨਸਾਫ ਮਿਲੂਗਾ ਜ਼ਰੂਰ, ਮੁੰਡੇ ਦਾ ਜਿਨ੍ਹਾਂ ਨੇ ਕਤਲ ਕੀਤਾ ਉਹ ਬੰਦੇ ਬਖਸ਼ੇ ਨਹੀਂ ਜਾਣਗੇ। ਸੰਧਾਲੀਆ ਸਾਹਿਬ, ਹੁਣ ਮੈਂ ਤਾਂ ਇਹ ਕਹਿੰਦਾ ਕਿ ਜਿਹੜੇ ਅੱਜ ਬੋਲ ਬਲਕੌਰ ਸਿੰਘ ਹੋਰਾਂ ਦੇ ਨੇ, ਸਰਕਾਰ ਪਗਾ ਦੇਵੇ, ਹੁਣ ਢਿੱਲ ਨਾ ਹੋਵੇ ਕਿਸੇ ਤਰ੍ਹਾਂ ਦੀ। ਸਰਕਾਰ ਤਾਂ ਕਹਿੰਦੀ ਅਸੀਂ ਪਹਿਲਾਂ ਵੀ ਨਹੀਂ ਢਿੱਲ ਕੀਤੀ। ਜੇ ਕੋਈ ਬੰਦਾ ਬਾਹਰੋਂ ਲਿਆਉਣ ਵਾਲਾ ਜਿੱਦਾਂ ਸਚਿਨ ਥਾਪਨ ਲੈ ਜਾਂਦਾ, ਬਾਕੀ ਵੀ ਅੜਿੱਕੇ ਚਾੜ ਕੇ ਲਿਆਓ ਜਰਾ। ਗੋਲਡੀ ਬਰਾੜ ਦੀ ਉਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਕਿ ਉਹ ਬੰਦੇ ਨੂੰ ਕਾਬੂ ਕਰੋ, ਉਹ ਬੰਦੇ ਨੂੰ ਕਾਬੂ ਕਰੋਗੇ ਸਭ ਕੁਝ ਪਤਾ ਲੱਗ ਜੂ। ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਉਸ ਪਰਿਵਾਰ ਨੂੰ ਮੁੰਡਾ ਤਾਂ ਨਹੀਂ ਮਿਲਣਾ, ਘੱਟੋ ਘੱਟ ਇਨਸਾਫ ਹੀ ਮਿਲ ਜੇ। ਨਹੀਂ ਦੇਖੋ, ਜਿਸ ਹਿਸਾਬ ਨਾਲ ਉਹਨਾਂ ਨੇ ਆਪਣਾ ਉਹ ਕੇਸ ਹੁਣ ਤੋਂ ਲੈ ਕੇ ਹੁਣ ਤੱਕ ਲੜਿਆ, ਤੇ ਜੇ ਉਹਨਾਂ ਨੂੰ ਜਾਪੇ ਵੀ ਹੁਣ ਚਲੋ ਗ੍ਰਹਿ ਮੰਤਰੀ ਸਾਹਿਬ ਵੀ ਜ਼ਿਕਰ ਕਰਦੇ ਨੇ, ਸਰਕਾਰਾਂ ਕੰਮ ਕਰ ਰਹੀਆਂ ਨੇ, ਜੇ ਮੰਨ ਲਓ ਵੀ ਹੁਣ ਅਦਾਲਤਾਂ ਦੇ ਵਿੱਚ ਵੀ ਪੇਸ਼ੀਆਂ ਹੋਣ ਲੱਗ ਪਈਆਂ, ਤੇ ਫਿਰ ਥੋੜ੍ਹੀ ਜਿਹੀ ਤਸੱਲੀ ਤੇ ਹੁੰਦੀ ਹੈ। ਹਾਲਾਂਕਿ ਉਹ ਜੋ ਘਾਟਾ ਪੈ ਗਿਆ ਉਹ ਤੇ ਪੂਰਾ ਹੋ ਨਹੀਂ ਸਕਦਾ, ਪਰ ਕਿਸੇ ਵੇਲੇ ਇਹ ਹੁੰਦਾ ਨਾ ਵੀ ਚਲੋ ਯਾਰ ਜੋ ਘਟ ਗਿਆ ਵਾਪਰ ਗਿਆ, ਜਿਹਨੇ ਕੀਤਾ ਉਹਨੂੰ ਦੀ ਸਜ਼ਾ ਤੇ ਮਿਲੇ, ਤੇ ਜੇ ਉਸ ਪਾਸੇ ਨੂੰ ਸਟੈਪ ਤੁਰਿਆ ਤੇ ਫਿਰ ਥੋੜ੍ਹੀ ਤਸੱਲੀ ਤੇ ਹੋਊਗੀ। ਪਰ ਆਪੇ ਬੇਨਤੀ ਇਹ ਕਰਦੇ ਨਾਲ ਵੀ ਇਹ ਸਾਰਾ ਕੁਛ ਜੋ ਵੀ ਤਾਣਾ ਬਾਣਾ ਉਲਝਿਆ, ਜਾਂ ਇਹ ਕੇਸ ਲਾ ਲਓ ਜਾਂ ਇਹਦੇ ਨਾਲ ਦੇ ਹੋਰ ਕੇਸ ਲਾ ਲਓ, ਇਹ ਸਾਰੇ ਕੁਛ ਨੂੰ ਅੰਜਾਮ ਦੇਣ ਵਾਲੇ ਜਿਹੜੇ ਲੋਕ ਨੇ, ਜਾਂ ਜਿਹੜੇ ਉਹ ਕਹਿ ਲਓ ਕਿ ਭਟਕੇ ਹੋਏ ਰਾਹ ਤੋਂ ਨੌਜਵਾਨ ਨੇ, ਉਸ ਪਾਸੇ ਜਾਣ ਨਾ, ਇਹਦੇ ਤੇ ਵੀ ਕੰਮ ਹੋਣਾ ਚਾਹੀਦਾ। ਕਿਉਂਕਿ ਜੇ ਮੰਨ ਲਓ ਆਪਾਂ ਆਉਂਦੇ ਹਾਂ ਵੀ ਆਹ ਕੇਸ ਬਣ ਗਿਆ ਜੀ, ਇਹਨੂੰ ਸੋਲਵ ਕਰਤਾ ਜੀ, ਅੱਗੇ ਅੱਛਾ ਇੱਕ ਹੋਰ ਕੇਸ ਬਣ ਗਿਆ, ਉਹ ਕਿ ਹੁਣ ਆਪਾਂ ਉਹਨੂੰ ਸੋਲਵ ਕਰਦੇ ਹਾਂ, ਉਹ ਕਰਦਿਆਂ ਦੋ ਹੋਰ ਬਣ ਜਾਣ, ਉਹ ਫਿਰ ਜਿਹੜਾ ਇੱਕ ਕਹਿ ਲਓ ਕਿ ਸਾਈਕਲ ਆ ਉਹ ਤੇ ਨਾ ਖਤਮ ਹੋਇਆ, ਉਹ ਤੇ ਟੁੱਟਾ ਹੀ ਨਹੀਂ। ਉਹਦਾ ਵੀ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਲੱਭਿਆ ਜਾਣਾ ਚਾਹੀਦਾ ਵੀ ਇਸ ਪਾਸੇ ਨੌਜਵਾਨੀ ਜਾਂਦੀ ਕਿਉਂ ਆ, ਕਾਰਨ ਕਿਹੜੇ ਨੇ, ਤੇ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਨਾਂ ਦਾ ਹੱਲ ਕਰ ਲਿਆ ਜਾਵੇ, ਤਾਂ ਜੋ 2 4 5 ਸਾਲ ਲੱਗ ਜਾਣਗੇ, ਚਲੋ ਆਪਾਂ ਵੱਧ ਤੋਂ ਵੱਧ ਕਹਿੰਦੇ ਹਾਂ, ਪਰ ਐਟਲੀਸਟ ਤੁਸੀਂ ਇਹ ਦੇਖੋ ਵੀ ਜਿਹੜੀ ਚੀਜ਼ ਜਾਂ ਜਿਹੜਾ ਸ਼ਬਦ ਹੋ ਸਕਦਾ ਪੰਜਾਬ ਵਾਲਿਆਂ ਨੇ ਕਿਤੇ ਕਈ ਦਹਾਕੇ ਪਹਿਲਾਂ ਕਿਤੇ ਫਿਲਮਾਂ ਹਿੰਦੀ ਫਿਲਮਾਂ 'ਚ ਸੁਣਿਆ ਹੁੰਦਾ ਹੈ, ਗੈਂਗਸਟਰ, ਹੈ ਨਾ ਜੀ, ਉਹ ਸ਼ਬਦ ਪੰਜਾਬ ਦੇ ਵਿੱਚ ਪੰਜਾਬੀ ਮੁੰਡਿਆਂ ਦੇ ਲਈ ਵਰਤਿਆ ਜਾਣ ਲੱਗ ਪਵੇ, ਇਹਦੇ ਤੋਂ ਮਾੜੀ ਗੱਲ ਕੋਈ ਨਹੀਂ। ਤੇ ਜੇ ਇੰਨੇ ਸਾਲ ਇਸ ਬਿਮਾਰੀ ਨੂੰ ਆਉਂਦਿਆਂ ਲੱਗ ਗਏ, ਤੇ ਮੈਂ ਨਾ ਇਹਦੇ ਹੱਲ ਨੂੰ ਹੋਰ 2 4 ਸਾਲ ਲਾ ਲਓ, ਫਿਰ ਇਹਦਾ ਹੱਲ ਕਰ ਲਓ, ਆਪੇ ਲੋਕਾਂ ਨੂੰ ਨਜ਼ਰ ਆਵੇ। ਹਾਂ, ਕਿ ਹੁੰਦਾ ਨਾ ਕਿ ਕਿੱਦਾਂ ਜੀ ਹੁਣ ਪਾਪਾ ਜੀ ਹੁਣ ਕੁਛ ਠੀਕ ਨੇ, ਉਹ ਹੁਣ ਥੋੜ੍ਹਾ ਜਿਹਾ ਬਹਿੰਦੇ ਆ ਤੇ ਰੋਟੀ ਵੀ ਥੋੜ੍ਹੀ ਜਿਹੀ ਖਾਂਦੇ ਆ, ਹੁਣ ਅਟਕਦਾ ਆ ਅੰਦਰ ਕੁਛ, ਹੈ ਨਾ, ਅੱਗੇ ਨਾਲੋਂ ਥੋੜ੍ਹਾ ਜਿਹਾ ਫਰਕ ਹੈ। ਹੁਣ ਪਛਾਣਦੇ ਵੀ ਆ। ਕੱਲ ਮੈਂ ਗਿਆ ਤੇ 2 ਗੱਲਾਂ ਕੀਤੀਆਂ, ਤੁਹਾਡਾ ਵੀ ਪੁੱਛਿਆ ਮਾੜੀ ਜਿਹਾ ਸੈਂਤ ਜੀ ਮਾਰ ਕੇ। ਲੋਕਾਂ ਨੂੰ ਨਜ਼ਰ ਆਉਣੀ ਚਾਹੀਦੀ ਹੈ। ਲੋਕ ਚੱਕ ਦਿੰਦੇ ਫੱਟੇ, ਜਦੋਂ ਪਤਾ ਲੱਗਦਾ ਨਾ ਕਿ ਹੜ੍ਹ ਦੇ ਕਰਕੇ ਬੰਨ੍ਹ ਟੁੱਟਿਆ, ਵੀ 10 ਬੋਰੀਆਂ ਸਿੱਟੀਆਂ, ਪਾਣੀ ਘਟਿਆ, ਲੋਕ ਕਹਿੰਦੇ ਚੱਕ ਦਿਓ, ਮਾਰੋ ਹੱਲਾ। ਆਪਣੇ ਪੰਜਾਬੀਆਂ ਦੇ ਮਾਰੋ ਹੱਲਾ ਵਾਲਾ ਸ਼ਬਦ ਜਿਹੜਾ ਉਹ ਬਹੁਤ ਜ਼ਿਆਦਾ ਪ੍ਰਚਲਿਤ ਹੈ। ਸੰਧਾਲੀਆ ਸਾਹਿਬ, ਬੀਤੇ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਕਿ ਭਾਈ ਅਸਤੀਫਾ ਦੇਣ ਢਾਲੀਵਾਲ ਸਾਹਿਬ, ਤੇ ਦੂਸਰੇ ਪਾਸੇ ਮਿਨਿਸਟਰ ਜਿਹੜੇ ਆਪਣੇ ਲਾਲਚੰਦ ਕਟਾਰੂ ਚੱਕ ਸਾਹਿਬ, ਜਿਹੜਾ 92 ਏਕੜ ਜ਼ਮੀਨ ਦਾ ਮਸਲਾ ਹੈ, ਗੋਲ ਪਿੰਡ ਨਰੋਟ ਚੈਂਬਲ ਸਿੰਘ ਬਲਾਕ ਵਾਲੀ, ਉਹਨਾਂ ਨੇ ਅਸਤੀਫਾ ਮੰਗਿਆ। ਹੁਣ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਬਾਜਵਾ ਸਾਹਿਬ ਦੀ ਤਾਂ ਸਾਰੀ ਰਾਜਨੀਤੀ ਇਸ ਇਲਾਕੇ ਦੀ ਹੈ, ਜਿਸ ਗੁਰਦਾਸਪੁਰ ਤੋਂ ਉਹ ਇਲੈਕਸ਼ਨ ਲੜਦੇ ਰਹੇ, MP ਬਣਦੇ ਰਹੇ ਆ, ਉਹ ਪਠਾਨਕੋਟ ਉਹਦੇ ਵਿੱਚੇ ਆਉਂਦਾ, ਗੁਰਦਾਸਪੁਰ ਵਿੱਚੇ ਆਉਂਦਾ। ਹੁਣ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵੀ ਕਿਹਾ, ਉਹ ਕਹਿੰਦੇ ਜੀ ਲਾਲਚੰਦ ਕਟਾਰੂ ਚੱਕ ਸਾਹਿਬ ਦਾ ਅਸਤੀਫਾ ਤਾਂ ਮਿਲਣਾ ਚਾਹੀਦਾ। ਇਹਨਾਂ ਨੇ ਪਹਿਲਾਂ ਪੁਰਾਣੇ ਕੇਸ ਦੇ ਵਿੱਚ ਵੀ, ਜਿਹੜਾ ਮੁੰਡੇ ਵਾਲਾ ਕੇਸ ਸੀ, ਉਹਦੇ ਵਿੱਚ ਵੀ ਮੁੰਡੇ ਤੇ ਦਬਾਅ ਪਾਇਆ, ਉਹ ਤੋਂ ਅਰਜ਼ੀ ਵਾਪਸ ਕਰਾਈ ਹੈ। ਹੁਣ ਆ ਦੇਖੋ ਤੁਸੀਂ, ਉਹ ਕਹਿੰਦੇ ਜੀ ਜੇ ਇੱਕ ਅਰਧ ਸਰਕਾਰੀ ਚਿੱਠੀ ਉਹਨਾਂ ਨੇ ਕਿਹਾ, ਜਿਹੜਾ DO ਲੈਟਰ ਹੈ, ਉਹ ਕਹਿੰਦੇ ਜੀ ਇਹਨਾਂ ਨੇ ਅਰਧ ਸਰਕਾਰੀ ਚਿੱਠੀ ਲਿਖੀ ਇੱਕ ਦਾਗੀ ਅਧਿਕਾਰੀ ਦੇ ਹੱਕ 'ਚ ਕਿ ਉਹਨੂੰ ਪ੍ਰਮੋਸ਼ਨ ਦਿਓ। ਆਪਾਂ ਕੱਲ BDPO, DDPO, EDC ਡਿਵੈਲਪਮੈਂਟ ਸਾਰੇ ਸ਼ਬਦ ਕੁਲਦੀਪ ਸਿੰਘ ਹੋਰਾਂ ਦੇ ਬਾਰੇ ਕੁਲਦੀਪ ਸਿੰਘ ਅਧਿਕਾਰੀ ਦੇ ਬਾਰੇ ਵਰਤੇ ਸੀ। ਉਹ ਕਹਿੰਦੇ ਜੀ ਇਹਨਾਂ ਨੇ ਦਾਗੀ ਅਧਿਕਾਰੀ ਨੂੰ ਤਰੱਕੀ ਦੇਣ ਲਈ DO ਲੈਟਰ ਲਿਖਿਆ, ਫਿਰ ਉਹ ਬੰਦੇ ਦੀ ਤਰੱਕੀ ਹੋਈ ਹੈ। ਇਹਦਾ ਮਤਲਬ ਹੈ ਕਿ ਇਹਨਾਂ ਦਾ ਕੋਲ ਸੀ ਹਿਸਾਬ ਕਿਤਾਬ ਜਿਹਾ, ਇਹ ਰਲ ਮਿਲ ਕੇ ਕਰਦੇ ਸੀ। ਇਸ ਕਰਕੇ ਕਹਿੰਦੇ ਜੀ ਇਹ ਬੰਦੇ ਦਾ ਤਾਂ ਤੁਰੰਤ ਅਸਤੀਫਾ ਚਾਹੀਦਾ, ਭਗਵੰਤ ਮਾਨ ਸਾਹਿਬ ਇਹਨਾਂ ਨੂੰ ਕੱਢੋ ਬਾਹਰ। ਹੁਣ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਮੰਗ ਕਰਤੀ, ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਮੰਗ ਕਰਤੀ, ਮੈਨੂੰ ਲੱਗਦਾ ਜਦੋਂ ਕਾਂਗਰਸੀ ਉੱਧਰੋਂ ਹੜ੍ਹਾਂ ਵਾਲੇ ਪਾਸਿਓਂ ਧਰਨੇ ਦੇ ਕੇ ਵਿਹਲੇ ਹੋ ਗਏ, ਹੋ ਸਕਦਾ ਇੱਧਰਲੇ ਪਾਸੇ ਕਦਾ ਧਰਨਾ ਵੀ ਆ ਜਾਏ। ਹਾਂ, ਨਹੀਂ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਪਰ ਇੱਕ ਗੱਲ ਹੈ ਨਾ, ਤੁਸੀਂ ਦੇਖੋ ਵੀ ਇਹ ਸਾਰਾ ਕੰਮ ਹੋਣਾ ਨਹੀਂ ਸੀ, ਜਾਂ ਆਪਾਂ ਕੱਲ ਵੀ ਇਹੀ ਚੀਜ਼ਾਂ ਕੀਤੀਆਂ ਸੀ, ਜਾਂ ਭਵਿੱਖ 'ਚ ਵੀ ਨਹੀਂ ਹੋਊਗਾ, ਜੇ ਸਰਕਾਰ ਇਹਨਾਂ ਗੱਲਾਂ ਦਾ ਖਿਆਲ ਰੱਖੇ ਕਿ ਵੀ ਵੀਰ ਮੇਰਾ ਜਿਹੜੀ ਗੱਲ ਅੱਜ ਆਪਾਂ ਹੋ ਸਕਦਾ ਵੀ ਅੰਦਰ ਖਾਤੇ ਕਿਸੇ ਵੇਲੇ ਹੁੰਦਾ ਨਾ ਵੀ ਸੋਫੇ 'ਚ ਅੱਜ ਕੱਲ੍ਹ ਦਾ ਸੋਫਾ ਬਣਦਾ ਹੀ ਨਹੀਂ, ਖੈਰ ਅੱਜ ਕੱਲ੍ਹ ਦਾ ਡਰਾਇੰਗ ਰੂਮ ਦਾ ਵੀ ਗੱਲ ਰਹਿ ਜਾਂਦੀ ਵੀ ਗਾਂਹ ਪਿੱਛੇ ਸਬਾਤੇ ਬਹਿ ਕੇ ਵੀ ਜਿਹੜਾ ਕਿਸੇ ਹੁੰਦਾ ਵੀ ਬੂਹੇ ਭੇਡ ਲਓ ਇੱਕ ਨਾ ਕਿਸੇ ਨੂੰ ਪਤਾ ਨਾ ਲੱਗੇ, ਉਹ ਗੱਲ ਪਤਾ ਲਾਉਣ ਵਾਲਿਆਂ ਨਹੀਂ ਲਾਈ। ਆਪਾਂ ਤਾਂ ਮੇਰਾ ਖਿਆਲ ਸਾਲ ਹੀ ਹੋ ਗਿਆ ਇਹ ਗੱਲ ਕਹਿੰਦੇ ਨੂੰ ਵੀ ਤੁਸੀਂ ਇਹ ਮਤ ਸੋਚਿਓ ਕਿ ਜਿਹੜੇ ਬੰਦੇ ਤੁਹਾਡੇ ਨਾਲ ਸੁਣਾਓ ਜੀ ਸਤਿ ਸ੍ਰੀ ਅਕਾਲ ਜੀ ਕਰਦੇ ਫਿਰਦੇ ਨੇ ਉਹ ਤੁਹਾਡੇ ਹੀ ਨੇ,
ਤੇ ਫਿਰ ਆਪਾਂ ਉਹਦੇ ਲਈ ਕਿੱਸਾ ਵੀ ਯਾਦ ਕਰਾਉਂਦੇ ਸੀ ਵੀ ਤੁਹਾਡੇ ਹੀ ਵਿਰੋਧੀ ਪਾਰਟੀਆਂ ਵਾਲਿਆਂ ਨੇ ਕਈ ਵਾਰਾਂ ਕਿਹਾ ਉਹਦੇ ਬੰਦੇ ਦੇ ਫਿਰ ਆਪਣੇ ਹੀ ਉਹਨਾਂ ਦੇ ਫਿਰ ਆ ਹੀ ਜਾਣਾ ਤੇ ਜੇ ਬੰਦੇ ਤੁਹਾਡੇ ਤੋਂ ਟਿਕਟਾਂ ਲੈਣ ਵਾਲੇ ਵਾੜੇ ਜਾ ਸਕਦੇ ਆ ਤੇ ਜਿੱਥੋਂ ਟਿਕਟਾਂ ਲੈ ਕੇ ਤੁਸੀਂ ਜਿੱਤ ਕੇ ਆਏ ਹੋ ਉਹਨਾਂ ਟਿਕਟਾਂ ਵਾਲਿਆਂ ਦੇ ਨਾਲ ਬੰਦੇ ਕੋਈ ਡੈਰੀ ਵਾਲਾ, ਕੋਈ ਫੋਨ ਵਾਲਾ, ਕੋਈ ਗੱਡੀ ਵਾਲਾ, ਕੋਈ ਸੁਣਾਉਣ ਜੀ ਵਾਲਾ, ਕੋਈ ਸਤਿ ਸ੍ਰੀ ਅਕਾਲ ਵਾਲਾ, ਹੋਰ ਜਨਾਬ ਤੁਹਾਡੇ ਵਾਲੀਆਂ ਜੀ, ਹੋਰ ਦੱਸੋ ਮੰਤਰੀ ਸਾਹਿਬ, MLA ਸਾਹਿਬ, ਉਹ ਵੀ ਤੇ ਵਾੜੇ ਹੀ ਜਾ ਸਕਦੇ ਆ। ਨਹੀਂ ਵਾੜੇ ਜਾ ਸੋ ਇਸ ਕਰਕੇ ਜੇ ਤੁਹਾਨੂੰ ਇਹ ਜਾਪਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਦਾ ਇਹਦੇ ਪਤਾ ਲਾਉਣ ਵਾਲੇ ਬਥੇਰੇ ਨੇ। ਸੋ ਇਸ ਕਰਕੇ ਕੋਈ ਵੀ ਜੇ ਆਪਾਂ 2-2.5 ਤਾਂ ਬਹੁਤ ਦੂਰ ਦੀ ਗੱਲ ਹੈ ਨਾ, ਕਹਿੰਦਾ 2 ਨੰਬਰ ਦਾ ਕੰਮ, 2.5 ਨੰਬਰ ਦਾ ਕੰਮ, 1.25 ਨੰਬਰ ਵਾਲਾ ਕੰਮ ਜਿਹੜਾ ਨਾ ਉਹ ਵੀ ਨਾ ਸੋਚੋ, 1 ਨੰਬਰ ਵਾਲਾ ਕੰਮ ਚਾਹੀਦਾ ਜੀ। ਸੋ ਜੇ ਉਹਦੇ ਤੇ ਮੇਰਾ ਖਿਆਲ ਚੱਲਦੇ ਰਹਿਣਗੇ ਤੇ ਫਿਰ ਠੀਕ ਆ, ਨਹੀਂ ਤੇ ਫਿਰ ਤੁਹਾਨੂੰ ਪਤਾ ਇਹ ਪੰਜਾਬ ਦੇ ਲੋਕਾਂ ਨੂੰ ਹੁਣ ਤੇ ਆਦਤ ਪਈ ਆ, ਉਹ ਕਹਿੰਦਾ ਮੈਂ 9 ਜਾਂ ਲਿਬੜਦਾ 15 ਦਿਨ ਸਾਈ ਲੱਗਦੀ ਹੈ, ਪਰ ਚੀਕ 5 ਸਾਲ ਵੱਜਦੀ ਹੈ ਮੁੜ ਕੇ। ਹਾਂ ਵੀ ਜਿਹਨੂੰ ਨਹੀਂ ਪਾ ਕੇ ਆਉਂ ਤੇ ਸਭ ਤੋਂ ਬਾਅਦ ਸਮਾਂ ਵੋਟ ਪਾਉਣ ਤੋਂ ਬਾਅਦ ਖੜਦੇ ਉਹਦੇ ਕੋਲ ਹੀ ਭਾਜੀ ਤੁਹਾਡੇ ਨਾਲ ਹੀ ਇਹ ਗੱਲ ਕਿਹੜੀ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਕਰੀਏ ਤਾਂ ਪਿਛਲੇ ਦਿਨੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਖੁਦ ਇੰਕਸ਼ਾਫ ਕੀਤਾ ਸੀ ਕਿ ਭਾਈ ਜਿਹੜਾ ਲੰਗਰ ਬਚ ਗਿਆ, ਲੰਗਰ ਪ੍ਰਸ਼ਾਦਾ, ਜਿਹੜੇ ਪ੍ਰਸ਼ਾਦੇ ਬਚ ਗਏ, ਸੁੱਕ ਗਏ, ਜਾਂ ਜਿਹੜੀ ਕੁਝ ਜੂਠ ਬਚ ਜਾਂਦੀ ਹੈ ਕਿ ਉਹ ਕਰੋੜਾਂ ਰੁਪਏ ਦੀ ਗਾਹਾਂ ਬਾਜ਼ਾਰ ਦੇ ਵਿੱਚ ਵਿਕਦੀ ਹੈ। ਤੇ ਉਹਨਾਂ ਨੇ ਕਿਹਾ ਸੀ ਕਿ ਉਹਦੇ ਵਿੱਚੋਂ ਘਪਲਾ ਹੋਇਆ ਤੇ ਕਰੋੜਾਂ ਰੁਪਏ ਦਾ ਘਪਲਾ ਹੋਇਆ, ਇੰਨੇ ਕੁ ਬੰਦੇ ਅਸੀਂ 50 ਤੋਂ ਵੱਧ ਸਸਪੈਂਡ ਕਰ ਦਿੱਤੇ ਆ, ਬਾਕੀ ਜਾਂਚ ਪੜਤਾਲ ਅਜੇ ਚੱਲਦੀ ਹੈ। ਉਦੋਂ ਆਪਾਂ ਕਿਹਾ ਸੀ ਕਿ ਇੰਨੀ ਚੰਗੀ ਗੱਲ ਹੈ ਕਿ SGPC ਨੇ ਆਪ ਫੜ ਲਿਆ, ਉਹਨਾਂ ਦੇ ਫਲਾਈਂਗ ਸਕੁਐਡ ਨੇ ਫੜ ਲਿਆ ਸੀ ਕਿ ਉਹਦੇ ਵਿੱਚ ਹੈਗਾ ਰੌਲਾ। ਫਿਰ ਕਈ SGPC ਦੇ ਕਰਮਚਾਰੀ ਜਿਹੜੇ ਸਸਪੈਂਡ ਕਰ ਦਿੱਤੇ ਸੀ ਉਹਨਾਂ ਨੇ ਧਰਨਾ ਲਾਉਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਆਣ ਕੇ ਬੇਨਤੀਆਂ ਕਰਨੀਆਂ ਸ਼ੁਰੂ ਕਰਤੀਆਂ ਕਿ ਜਾਂਚ ਚੰਗੇ ਤਰੀਕੇ ਕਰ ਲਓ, ਸਾਡਾ ਕਸੂਰ ਕੋਈ ਨਹੀਂ। ਹੁਣ 23 ਬੰਦੇ ਜਿਹੜੇ SGPC ਦੇ ਜਨਰਲ ਸਕੱਤਰ ਨੇ ਸਰਦਾਰ ਗੁਰਚਰਨ ਸਿੰਘ ਗਰੇਵਾਲ, ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਦੇ ਵਿੱਚੋਂ 23 ਬੰਦੇ ਜਿਹੜੇ ਸਸਪੈਂਡ ਕੀਤੇ ਸੀ ਅਸੀਂ ਬਹਾਲ ਕਰ ਦਿੱਤੇ, ਯਾਨੀ 40% ਕੁੱਲ ਉਹ ਬਹਾਲ ਨੇ। ਉਹਨਾਂ ਨੂੰ ਪੁੱਛਿਆ ਜੀ ਬਹਾਲ ਕਿੱਦਾਂ? ਉਹ ਕਹਿੰਦੇ ਜੀ ਅਸਲ ਦੇ ਵਿੱਚ ਜਦੋਂ ਅਸੀਂ ਦੁਬਾਰਾ ਇਹਨਾਂ ਦਾ ਪੱਖ ਸੁਣਿਆ ਚੰਗੇ ਤਰੀਕੇ, ਇਹਨਾਂ ਨੇ ਦਸਤਾਵੇਜ਼ ਲਿਆ ਕੇ ਦਿੱਤੇ, ਸਾਰਾ ਕੁਝ ਦੱਸਿਆ, ਇਹਨਾਂ ਦੀ ਲਾਪਰਵਾਹੀ ਜ਼ਰੂਰ ਸੀ ਕਿ ਇਹਨਾਂ ਨੇ ਆਪਣੀ ਡਿਊਟੀ ਬਹੁਤ ਚੰਗੇ ਤਰੀਕੇ ਨਾਲ ਕੀਤੀ, ਪਰ ਇਹਨਾਂ ਨੇ ਖਾਧਾ ਕੁਝ ਨਹੀਂ ਵਿੱਚੋਂ। ਇਹ ਉਸ ਘਪਲੇ ਦੇ ਜਾਂ ਲੁੱਟ ਦੇ ਹਿੱਸੇਦਾਰ ਨਹੀਂ ਸੀਗੇ, ਪਰ ਇਹਨਾਂ ਨੇ ਲਾਪਰਵਾਹੀ ਕੀਤੀ, ਇਹਨਾਂ ਨੇ ਧਿਆਨ ਨਹੀਂ ਰੱਖਿਆ ਆਪਣੇ ਕੰਮ ਦੇ ਉੱਤੇ ਤੇ ਉਹ ਲੁੱਟ ਹੋਈ ਤੇ ਇਹਨਾਂ ਦੇ ਕੋਲੋਂ ਪੈਸੇ ਪੂਸੇ ਦਾ ਕੋਈ ਲੈਣਾ ਦੇਣਾ ਨਹੀਂ। ਇਸ ਕਰਕੇ ਉਹ ਕਹਿੰਦੇ ਅਸੀਂ ਇਹਨਾਂ ਦੀ ਇਨਕਰੀਮੈਂਟ ਰੋਕ ਰਹੇ ਹਾਂ, ਲਾਪਰਵਾਹੀ ਦੀ ਸਜ਼ਾ ਇਹਨਾਂ ਨੂੰ ਦੇ ਰਹੇ ਹਾਂ, ਪਰ ਕਿਉਂਕਿ ਉਸ ਘਪਲੇ ਦੇ ਵਿੱਚ ਸਾਜ਼ਿਸ਼ ਘਾੜੇ ਦੇ ਤੌਰ ਤੇ ਜਾਂ ਉਸ ਘਪਲੇ ਦੇ ਵਿੱਚੋਂ ਲਾਭ ਪ੍ਰਾਪਤ ਕਰਤਾ ਦੇ ਤੌਰ ਤੇ ਨਹੀਂ ਸੀ, ਇਸ ਕਰਕੇ ਅਸੀਂ ਇਹਨਾਂ ਨੂੰ ਬਹਾਲ ਕਰਦੇ ਹਾਂ। ਯਾਨੀ ਤਕਰੀਬਨ 30 ਬੰਦੇ ਅਜੇ ਵੀ ਨੇ ਜਿਹੜੇ ਸਸਪੈਂਡ ਹੀ ਨੇ, ਇਹ 23 ਬੰਦੇ ਹੁਣ ਦੁਬਾਰਾ ਕੰਮ ਤੇ ਆਉਣਗੇ। ਚਲੋ ਮੇਰਾ ਖਿਆਲ ਜਿੱਦਣ ਇਹ ਗੱਲ ਨਿਕਲੀ ਸੀ ਉਸ ਦਿਨ ਅਗਲੇ ਦਿਨ ਹੀ ਆਪਾਂ ਮੇਰੇ ਗੱਲ ਸੁਣੀ ਸੀ ਕਿ ਵੀ ਜੋ ਉੱਥੇ ਜੀ SGPC ਦੇ ਮੁਲਾਜ਼ਮ ਜਿਹੜੇ ਨੇ ਜੀ ਉਹਨਾਂ ਨੇ ਹੜਤਾਲ ਕਰ ਦਿੱਤੀ ਹੈ ਜੀ, ਉੱਥੇ ਦਰੀ ਵਿਛਾ ਕੇ ਬਹਿ ਗਏ ਨੇ, ਉਹ ਕਹਿੰਦੇ ਧਰਨਾ ਪ੍ਰਦਰਸ਼ਨ ਕਰਾਂਗੇ। ਐਂਡ ਬੜੀ ਇਸ ਚੀਜ਼ ਦੇ ਉੱਪਰ ਵੀ ਡਿਬੇਟ ਚੱਲ ਪਈ ਵੀ ਯਾਰ SGPC ਦੇ ਮੁਲਾਜ਼ਮ ਜੇ ਉਹਨਾਂ ਦੇ ਉੱਪਰ ਦੋਸ਼ ਲੱਗਦਾ ਤੇ ਉਹ ਹੁਣ ਧਰਨੇ ਦੇਣਗੇ ਵੀ ਸਾਡੇ ਅਸੀਂ ਮਤਲਬ ਸਾਨੂੰ ਚੋਰੀ ਕਰਨ ਦਾ ਅਧਿਕਾਰ ਹੈ। ਪਰ ਇਹਦਾ ਮਤਲਬ ਇਹ ਹੋ ਗਿਆ ਵੀ ਕੁਝ ਬੰਦੇ ਸੀਗੇ ਜਿਹੜੇ ਆਪਣੀ ਥਾਂ ਦੇ ਉੱਪਰ ਸੱਚੇ ਹੋਣਗੇ ਵੀ ਯਾਰ ਤੁਸੀਂ ਜਾਂਚ ਕਰ ਲਈ, ਗੱਲ ਸਾਡੀ ਵੀ ਸੁਣ ਲਓ। ਪਰ ਚਲੋ ਮੈਂ ਨਾ ਵੀ ਚੰਗੀ ਗੱਲ ਹੈ ਜੀ SGPC ਨੇ ਦੁਬਾਰਾ ਉਹਨਾਂ ਨੂੰ ਮੌਕਾ ਦਿੱਤਾ, ਉਹਨਾਂ ਦੀ ਗੱਲ ਸੁਣੀ, ਉਹਦੇ 'ਚੋਂ ਸਗੋਂ ਇੱਕ ਹੋਰ ਨਤਾਰਾ ਹੋ ਗਿਆ। ਕਿਸੇ ਵੇਲੇ ਹੁੰਦਾ ਨਾ ਵੀ ਗੰਨਾ ਏਕਰਾਂ ਕੱਢਿਆ ਵੇਲਣੇ ਵੇਚਦੀ, ਉਹਦਾ ਨਾ ਏਕਰਾਂ ਦੋਹਰਾ ਕਰਕੇ ਦਿਓ ਵੇਚਦੀ, ਹੈ ਨਾ। ਉਹਦੇ ਨਾਲ ਇਹ ਹੋ ਗਿਆ ਵੀ ਜਿਹੜਾ ਬੰਦਾ ਨਹੀਂ ਸੀ ਉਹਦੇ ਵਿੱਚ ਸ਼ਾਮਲ ਉਹਨੂੰ ਪਾਸੇ ਕਰ ਦਿੱਤਾ ਗਿਆ। ਪਰ ਇੱਕ ਗੱਲ ਆ ਅਜੇ ਵੀ ਜਿੱਦਾਂ ਆਪਾਂ ਵੀ 30 ਦੇ ਕਰੀਬ ਜਾਂ ਸ਼ਾਇਦ 30 ਤੋਂ ਵੱਧ ਬੰਦੇ ਜਿਹੜੇ ਨੇ ਅਜੇ ਵੀ ਇਹਦੇ ਵਿੱਚ ਹੈਗੇ ਨੇ, ਉਹੋ ਜਿਹੇ ਹੋਰ ਨਾ ਕਿਸੇ ਦੇ ਵਿੱਚ ਨਾ ਹੋਣ। ਇਸ ਕਰਕੇ ਜਿਹੜੇ ਛਾਣਨੇ ਨੇ ਥੋੜ੍ਹੇ ਜਿਹੇ ਵੱਡੇ, ਥੋੜ੍ਹੇ ਜਿਹੇ ਬਰੀਕ ਤੇ ਥੋੜ੍ਹੇ ਜਿਹੇ ਛੇਤੀ ਚੱਲਦੇ ਰਹਿਣ ਤੇ ਚੰਗੀ ਗੱਲ ਹੈ, ਕਿਉਂਕਿ ਫਰਕ ਹੈ ਨਾ ਵੀ ਇੱਕ ਜਿਹੜਾ ਵਿਸ਼ਵਾਸ ਕਿਸੇ ਸੰਸਥਾ ਦੇ ਉੱਪਰ ਵੱਝਦਾ ਲੋਕਾਂ ਦਾ, ਜਦੋਂ ਕਿਤੇ ਮਾੜਾ ਜਿਹਾ ਵੀ ਤਿੜਕ ਜੇ ਨਾ ਤੇ ਫਿਰ ਉਹਨੂੰ ਖਿਲਾਰਨ ਵਾਲੇ ਕਈ ਜਾਂਦੇ ਨੇ ਇੱਧਰ ਉੱਧਰ। ਕਿਉਂਕਿ ਹੁਣ ਦੇਖੋ ਇਹ ਤਾਂ ਹੈ ਨਹੀਂ ਵੀ ਸਾਰਾ ਕੰਮ ਬੜਾ ਸਿੱਧ ਪੱਧਰਾ ਚੱਲ ਰਿਹਾ, ਕਿਉਂਕਿ ਇੱਧਰੋਂ ਉੱਧਰੋਂ ਕਹਿ ਲਓ ਕਿ ਵੀ ਉਹ ਕੁਛ ਨਾ ਕੁਛ ਕਰਨ ਵਾਲੇ ਬੰਦੇ ਤੇ ਹੈਗੇ ਨੇ ਨਾ। ਪਿਛਲੇ ਦਿਨ ਹੀ ਮੇਰਾ ਖਿਆਲ ਜਦੋਂ ਆਪਾਂ ਨੰਦੇੜ ਸਾਹਿਬ ਬੋਰਡ ਦੀ ਗੱਲ ਕੀਤੀ ਸੀ ਵੀ ਪ੍ਰਸ਼ਾਸਕ ਕੋਈ ਗੈਰ ਸਿੱਖ ਲਾਤਾ, ਹਾਲਾਂਕਿ ਉਹ ਧਾਮੀ ਸਾਹਿਬ ਨੇ ਉਸ ਚੀਜ਼ ਦਾ ਵਿਰੋਧ ਕੀਤਾ, ਹੋਰ ਸਿੱਖ ਹਲਕਿਆਂ ਦੇ ਵਿੱਚੋਂ ਵੀ ਵਿਰੋਧਤਾ ਆਈ। ਹੁਣ ਮੇਰਾ ਖਿਆਲ ਸੋਸ਼ਲ ਮੀਡੀਆ ਦੇ ਉੱਪਰ ਫੋਟੋਆਂ ਘੁੰਮਣ ਲੱਗ ਪਈਆਂ ਨੇ ਵੀ ਉਹ ਕਿਵੇਂ ਮੇਰਾ ਖਿਆਲ ਕੇਸਰੀ ਰੰਗ ਦਾ ਉਹਨੂੰ ਚੋਲਾ ਪਵਾ ਕੇ ਤੇ ਕੇਸਰੀ ਦਸਤਾਰ ਵੀ ਸਜਾਈ ਹੈ ਬੰਦੇ ਨੂੰ, ਹੈ ਨਾ। ਅਤੇ ਉਹ ਜਿਸ ਤਰ੍ਹਾਂ ਉਹ ਪੇਸ਼ ਕੀਤਾ ਜਾ ਰਿਹਾ ਤੇ ਉਦੋਂ ਤੋਂ ਬਾਅਦ ਇੱਕ ਤਰ੍ਹਾਂ ਨਾਲ ਲੀਕ ਖਿੱਚ ਕੇ ਉਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਕੋਈ ਵੀ ਗੈਰ ਸਿੱਖ ਚੁੱਕ ਕੇ ਉਹਨੂੰ ਤੁਸੀਂ ਪੱਗ ਬੰਨ੍ਹ ਕੇ ਤੇ ਆਖੋ ਵੀ ਹਾਂ ਵੀ ਹੁਣ ਇਹ ਸਾਰਾ ਪ੍ਰਬੰਧ ਵੇਖੂਗਾ, ਇਹ ਗੱਲ ਠੀਕ। ਇਹ ਗੱਲ ਤਾਂ ਨਾਲ ਬਣਦੀ ਛੇੜੀ ਵੀ ਜਿੱਥੇ ਵੀ ਕੋਈ ਸੰਸਥਾ ਹੋਵੇ ਜਿਹੜੀ ਕਿ ਸਿੱਖਾਂ ਨੇ ਮੰਨ ਲਓ ਵੀ ਮਿਹਨਤ ਨਾਲ ਬਣਾਈ ਜਾਂ ਕੁਰਬਾਨੀਆਂ ਦੇ ਕੇ ਬਣਾਈਆਂ, ਉਹਦੀਆਂ ਨੀਆਂ 'ਚੋਂ ਇੱਟਾਂ ਕੱਢਣ ਵਾਲੇ ਤਾਂ ਆਮ ਹੀ ਤੁਰੇ ਫਿਰਦੇ ਨੇ। ਅਤੇ ਜੇ ਮੰਨ ਲਓ ਵਿੱਚੋਂ ਹੀ ਬੰਦੇ ਇਹੋ ਜਿਹੇ ਕੋਈ ਲੱਭ ਗਏ ਤੇ ਫਿਰ ਅਗਲਾ ਕਹਿੰਦਾ ਵੀ ਥੋੜ੍ਹੀ ਜਿਹੀ ਮੈਂ ਖਿੱਚਦਾ, ਥੋੜ੍ਹੀ ਤੂੰ ਅੰਦਰੋਂ ਧੱਕਦੀ, ਹੈ ਨਾ। ਇਹ ਗੱਲ ਠੀਕ ਹੈ ਸੰਧਾਲੀਆ ਸਾਹਿਬ। ਜਾਂਦੇ ਆਪਾਂ ਪਾਕਿਸਤਾਨ ਦਾ ਜ਼ਿਕਰ ਫਿਰ ਜ਼ਰੂਰ ਕਰ ਲਈਏ। ਉਹ ਕਹਿਣਗੇ ਕਿ ਭਾਈ ਸ਼੍ਰੀਲੰਕਾ ਦਾ ਜ਼ਿਕਰ ਕੀਤਾ, ਚੀਨ ਦਾ ਕੀਤਾ, ਸਾਡੀ ਗੱਲ ਹੀ ਨਹੀਂ ਕੀਤੀ। ਉਹਨਾਂ ਦੀ ਕਰੋ ਭਾਈ, ਉਹਨਾਂ ਦੇ ਪ੍ਰਧਾਨ ਮੰਤਰੀ ਸਾਹਿਬ ਸੁੱਖ ਨਾ ਫੜੇ ਨਹੀਂ। ਹਾਂ, ਅਤੇ ਉਹ ਜਿਹੜੀ ਜੇਲ੍ਹ ਦਾ ਆਪਾਂ ਜ਼ਿਕਰ ਕੀਤਾ ਸੀ, ਹੁਣ 2-3 ਦਿਨ ਤਾਂ ਪਹਿਲੇ ਵਕੀਲ ਨਹੀਂ ਉਹਨਾਂ ਨੇ ਲਾਗੇ ਲੱਗਣ ਦਿੱਤੇ। ਉਹ ਕਹਿੰਦੇ ਹੁਣ ਕਿ ਕੋਈ ਗੱਲ ਨਹੀਂ,
ਭੇਜਦੇ ਆ। ਹੁਣ ਜਿਹੜੇ ਉਹਦੇ ਕਾਨੂੰਨੀ ਮਾਮਲਿਆਂ ਦੇ ਇੰਚਾਰਜ ਨੇ ਇਮਰਾਨ ਖਾਨ ਸਾਹਿਬ ਦੇ, ਸਾਬਕਾ ਪ੍ਰਧਾਨ ਮੰਤਰੀ ਹੋਰਾਂ ਦੇ, ਉਹ ਉਹਨਾਂ ਨੂੰ ਮਿਲਣ ਗਏ ਤੇ ਉਹਨਾਂ ਨੇ ਆਣ ਕੇ ਕਿਹਾ, ਕਹਿੰਦੇ ਜੀ ਔਖੇ ਬੜੇ ਨੇ ਇਮਰਾਨ ਖਾਨ ਸਾਹਿਬ, ਬਹੁਤ ਔਖੇ ਨੇ। ਕੀ ਗੱਲ ਹੋਈ? ਕਮਰਾ ਬੜਾ ਛੋਟਾ, ਕੋਠੜੀ 9x9 ਦੀ ਕੋਠੜੀ ਹੈ, C ਕਲਾਸ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਹੈ। ਕੋਠੜੀ ਵੀ ਉਹ ਹੈ ਜਿਹੜੀ ਅੱਤਵਾਦੀਆਂ ਦੇ ਲਈ ਰਾਖਵੀਂ ਹੁੰਦੀ ਹੈ। A ਕਲਾਸ ਚਾਹੀਦੀ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੋਠੜੀ, ਤੇ ਉਹ ਕਹਿੰਦੇ ਜੀ ਦਿਨੇ ਇਮਰਾਨ ਖਾਨ ਸਾਹਿਬ ਨੇ ਦੱਸਿਆ ਕਿ ਕੀੜੇ ਬਹੁਤ ਹੁੰਦੇ ਆ, ਰਾਤ ਨੂੰ ਮੱਛਰ ਬਹੁਤ ਹੁੰਦਾ ਹੈ, ਬਹੁਤ ਔਖੇ ਦਿਨ ਘੱਟ ਹੋ ਰਹੇ ਨੇ। ਤੇ ਮਾੜੀ ਗੱਲ ਯਾਰ ਵੈ ਕਿਤੇ 5 ਸਟਾਰ ਚ ਰੱਖ ਲੈਂਦੇ ਨਹੀਂ, ਜਿੰਨੇ ਜਿੱਥੋਂ ਤੁਹਾਡੇ ਦਿਲੋਂ ਨਿਕਲੀ ਨਾ ਮਾੜੀ ਗੱਲ, ਮੈਂ ਦੇਖਿਆ ਵੀ ਭਾਈ ਨੂੰ ਭਾਈ ਪਛਾਤਾ, ਲੀਡਰ ਨੂੰ ਲੀਡਰ ਪਛਾਤਾ। ਨਹੀਂ, ਮੈਂ ਉਹੀ ਕਹਿ ਰਿਹਾ, ਤੁਸੀਂ ਦੇਖੋ ਨਾ, ਮਤਲਬ ਯਾਰ ਜੇਲ੍ਹ 'ਚ ਵੀ ਤੇ ਮਤਲਬ ਵੱਖਰੀ ਸਹੂਲਤ ਚਾਹੀਦੀ ਹੈ ਨਾ, ਹੈ ਨਾ ਵੀ। ਹੁਣ ਜੇ ਮਤਲਬ ਮੈਂ ਨਾ ਵੀ ਇਹ ਹੱਦ ਹੀ ਹੈ ਨਾ ਵੈਸੇ ਜਿਹੜੇ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਭਲਿਆ ਲੋਕਾਂ ਵੀ ਉਹ ਭੂਆ ਪਿੰਡ ਗਿਆ ਉੱਥੇ ਮੈਨੂੰ ਵੱਖਰਾ ਨਾਲ ਬੈੱਡ ਚਾਹੀਦਾ ਵੀ ਜੇ ਕੁਝ ਖਾਧਾ ਪੀਤਾ ABCD ਕੁਝ ਅਸੀਂ ਨਹੀਂ ਆਉਂਦੇ ਵੀ ਜਿਨ੍ਹਾਂ ਨੇ ਅੰਦਰ ਘੱਲਿਆ ਉਹ ਬਹੁਤ ਦੁੱਧ ਧੋਤੇ ਆ। ਹੈ ਤਾਂ ਇਹਦੇ ਵਿੱਚ ਸਾਰੀ ਸਾਜ਼ਿਸ਼ ਹੀ ਘੁੰਮ ਘੁਮਾ ਕੇ, ਪਰ ਚਲੋ ਅਗਲਿਆਂ ਨੇ ਸਾਜ਼ਿਸ਼ ਕਰਨ ਦੇ ਲਈ ਵੀ ਕੋਈ ਨਾ ਕੋਈ ਘੁੰਡੀ ਤਾਂ ਲੱਭ ਲਈ ਨਾ ਵੀ ਯਾਰ ਚਲੋ ਜਿਹਨੂੰ ਅੰਦਰ ਕਰਨਾ ਤੇ ਆਹ ਇੱਕ ਘੁੰਡੀ ਹੈਗੀ, ਪਰ ਜੇ ਉਹ ਘੁੰਡੀ ਕੀਤੀ ਤਾਂ ਹੀ ਬੰਦਾ ਅੰਦਰ। ਉਹਦੇ ਵਿੱਚ ਵੀ ਅਗਲਾ ਕਹਿੰਦਾ ਮੱਛਰ ਲੜਦਾ ਹੈ ਮੈਨੂੰ, ਤੇ ਤੂੰ ਵੀ ਤਾਂ ਭਲਿਆ ਲੋਕਾਂ 5 ਸਟਾਰ 'ਚ ਆਇਆ ਦੱਸ। ਤੁਸੀਂ ਇਹ ਦੇਖੋ, ਹੁਣ ਇੱਥੋਂ ਤੱਕ ਵੀ ਰੌਲਾ ਰੱਪਾ ਪੈਣਾ ਕਿ ਹੋ ਸਕਦਾ ਜ਼ਮਾਨਤ, ਕਿਉਂਕਿ ਇਹ ਕੋਈ ਤਖਤਾ ਪਲਟ ਦਾ ਕੇਸ ਨਹੀਂ ਹੈਗਾ, ਇਹ ਕੋਈ ਐਸਾ ਕੇਸ ਨਹੀਂ ਦੇਸ਼ ਧਰੋਹ ਦਾ, ਇਹ ਇੱਕ ਵੱਖਰੇ ਤਰੀਕੇ ਦਾ ਕੇਸ ਹੈ। ਇਹਦੇ ਵਿੱਚ ਹੋ ਸਕਦਾ 5-7 ਮਹੀਨਿਆਂ ਤੱਕ ਜ਼ਮਾਨਤ ਹੋ ਜਾਏ, ਪਰ ਮੈਨੂੰ ਐਂ ਲੱਗਦਾ ਕਿ ਅਗਲਿਆਂ ਨੇ ਅਦਾਲਤ ਤੋਂ ਜ਼ਮਾਨਤ ਵੀ ਉਨੀ ਦੇਰ ਨਹੀਂ ਹੋਣ ਦੇਣੀ ਜਿੰਨੀ ਦੇਰ ਅਗਲੀ ਇਲੈਕਸ਼ਨ ਨਹੀਂ ਹੋ ਜਾਂਦੀ ਪਾਕਿਸਤਾਨ ਦੀ, ਕਿਉਂਕਿ 5 ਸਾਲ ਦੇ ਲਈ ਉੱਤੇ ਪਾਬੰਦੀ ਵੀ ਲੱਗੀ ਨਾ ਕਿ ਚੋਣ ਨਹੀਂ ਲੜ ਸਕਦਾ, ਤੇ ਜੇ ਰੋਕ ਹਟ ਗਈ ਫਿਰ ਚੋਣ ਵੀ ਲੜ ਸਕਦਾ। ਹੋਰ 10 ਦਿਨਾਂ ਨੂੰ ਉੱਥੇ ਅਨਾਉਂਸ ਹੋ ਜਾਣਾ ਕਿ ਇੰਨੀ ਤਰੀਕ ਨੂੰ ਵੋਟਾਂ ਪੈਣੀਆਂ, ਇੰਨੀ ਤਰੀਕ ਨੂੰ ਨਾਮਜ਼ਦਗੀ ਪਰਚੇ ਭਰਨੇ ਆ। ਪਰ ਮੈਨੂੰ ਇੱਕ ਚੇਤਾ ਆ ਗਿਆ ਗੱਲ, ਮੇਰੇ ਖਿਆਲ ਨਵਾਜ਼ ਸ਼ਰੀਫ ਦੇ ਪੁੱਤ ਦੀ, ਬਿਲਾਵਲ ਭੁੱਟੋ ਦੀ ਗੱਲ ਹੈ, ਉਹ ਬੇਨਜ਼ੀਰ ਭੁੱਟੋ ਦਾ ਪੁੱਤ ਹੈ ਨਾ, ਉਹਨੇ ਕਿਹਾ, ਉਹ ਕਹਿੰਦਾ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਦਾਂ ਦਾ ਤੁਸੀਂ ਸਾਨੂੰ ਪਾਕਿਸਤਾਨ ਦਿੱਤਾ, ਉਹਨੇ ਆਪਣੀ ਮਾਂ ਨੂੰ ਵੀ ਕਿਹਾ ਤੇ ਇੱਧਰਲੇ ਪਾਸੇ ਸ਼ਰੀਫ ਪਰਿਵਾਰ ਨੂੰ ਵੀ ਕਿਹਾ, ਕਿਰਪਾ ਕਰਕੇ ਅਸੀਂ ਤੁਹਾਡੀ ਅਗਲੀ ਪੀੜ੍ਹੀ ਹਾਂ, ਭੁੱਟੋ ਪਰਿਵਾਰ ਤੇ ਸ਼ਰੀਫ ਪਰਿਵਾਰ, ਸਾਨੂੰ ਹੁਣ ਤੁਸੀਂ ਆਪਣੇ ਤਰੀਕੇ ਨਾਲ ਕੰਮ ਕਰਨ ਦਿਓ, ਤੁਹਾਡੀਆਂ ਨੀਤੀਆਂ ਨਾਲ ਪਾਕਿਸਤਾਨ ਇੱਥੇ ਪਹੁੰਚ ਗਿਆ। ਨਹੀਂ, ਇਹਦੇ ਨਾਲ ਦੇਖੋ ਨਾ ਲੋਕ ਘੱਟੋ ਘੱਟ ਜੁੜਨਗੇ, ਇਹ ਵੀ ਤਰੀਕੇ ਹੁੰਦਾ ਨਾ। ਮਤਲਬ ਚਾਹੀਦਾ ਤੇ ਇਹ ਵੀ ਜੇ ਇਹ ਕੋਈ ਆਮ ਬੰਦਾ ਪਾਕਿਸਤਾਨ ਦਾ ਕਹਿੰਦਾ ਤੇ ਉਹ ਕਹਿੰਦਾ ਵੀ ਵੀਰ ਮੇਰਾ ਵੀ ਤੁਹਾਡੇ ਟੱਬਰ ਤੋਂ ਅਸੀਂ ਬਹੁਤ ਔਖੇ ਆ ਵੀ ਸਾਨੂੰ ਆਪਣੇ ਚੋਂ ਕੋਈ ਨਾ ਕੋਈ ਚੁਣ ਲੈਂਦੇ, ਸਾਡੇ ਕੀ ਗੱਲ ਨਿਆਣੇ ਪੜ੍ਹੇ ਲਿਖੇ ਨਹੀਂ ਵੀ ਇਹ ਕੀ ਗੱਲ ਦੋਹਾਂ ਟੱਬਰਾਂ ਦੇ ਵਿੱਚ ਪੜ੍ਹੇ ਲਿਖੇ ਨੇ ਪਰ ਬਾਹਰੋਂ ਨਹੀਂ ਨਾ ਪੜ੍ਹੇ। ਨਹੀਂ, ਬਾਹਰੋਂ ਪੜ੍ਹਿਆਂ ਦਾ ਕਦੇ ਹਾਲ ਵੇਖ ਲਿਆ, ਬਾਹਰੋਂ ਪੜ੍ਹ ਕੇ ਆਣ ਕੇ ਤੇ ਪਾਕਿਸਤਾਨ ਦਾ ਹਾਲ ਕੀਤਾ ਵੀ ਘੱਟੋ ਘੱਟ ਕੋ ਅੰਦਰੋਂ ਕੋ ਕੀ ਗੱਲ ਵੀ ਪਾਕਿਸਤਾਨ ਦੇ ਵਿੱਚ ਕੀ ਗੱਲ ਉੱਥੇ ਵੀ ਕੋਈ ਦਿਮਾਗ ਵਾਲੇ ਬੰਦੇ ਆ ਨਹੀਂ, ਉਹਨਾਂ ਦੇ ਟੱਬਰ ਚੋਂ ਕੋਈ ਪੜ੍ਹੇ ਲਿਖੇ ਨੂੰ ਕਿਸੇ ਨੂੰ ਮੌਕਾ ਦੇ ਲਓ ਵੀ ਵੀਰ ਤੁਸੀਂ ਚਲਾ ਕੇ ਵੇਖ ਲਿਆ, ਸਾਨੂੰ ਘੱਟੋ ਘੱਟ ਆਪਣੇ ਹਿਸਾਬ ਨਾਲ ਚਲਾ ਕੇ ਵੇਖ ਲੈਂਦੇ, ਕਿਉਂਕਿ ਜਿਹੜੇ ਹੁਣ ਅਮੀਰ ਤਰੀਨ ਇਸ ਤਰ੍ਹਾਂ ਦੇ ਬਾਹਰੋਂ ਪੜ੍ਹੇ ਨੇ ਨਾ, ਉਹ ਹੋ ਸਕਦਾ ਕਿ ਅੱਛਾ ਆਲੂ ਜ਼ਮੀਨ ਦੇ ਥੱਲੇ ਨਹੀਂ, ਉਹਨਾਂ ਨੂੰ ਪੁੱਛਣ ਜਦੋਂ ਲੋਕਾਂ ਜਾਣ ਕਿ ਦੁੱਧ ਕਿੰਨੇ ਨੂੰ ਅੱਜ ਕੱਲ੍ਹ ਮਾੜਾ ਜਿਹਾ ਦੱਸੋ, ਤੇ ਆਲੇ ਦੁਆਲੇ ਦੇਖਣ ਨਾ ਦੇਣ ਕਿਸੇ ਪਾਸੇ। नहीं वो आखना भी कोई नहीं, मैं बोलता हूँ किसी को, वो पता करके आता है कितने का रेट है, आप मेरे दूध पत्ती बना लो तब तक चाय। हो सकता है कि पता नहीं, मैं तो दुੱਧ ਤੇ ਦੁੱਧ ਤੋਂ ਬੜੀਆਂ ਚੀਜ਼ਾਂ ਖਾਂਦਾ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਹੁੰਦੀਆਂ ਕੀ ਹੈ। मैं लैक्टोज फ्री मैं चाहिए। ਚਲਿਏ ਜੀ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਖੈਰ ਇਸ ਪ੍ਰੋਗਰਾਮ ਨੂੰ ਇੱਥੇ ਹੁਣ ਸਮਾਪਤ ਕਰਦੇ ਹਾਂ। ਇੱਕ ਤਾਂ ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਧੰਨਵਾਦੀ ਹਾਂ, ਤੇ ਹੋਰ ਕੋਈ ਗੱਲ ਹੋਵੇ ਤਾਂ ਤੁਸੀਂ ਟਿੱਪਣੀਆਂ ਦੇ ਰੂਪ 'ਚ ਕਰ ਸਕਦੇ ਹੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।